ਹੈ KRP 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 21 ਜੁਲਾਈ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ, ਮੰਡੇ ਟੂ ਫਰਾਈਡੇ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ KRP 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਅੱਜ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਾ ਆਪਣੇ ਸ਼ਹਿਰ ਸਰੀ ਤੋਂ ਹੀ। ਜਿਵੇਂ ਕਿ 15 ਅਕਤੂਬਰ ਨੂੰ ਸਰੀ ਸਿਵਿਕ ਇਲੈਕਸ਼ਨ ਹੋਣ ਜਾ ਰਹੀ ਆ। 4 ਸਲੇਟਾਂ ਤਾਂ ਪਹਿਲਾਂ ਹੀ ਇਸ ਮੈਦਾਨ ਦੇ ਵਿੱਚ ਆ ਗਈਆਂ ਨੇ, ਹੁਣ 5ਵੀਂ ਸਲੇਟ ਦਾ ਵੀ ਐਲਾਨ ਹੋ ਚੁੱਕਾ। ਗੋਰਡੀ ਹੌਗ ਨੇ ਆਪਣੀ ਸਲੇਟ ਸਰੀ ਫਰਸਟ ਦਾ ਐਲਾਨ ਕੀਤਾ ਤੇ ਕਾਉਂਸਲ ਦੀ ਸੀਟ ਲਈ ਵੀ ਉਹਨਾਂ ਨੇ ਇਨਕੰਬੈਂਟ ਲਿੰਡਾ ਐਨਸ, ਬਲਾਲ ਚੀਮਾ ਤੇ ਮੈਰੀ ਵੈਡਿੰਗਟਨ ਦਾ ਨਾਂ ਜਿਹੜਾ ਹੈਗਾ ਉਹ ਸਾਹਮਣੇ ਲੈ ਕੇ ਆਂਦਾ। ਤੁਸੀਂ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੇਖਦੇ ਹੋ ਹੁਣ 5 ਸਲੇਟਾਂ ਮੈਦਾਨ ਦੇ ਵਿੱਚ ਨੇ? ਇਹ ਵੀ ਉਹ ਸੀਕ੍ਰੇਟ ਸੀ ਜਿਹੜਾ ਸਾਰਿਆਂ ਨੂੰ ਪਤਾ ਸੀ। ਹਾਂਜੀ, ਬਸ ਡੇਟ ਹੀ ਲੋਕੀ ਉਡੀਕਦੇ ਸੀ ਕਿ ਗੋਰਡੀ ਹੌਗ ਕਿਸੇ ਨਾ ਕਿਸੇ ਦਿਨ ਅਨਾਉਂਸ ਕਰਨਗੇ। ਹਾਂਜੀ, ਇਹ ਗੋਰਡੀ ਹੌਗ ਤਿੰਨੇ ਹੀ ਲੈਵਲ ਦੀਆਂ ਸਰਕਾਰਾਂ 'ਚ ਸਰਵ ਕਰ ਚੁੱਕੇ ਨੇ। ਪਹਿਲਾਂ ਇਹ ਵਾਈਟ ਰੌਕ ਦੇ ਮੇਅਰ ਹੁੰਦੇ ਸੀ, ਫਿਰ MLA ਹੁੰਦੇ ਸੀ, ਇਹ MP ਵੀ ਰਹੇ। ਇਹਨਾਂ ਨੇ ਫੈਡਰਲੀ ਲਿਬਰਲ ਪਾਰਟੀ ਦੇ MP ਰਹੇ ਤੇ ਹੁਣ ਮੁੜ ਕੇ ਸਰੀ ਦੇ ਵਿੱਚ ਸਰੀ ਫਰਸਟ। ਇਹਨਾਂ ਨੂੰ ਇਹ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਤੁਸੀਂ ਵਾਈਟ ਰੌਕ ਦੇ ਜਦੋਂ ਮੇਅਰ ਸੀ ਉਦੋਂ ਵਾਈਟ ਰੌਕ ਫਰਸਟ ਸੀ, ਹੁਣ ਇੱਥੇ ਆਏ ਆ ਤਾਂ ਸਰੀ ਫਰਸਟ ਬਣ ਗਈ। ਹਾਂਜੀ, ਇੱਥੇ ਵੀ ਪੱਤਰਕਾਰ ਇੰਡੀਆ ਵਾਲਾ ਇਹ ਹਿਸਾਬ ਆ। ਹਾਂਜੀ, ਇਹ ਵੀ ਚੁੱਪ ਕਰਕੇ ਬੈਠੇ ਰਹਿੰਦੇ ਵੀ ਚਲੋ ਠੀਕ ਹੈ, ਇਹਨਾਂ ਨੇ ਐਡਾਂ ਦੇਣੀਆਂ ਸਾਨੂੰ। ਖਾਸ ਤੌਰ ਤੇ ਸਾਡੇ ਲੋਕਲ ਪੇਪਰ ਜਿਹੜੇ ਨਾ ਇੱਥੇ, ਹਾਂਜੀ, ਇਹ ਤਾਂ ਸਿਰਫ ਤੇ ਸਿਰਫ ਐਡਾਂ ਤੇ ਚੱਲਦੇ ਆ ਜੀ। ਇਹਨਾਂ ਨੂੰ ਜਿਨ੍ਹਾਂ ਨੇ ਪੈਸੇ ਦੇਣੇ ਆ ਉਹਨਾਂ ਦੀ ਖਬਰ ਲਾਉਣਗੇ। ਉੱਥੇ ਫਿਰ ਡਾਕਟਰ ਸਾਹਿਬ ਕੋਈ ਸਵਾਲ ਨਹੀਂ ਪੁੱਛਦੇ ਹੈਗੇ। ਕੋਈ ਸਵਾਲ ਨਹੀਂ ਕਿ ਤੁਸੀਂ ਪੁੱਛੋ ਤਾਂ ਸਹੀ ਵੀ ਤੁਸੀਂ ਸਰੀ ਫਰਸਟ ਦਾ ਮਤਲਬ ਕੀ ਆ ਵੈਸੇ ਜੀ। ਵੈਸੇ ਤਾਂ ਸਾਰੀਆਂ ਸਲੇਟਾਂ ਨੂੰ ਪੁੱਛਣਾ ਚਾਹੀਦਾ ਵੀ ਇਹਦਾ ਮਤਲਬ ਕੀ ਹੁੰਦਾ। ਹਾਂਜੀ, ਦੱਸੋ ਸਾਨੂੰ, ਕਿਉਂਕਿ ਉਹਨਾਂ ਦੇ PR ਵਾਲਿਆਂ ਨੇ ਇੰਨਾ ਐਕਸਪਲੇਨ ਨਹੀਂ ਕੀਤਾ ਹੁੰਦਾ ਇਹਨਾਂ ਨੂੰ, ਵੈਸੇ ਹੀ ਨਾਂ ਰੱਖ ਕੇ ਛੱਡ ਦਿੱਤੇ। ਡਾਕਟਰ ਸਾਹਿਬ ਵੈਸੇ ਵੀ ਨਾਂ ਰੱਖਣ ਦੇ ਨਾਲ ਤਾਂ ਕੁਝ ਨਹੀਂ ਹੁੰਦਾ ਹੈਗਾ। ਨਾਂ ਰੱਖਣ, ਚਲੋ ਨਾਂ ਨਵੇਂ ਮੋਹਰੇ ਆਏ ਲੋਕਾਂ ਦੇ। ਦੇਖੋ ਨਾਂ ਐਤਕੀ ਕਮ ਸੇ ਕਮ ਜਿਹੜਾ ਬੈਲਟ ਪੇਪਰ ਹੈ ਉਹ ਕਾਫੀ ਵੱਡਾ ਹੋਣਾ ਜੀ। ਹੁਣ 9 ਸਲੇਟਾਂ ਤਾਂ ਆਇਆ, 5 ਸਲੇਟਾਂ ਤਾਂ ਆ ਹੀ ਗਈਆਂ। 5, ਹਾਂਜੀ, 9 5 45 ਬੰਦੇ ਤਾਂ ਆ ਗਏ। ਹਾਂਜੀ, ਜੇ ਇਹਨਾਂ ਨੇ ਫੁੱਲ ਸਲੇਟਸ ਕਰਨੀਆਂ ਹੁਣ ਫਿਰ ਨਾਲ ਇਹਨਾਂ ਨੇ ਸਕੂਲ ਬੋਰਡਸ ਦੀ ਵੀ ਕਰਨੀ ਹੋਣੀ ਹੈ ਹਰੇਕ ਸਲੇਟ ਨੇ। ਹਾਂਜੀ, ਕਰਨੀ ਜਾਂ ਨਹੀਂ ਕਰਨੀ ਇਹ ਨਹੀਂ ਮੈਨੂੰ ਪਤਾ, ਪਰ ਨਾਰਮਲੀ ਕਰਦੇ ਹੁੰਦੇ ਆ। ਹਾਂਜੀ, ਤੇ ਫਿਰ ਇੰਡੀਪੈਂਡੈਂਟ ਕਾਉਂਸਲਰਸ ਆ ਜਾਂਦੇ, ਜਿੱਦਾਂ ਹੋ ਸਕਦਾ ਹੁਣ ਟੌਮ ਗਿੱਲ ਹੋਣੀ ਆਪਣੀ ਸਲੇਟ ਲੈ ਕੇ ਆਉਣਗੇ ਜਾਂ ਕਾਉਂਸਲਰ ਦੇ ਤੌਰ ਤੇ ਲੜਨਗੇ। ਕਈ ਤਰ੍ਹਾਂ ਦੀਆਂ ਕਿਆਸ ਲਾਈਆਂ ਜਾ ਰਹੀਆਂ। ਉਹ ਵੀ ਕਿਆਸ ਰਾਈ, ਉਹ ਵੀ ਓਪਨ ਸੀਕ੍ਰੇਟ ਹੀ ਆ ਬੇਸਿਕਲੀ। ਉਹਨਾਂ ਨੇ ਰਨ ਤਾਂ ਕਰਨਾ ਹੈ। ਹਾਂਜੀ, ਪਰ ਕਾਉਂਸਲਰ ਦੇ ਤੌਰ ਤੇ ਰਨ ਕਰਨਗੇ ਜਾਂ ਮੇਅਰ ਦੇ ਤੌਰ ਤੇ ਰਨ ਕਰਨਗੇ। ਪਿਛਲੀ ਵਾਰੀ 3 ਸਲੇਟਾਂ ਸੀ ਜਿਹਨਾਂ ਦੇ ਵਿੱਚੋਂ ਟੌਮ ਗਿੱਲ ਵੀ ਇੱਕ ਸੀ। ਹਾਂਜੀ, ਹੁਣ ਇਸ ਸਾਲ ਹੋ ਗਏ ਉਮਰ ਥੋੜੀ ਜਿਹੀ ਜ਼ਿਆਦਾ ਵਧੀ ਜਾਂਦੀ ਆ। ਸੈਪਟੋਜਨੇਰੀਅਨ ਅਸੀਂ ਕਹਿ ਸਕਦੇ ਹਾਂ। ਹਾਂਜੀ, ਸਭ ਤੋਂ ਵੱਧ ਉਮਰ ਦੇ ਤਾਂ ਮੇਅਰ ਸਾਡੇ ਡਗ ਮੈਕੈਲਮ ਸਾਹਿਬ, ਉਹਨਾਂ ਤੋਂ ਘੱਟ ਉਮਰ ਦੇ ਹੈਗੇ ਆ ਗੋਰਡੀ ਹੌਗ ਜੀ। ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ 70 ਤੋਂ ਉੱਪਰ ਆ ਜਿਹਨਾਂ ਦੀ ਏਜ। ਹਾਂਜੀ, ਤੀਜੀ ਹੈਗੀ ਜਿੰਨੀ ਸੈਮਸ ਜੀ। ਇਹ ਤਿੰਨੇ ਹੀ ਕੈਂਡੀਡੇਟ ਹੈਗੇ ਆ 70 ਤੋਂ ਉੱਪਰ। ਹਾਂਜੀ, ਇਹਨਾਂ ਤੋਂ ਫਿਰ ਯੰਗ ਹੈਗੇ ਆ ਬ੍ਰਿੰਡਾ ਲੌਕ ਤੇ ਸਭ ਤੋਂ ਯੰਗ ਹੈਗੇ ਆ ਸੁਖ ਧਾਲੀਵਾਲ ਜੀ। 5 ਕੈਂਡੀਡੇਟ ਤਾਂ ਪੂਰੇ ਹੋ ਗਏ। ਹਾਂਜੀ, ਹੁਣ 5 ਤੋਂ ਵੱਧ ਪਤਾ ਨਹੀਂ ਕਿੰਨੇ ਆਉਣੇ ਆ। ਕਮ ਸੇ ਕਮ ਥਿਓਰੈਟੀਕਲੀ ਇਹ ਕਹਿੰਦੇ ਹੁੰਦੇ ਆ ਕਿ ਜੇ ਇਨਕੰਬੈਂਟ ਮੇਅਰ ਦੇ ਖਿਲਾਫ ਜ਼ਿਆਦਾ ਕੈਂਡੀਡੇਟ ਖੜਨ ਇਹ ਉਹਨੂੰ ਫਾਇਦਾ ਹੁੰਦਾ। ਹਾਂਜੀ, ਹੁਣ ਮੇਅਰ ਕੈਨੇਡੀ ਆ ਵੈਨਕੂਵਰ ਦੇ ਵਿੱਚ ਹਰ ਕਿਆਸ ਲਾਉਂਦੇ ਸੀ ਕਿ ਇਹਨਾਂ ਨੇ ਹਾਰ ਜਾਣਾ ਕਿਉਂਕਿ ਉਹਨਾਂ ਨੇ ਟੈਕਸ ਵਧਾਏ, ਉਹਨਾਂ ਦੇ ਪਰਮਿਟ ਨਹੀਂ ਮਿਲਦਾ, ਜਿੰਨੀਆਂ ਮਨ ਆਈਆਂ ਉਹ ਕਰ ਸਕਦੇ ਸੀ ਕੀਤੀਆਂ ਉਹਨਾਂ ਨੇ, ਤੇ ਸਾਰੇ ਕਹਿੰਦੇ ਸੀ ਕਿ ਇਹਨਾਂ ਨੇ ਹਾਰ ਜਾਣਾ ਅਗਲੀਆਂ ਨੂੰ। 4 ਕੈਂਡੀਡੇਟਸ ਨੇ ਤਾਂ ਆਲਰੇਡੀ ਅਨਾਉਂਸ ਕਰ ਦਿੱਤਾ ਉੱਥੇ। ਹਾਂਜੀ,
ਤੇ ਹੁਣ ਸਾਰੇ ਬੰਦੇ ਕਹਿ ਰਹੇ ਕਿ ਮੇਅਰ ਕੈਨੇਡੀ ਤਾਂ ਜਿੱਤੇ ਪਏ ਜੀ, ਕਿਉਂਕਿ ਉਹਨਾਂ ਦੀ ਇਹ ਵੀ ਇਸ਼ੂ ਨਹੀਂ ਜਿਹੜੀ ਸਾਡੇ ਮੇਅਰ ਦੀ ਆ ਵੀ ਇਹਨਾਂ ਤੇ ਮੁਕੱਦਮਾ ਚੱਲਣ ਲੱਗਾ ਹੈ। ਹਾਂਜੀ, ਮੁਕੱਦਮਾ ਚੱਲੇ ਚਾਹੇ ਨਾ ਲੱਗੇ, ਜਿਹੜੇ ਉਹਨਾਂ ਦੇ ਸਪੋਰਟ ਗਰੁੱਪ ਆ ਨਾ ਉਹਦੇ ਵਿੱਚੋਂ ਕੁਝ ਕੁ ਬੰਦੇ ਤਾਂ ਆਬਜੈਕਸ਼ਨ ਕਰਦੇ ਆ, ਪਰ ਬਾਕੀਆਂ ਦੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ। ਹਾਂਜੀ, ਉਹ ਫੜੇ ਗਏ, ਦੂਜੇ ਫੜ ਨਹੀਂ ਹੁੰਦੇ। ਕਈ ਚੋਰ ਤਾਂ ਉਹ ਹੀ ਹੈ ਜਿਹੜਾ ਫੜਿਆ ਗਿਆ। ਜੀ ਬਿਲਕੁਲ, ਝੂਠ ਤਾਂ ਸਾਰੇ ਹੀ ਬੋਲਦੇ ਆ। ਜਿਹਨੇ ਪੋਲਿਟਿਕਸ ਦੇ ਵਿੱਚ ਜਾਣਾ ਆ ਉਹਨੂੰ ਥੋੜਾ ਬਹੁਤਾ ਝੂਠ ਤਾਂ ਬੋਲਣਾ ਪੈਣਾ। ਡਾਕਟਰ ਸਾਹਿਬ ਥੋੜਾ ਬਹੁਤਾ ਨਹੀਂ ਬੋਲਦੇ ਤਾਂ ਬਹੁਤ ਜ਼ਿਆਦਾ ਬਹੁਤਾ ਬੋਲਦੇ ਆ ਐਕਚੁਅਲੀ। ਨਹੀਂ, ਗੱਲ ਹੈਗੀ ਹੈ ਕਿ ਝੂਠ ਜੇ ਨਹੀਂ ਬੋਲਦੇ ਤੁਹਾਨੂੰ ਤੁਸੀਂ ਪੋਲਿਟਿਕਸ ਨਹੀਂ ਕਰ ਸਕਦੇ। ਹਾਂਜੀ, ਲੋਕਾਂ ਨੂੰ ਕਹਿਣਾ ਕੁਝ ਹੋਰ ਪੈਂਦਾ, ਕਰਨਾ ਬਾਅਦ ਦੇ ਵਿੱਚ ਜਾ ਕੇ ਹੋਰ ਪੈਂਦਾ। ਪ੍ਰੈਜੈਂਟੇਸ਼ਨ ਹੀ ਮੈਟਰ ਕਰਦੀ ਹੈ ਡਾਕਟਰ ਸਾਹਿਬ। ਪ੍ਰੈਜੈਂਟੇਸ਼ਨ ਹੁਣ ਆਈਡੀਓਲੋਜੀਕਲ ਜੇ ਅਸੀਂ ਦੇਖਦੇ ਹਾਂ ਜਿੱਦਾਂ ਲੋਕੀ ਪ੍ਰੋਵਿੰਸ਼ੀਅਲ ਤੇ ਜਾਂ ਫੈਡਰਲ ਇਲੈਕਸ਼ਨ ਤੇ NDP ਨੂੰ ਵੋਟ ਪਾਉਂਦੇ ਆ, ਲਿਬਰਲ ਨੂੰ ਵੋਟ ਪਾਉਂਦੇ ਆ, ਕੰਜ਼ਰਵੇਟਿਵ ਨੂੰ ਵੋਟ ਪਾਉਂਦੇ ਆ। ਇਸ ਤਰ੍ਹਾਂ ਜਿਹੜੀ ਸਾਡੇ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਉਹ ਨਜ਼ਰ ਨਹੀਂ ਆਉਂਦੇ। ਹਾਂਜੀ, ਕਿ ਕੁਝ ਲੋਕ ਇੱਕ ਨੂੰ ਵੋਟ ਪਾਉਣ ਉਹ NDP ਦਾ ਕਰਕੇ ਪਾਉਣ। ਫਾਰ ਐਗਜ਼ਾਮਪਲ ਤੁਸੀਂ ਜਿੰਨੀ ਸਿਮਜ਼ ਜਿਹੜੇ NDP ਦੇ MLA ਆ, ਜਿੰਨੀ ਸਿਮਜ਼ ਤੇ ਜਸਵੀਰ ਸੰਧੂ ਜਿਹੜੇ ਸੁਖ ਧਾਲੀਵਾਲ ਦੇ ਨਾਲ ਕੌਂਸਲ ਕੈਂਡੀਡੇਟ ਆ। ਹਾਂਜੀ, ਇਹ ਦੋਏ ਇੱਕ NDP ਵੇਵ ਦੇ ਵਿੱਚ ਜਿੱਤੇ ਹੋਏ ਸੀ। 2011 ਦੇ ਵਿੱਚ NDP ਦੇ ਬੰਦੇ ਬਹੁਤ ਜਿੱਤੇ। ਵੇਵ ਜਿਹਨੂੰ ਕਹਿੰਦੇ ਹੁੰਦੇ ਆ, ਜਿਹਦਾ ਵੇਵ ਦਾ ਮਤਲਬ ਸੀ ਕਿ ਦੇਖੋ ਕਿਊਬੈਕ ਦੇ ਵਿੱਚ ਇੱਕ ਇਹਨਾਂ ਦੀ ਕੈਂਡੀਡੇਟ ਸੀ NDP ਦੀ, ਉਹ ਕਿਊਬਾ ਗਈ ਜਿੱਤ ਗਈ। ਆਪਣਾ ਉਹ ਨਾਂ ਦਾਖਲ ਕਰਾ ਕੇ ਉਹਨੇ ਪਹਿਲਾਂ ਦਾ ਬੁੱਕ ਕਰਾਇਆ ਸੀ ਕਿਊਬਾ ਦਾ ਵਕੇਸ਼ਨ। ਉਹ ਸਟੂਡੈਂਟ ਸੀ, ਉਹਨੂੰ ਕਿਹਾ ਵੀ ਕਿਸੇ ਨੇ ਪਾਰਟੀ ਨੇ ਵੀ ਹੁਣ ਤੂੰ ਨਾ ਜਾ। ਉਹ ਕਹਿੰਦੀ ਮੈਂ ਸਟੂਡੈਂਟ ਆ, ਮੈਂ ਤਾਂ ਇੱਕ ਹੀ ਟਿਕਟ ਮਸੀਂ ਲਈ ਆ, ਮੇਰੀ ਤਾਂ ਟਿਕਟ ਖਰਾਬ ਹੋ ਜਾਣੀ ਆ। ਹਾਂਜੀ, ਮੇਰੇ ਤਾਂ ਇੰਸ਼ੋਰੈਂਸ ਵੀ ਹੈ ਨਹੀਂ ਜੀ, ਇਸ ਕਰਕੇ ਮੈਂ ਤਾਂ ਕਿਊਬਾ ਜਾਣਾ ਹੀ ਜਾਣਾ। ਉਹ ਕਿਊਬਾ ਚਲ ਗਈ, ਆ ਕੇ ਉਹ ਜਿੱਤ ਗਈ। ਵੇਵ ਸੀ ਨਾ, ਉਹਨੂੰ ਕੁਝ ਨਹੀਂ ਕਰਨਾ ਪਿਆ। ਇੱਕ ਉੱਥੇ ਸਾਡੇ ਪਹਿਲਾਂ ਕੁਈਨਸ 'ਚ ਮੁੰਡਾ ਹੁੰਦਾ ਸੀ, ਫਿਰ ਉਹ ਮਗਿਲ ਦੇ ਵਿੱਚ ਪੜ੍ਹਦਾ ਹੁੰਦਾ ਸੀ, ਤੇ ਉਸ ਤੋਂ ਬਾਅਦ ਉਹਨੂੰ ਪ੍ਰੋਫੈਸਰ ਕਿਸੇ ਨੇ ਕੁਈਨਸ ਦੇ ਨੇ ਪੁੱਛਿਆ ਵੀ ਤੂੰ ਜਿੱਤ ਗਿਆ, ਤੂੰ ਕਿੱਦਾਂ ਖੜਾ ਹੋ ਗਿਆ? ਉਹ ਕਹਿੰਦਾ ਕੁਛ ਨਹੀਂ, ਮੈਂ NDP ਦਾ ਜਿਹੜਾ ਕਲੱਬ ਸੀ ਉਹਦੇ ਨਾਲ ਇਨਵੋਲਵ ਸੀ, ਤੇ ਉਹਨਾਂ ਦੇ ਵਿੱਚੋਂ ਉੱਥੇ ਕੋਈ ਬੰਦਾ ਰਹਿੰਦਾ ਸੀ, ਉਹਨੇ ਸੁਜੈਸਟ ਕੀਤਾ ਕਿਸੇ ਨੇ ਕਿ ਤੂੰ ਫਲਾਨੀ ਰਾਈਡਿੰਗ ਤੋਂ ਖੜ ਜਾ, ਉੱਥੇ ਮੈਂ ਰਹਿਣਾ, ਮੈਂ ਤੈਨੂੰ 100 ਬੰਦੇ ਇਕੱਠੇ ਕਰ ਦੂੰਗਾ ਜਿਹੜੇ ਸਾਈਨ ਕਰਦੇ ਹੁੰਦੇ। ਹਾਂਜੀ, ਉਹ ਕਹਿੰਦਾ ਮੈਂ ਉਹਨੂੰ ਕਿਹਾ ਵੀ $1000, ਮੈਂ ਤਾਂ ਸਟੂਡੈਂਟ ਆ, ਮੈਂ ਕਿੱਥੋਂ ਦੇਣੇ? ਉਹ ਕਹਿੰਦਾ ਤੇਰਾ $1000 ਵੀ ਦੇ ਦਿਆਂਗੇ, ਉਹ ਮੁੜੇ ਆਉਣੇ ਪੈਸੇ, ਕੋਈ ਗੱਲ ਨਹੀਂ, ਤੈਨੂੰ ਤਜਰਬਾ ਹੋ ਜਾਊਗਾ। ਉਹਨੇ ਕਿਸੇ ਬੰਦੇ ਨੇ $1000 ਦਿੱਤਾ ਤੇ ਕਿਸੇ ਬੰਦੇ ਨੇ ਉਹਦੇ 100 ਬੰਦਾ ਇਕੱਠਾ ਕਰਕੇ ਦਿੱਤਾ। ਉਹ MP ਬਣ ਗਿਆ ਬਾਅਦ ਵਿੱਚ। ਇੱਕ ਹੀ ਟਰਮ ਲਾਈ, ਉਹਨੇ ਜਿੱਤ ਗਿਆ, ਹਾਰ ਗਿਆ। ਵੈਸੇ ਇਹ ਜਿਹੜੇ ਵੇਵ 'ਚ ਜਿੱਤੇ ਸੀ ਇੱਕ ਟਰਮ ਜੋਗੇ ਸੀ ਜੀ, ਜਿੰਨੇ ਇੱਥੇ ਸਰੀ ਦੇ ਵਿੱਚ ਵੀ ਸਾਡੇ ਸਰੀ ਨਾਰਥ, ਸਰੀ ਨਿਊਟਨ 'ਚ ਇੱਕ ਟਰਮ ਹੀ ਸੀ ਇਹਨਾਂ ਦੀ, ਉਹ ਵੇਵ 'ਚ ਜਿੱਤੇ ਸੀ। ਹਾਂਜੀ, ਹੁਣ ਸੋ NDP ਦਾ ਸੁਖ ਧਾਲੀਵਾਲ ਦੇ ਨਾਲ ਵੀ ਆ ਤੇ ਇਹ ਜੁਦੇ ਵੀ ਆ। ਫਿਰ ਦੇਖੋ ਸੁਖ ਧਾਲੀਵਾਲ ਲਿਬਰਲ ਕੈਂਡੀਡੇਟ ਆ। ਹਾਂਜੀ, ਤੇ ਉਧਰੋਂ ਗੋਲਡੀ ਹਾਓ ਵੀ ਲਿਬਰਲ ਹੈ ਜੀ। ਸੋ ਇਹਨਾਂ ਸਲੇਟਾਂ ਦੇ ਵਿੱਚ ਸਾਰਾ ਕੁਝ ਹੀ ਹੋਣਾ। ਇਹਨਾਂ ਦੇ ਵਿੱਚ NDP ਵਾਲੇ ਵੀ ਹੋਣੇ ਆ, ਲਿਬਰਲ ਵੀ ਹੋਣੇ ਆ, ਕੰਜ਼ਰਵੇਟਿਵ ਵੀ ਹੋਣੇ ਆ। ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਆਈਡੀਓਲੋਜੀਕਲ ਕੀ ਸਟੈਂਡ ਲੈਣਾ ਤੁਸੀਂ ਦੇਖਿਓ। ਇਹਨਾਂ ਨੇ ਸਾਰਿਆਂ ਨੇ ਹਾਊਸਿੰਗ ਦੀ ਗੱਲ ਕਰਨੀ ਹੈ, ਸਾਰਿਆਂ ਨੇ ਪੁਲਿਸ ਦੀ ਗੱਲ ਕਰਨੀ ਹੈ। ਡਾਕਟਰ ਸਾਹਿਬ ਇੱਕ ਟਰਾਂਸਪੇਰੈਂਟੀ ਦੀ ਵੀ ਬਹੁਤ ਗੱਲ ਕਰਦੇ ਕਿ ਸਾਰਾ ਕੁਝ ਅਸੀਂ ਜਿਹੜਾ ਟਰਾਂਸਪੇਰੈਂਟ ਹੋਊਗਾ ਸਾਰਾ ਪਹਿਲਾਂ ਤਾਂ ਟਰਾਂਸਪੇਰੈਂਸੀ ਦੀ ਗੱਲ ਆ ਵੀ ਸਾਰਿਆਂ ਨੂੰ ਪੁੱਛ ਕੇ ਦੇਖਿਓ ਵੀ ਤੁਸੀਂ ਆਪਣੀ ਲਾਈਫ ਬਾਰੇ ਟਰਾਂਸਪੇਰੈਂਟ ਨਹੀਂ ਜੀ। ਤੁਹਾਡੇ ਜੋ ਕੁਝ ਕਰਦੇ ਰਹੇ ਆ ਤੇ ਉਹਦੇ ਬਾਰੇ ਤਾਂ ਟਰਾਂਸਪੇਰੈਂਸੀ ਕਿਸੇ ਦੇ ਵਿੱਚ ਵੀ ਹੈ ਨਹੀਂ ਜੀ। ਤੇ ਫਿਰ ਤੁਸੀਂ ਟਰਾਂਸਪੇਰੈਂਸੀ ਕੀ ਲਿਆਉਣੀ ਹੈ? ਲੋਕਾਂ ਨੂੰ ਪਤਾ ਆ ਇਹ ਸਿਰਫ PR ਵਾਲਿਆਂ ਨੇ ਉਹਨੂੰ ਲਿਖ ਕੇ ਦਿੱਤਾ ਆ ਵੀ ਤੁਸੀਂ ਟਰਾਂਸਪੇਰੈਂਸੀ ਦੀ ਗੱਲ ਕਰੋ। ਹਾਂਜੀ, ਪਾਰਦਰਸ਼ੀ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਨੇ, ਪਾਰਦਰਸ਼ੀ ਬਣਨ। ਪਾਰਦਰਸ਼ੀ ਕੋਈ ਵੀ ਨਹੀਂ ਹੈ। ਪਾਰਦਰਸ਼ੀ ਇੰਨਾ ਹੀ ਹੈ ਵੀ ਉਹ ਸ਼ਬਦ ਬੋਲ ਲੈਂਦੇ ਆ, ਵੋਟਾਂ ਤੋਂ ਪਹਿਲਾਂ ਬੋਲਦੇ ਆ। ਸ਼ਬਦ ਦੀ ਵੋਟਾਂ ਤੋਂ ਪਹਿਲਾਂ ਕਾਫੀ ਵਰਤੋਂ ਕੀਤੀ ਜਾਂਦੀ ਆ, ਬਹੁਤ ਵਰਤੋਂ ਜਾਂਦੀ। ਅਸੀਂ ਅਕਾਊਂਟੇਬਲ ਹੋਵਾਂਗੇ, ਅਸੀਂ ਪਾਰਦਰਸ਼ੀ ਹੋਵਾਂਗੇ, ਅਸੀਂ ਆਹ ਕਰਾਂਗੇ। ਉਦੋਂ ਬਾਅਦ ਫਿਰ ਕੋਸ਼ਿਸ਼ ਕਰਦੇ ਆ ਜਿੰਨੀਆਂ ਵੀ ਚੋਰੀਆਂ ਕੀਤੀਆਂ ਜਾ ਸਕਦੀਆਂ, ਜਿੰਨਾ ਵੀ ਝੂਠ ਬੋਲਿਆ ਜਾ ਸਕਦਾ, ਹਰ ਇੱਕ ਲੈਵਲ ਤੇ ਬੋਲਣਾ ਉਹਨਾਂ ਨੇ। ਇਹ ਪੋਲਿਟਿਕਸ ਦੀ ਅੱਜ ਕੱਲ੍ਹ ਨੈਸੈਸਿਟੀ ਬਣ ਚੁੱਕੀ ਹੈ, ਜ਼ਰੂਰਤ ਬਣ ਚੁੱਕੀ ਹੈ। ਜਿੱਦਾਂ ਅਸੀਂ ਜਿਉਣ ਲਈ ਰੋਟੀ ਖਾਂਦੇ ਹਾਂ ਨਾ, ਪੋਲਿਟਿਕਸ ਦੇ ਵਿੱਚ ਆਉਣ ਲਈ ਤੁਹਾਨੂੰ ਝੂਠ ਬੋਲਣਾ ਹੀ ਪੈਂਦਾ। ਹਾਂਜੀ, ਹੁਣ ਲੈਵਲ ਆ ਝੂਠ ਬੋਲਣ ਦਾ।
ਤੁਸੀਂ ਥੋੜਾ ਬਹੁਤਾ ਝੂਠ ਬੋਲ, ਜਿੱਦਾਂ ਹੁਣ ਝੂਠ 'ਚ ਵੀ ਫਰਕ ਹੈ ਨਾ। ਹਾਂਜੀ। ਕੋਈ ਬੰਦਾ ਅੰਦਰ ਸੁੱਤਾ ਪਿਆ, ਸ਼ਾਇਦ ਉਹਨੂੰ ਨੀਂਦ ਨਾ ਆਈ ਹੋਵੇ ਰਾਤ ਨੂੰ, ਉਹ ਨਹੀਂ ਚਾਹੁੰਦਾ ਕਿ ਮੈਨੂੰ ਕੋਈ ਇੰਟਰਪਟ ਕਰੂ। ਉਹਨੇ ਬੱਚੇ ਨੂੰ ਕਹਿਤਾ ਵੀ ਜੇ ਕੋਈ ਡੋਰ ਤੇ ਆਇਆ ਤਾਂ ਉਹਨੂੰ ਕਹਦੇ ਮੈਂ ਕਰਨੀ। ਹਾਂਜੀ। ਹੁਣ ਇਹ ਇੱਕ ਮਾਈਨਰ ਝੂਠ ਹੈ, ਝੂਠ ਤਾਂ ਹੈ ਵੀ, ਪਰ ਇਹ ਇਦਾਂ ਦਾ ਝੂਠ ਹੈ ਵੀ ਰਾਤੀ ਮੈਨੂੰ ਨੀਂਦ ਨਹੀਂ ਆਈ, ਮੈਂ ਤਾਂ ਹੁਣ ਨੀਂਦ ਪੂਰੀ ਕਰਨੀ ਚਾਹੁੰਦਾ। ਇਹ ਉਹਦੀ ਤੁਸੀਂ ਗੱਲ ਸਮਝ ਸਕਦੇ ਹੋ। ਹਾਂਜੀ। ਇੱਕ ਹੈਗਾ ਬੰਦਾ ਬਾਹਰ ਜਾਂਦਾ ਆ ਤੇ ਗੁਆਂਢੀ ਦੀ ਕੋਈ ਚੀਜ਼ ਚੱਕ ਲਿਆਉਂਦਾ, ਭਾਵੇਂ ਰਿਕਾਰਡ ਵੀ ਕਰ ਲੈਂਦੇ ਉਹਦੇ CCTV ਕੈਮਰਾ 'ਚ, ਉਹ ਫੇਰ ਵੀ ਕੋਰਟ 'ਚ ਜਾ ਕੇ ਝੂਠ ਬੋਲਦਾ ਮੈਂ ਨਹੀਂ ਚੋਰੀ ਕੀਤੀ। ਹਾਂਜੀ। ਉਹ ਬੰਦਾ ਹੀ ਕੋਈ ਹੋਰ ਹੋਣਾ, ਮੇਰੇ ਕੱਪੜੇ ਪਾ ਕੇ ਚਲ ਗਿਆ, ਭੁਲੇਖਾ ਲੱਗ ਰਿਹਾ, ਹੋ ਸਕਦਾ ਉਹ ਮੇਰੇ ਵਰਗਾ ਹੀ ਲੱਗਦਾ ਹੋਵੇ, ਹੋ ਸਕਦਾ ਉਹਨੇ ਵਾਲ ਵੀ ਮੇਰੇ ਨੂੰ ਕਟਾਏ ਹੋਣ, ਹੋ ਸਕਦਾ ਵੀਡੀਓ ਐਡਿਟ ਕੀਤੀ ਹੋਵੇ, ਕਿ ਹਰ ਤਰ੍ਹਾਂ ਦੀ ਗੱਲ ਕਰਨੀ। ਇਹ ਵੀ ਝੂਠ ਹੈ, ਉਹ ਵੀ ਝੂਠ ਹੈ। ਹਾਂਜੀ। ਝੂਠ ਦੇ ਵਿੱਚ ਅੰਤਰ ਕਹਿੰਦੇ ਹੁੰਦੇ, ਕੋਈ ਹੀਰਾ ਕੋਈ ਕੰਕਰ। ਹਾਂਜੀ। ਗੱਲ ਤਾਂ ਹੈਗੀ ਆ ਵੀ ਥੋੜਾ ਬਹੁਤਾ ਝੂਠ ਤਾਂ ਬੋਲਣਾ ਹੀ ਪੈਂਦਾ ਆ, ਉਹਨਾਂ ਨੂੰ ਦੱਸਣਾ ਹੀ ਪੈਂਦਾ ਜਿਹੜੀ ਵੀ ਗੱਲ ਕਰਨੀ ਆ। ਇਹ ਹਰ ਇੱਕ ਬੰਦਾ ਕਹਿੰਦਾ ਕਿ ਅਸੀਂ ਪਰਮਿਟ ਤੇਜ਼ ਕਰ ਦੇਵਾਂਗੇ। ਹਾਂਜੀ। ਅੱਛਾ, ਕੌਨਕਰੀਟਲੀ ਸਾਨੂੰ ਦੱਸੋ ਵੀ ਤੁਸੀਂ ਕਿੱਦਾਂ ਤੇਜ਼ ਕਰ ਦੋਗੇ? ਤੁਸੀਂ ਤਾਂ ਪਹਿਲੀ ਗੱਲ ਕੌਂਸਲ ਵਾਲੇ ਤਾਂ ਮੇਅਰ ਜਿਹੜੇ ਆ ਇਹ ਤਾਂ ਪਰਮਿਟ ਨਹੀਂ ਦਿੰਦੇ। ਹਾਂਜੀ। ਪਰਮਿਟ ਤਾਂ ਦਿੰਦੇ ਸਿਵਲ ਸਰਵੈਂਟ। ਹਾਂਜੀ। ਸਾਨੂੰ ਦੱਸੋ ਵੀ ਕਿਹੜੇ ਕਿਹੜੇ ਰੈਗੂਲੇਸ਼ਨ ਆ ਜਿਹੜੇ ਤੁਸੀਂ ਕੱਢਣੇ ਆ ਜਿਨ੍ਹਾਂ ਇਹ ਸੁਖਾਲਾ ਹੋ ਜਾਣਾ ਪਰਮਿਟ। ਡਿਟੇਲਸ ਦੇਣੀਆਂ ਚਾਹੀਦੀਆਂ। ਡਿਟੇਲ ਦੱਸੋ ਸਾਨੂੰ। ਹਾਂਜੀ, ਤਰੀਕਾ ਦੱਸੋ ਵੀ ਉਹ ਸਿਵਲ ਸਰਵੈਂਟਸ ਨੇ ਜਿਹੜਾ ਅੱਜ ਕੱਲ 2 ਸਾਲ ਲਾਉਂਦੇ ਆ ਉਹ 6 ਮਹੀਨਿਆਂ 'ਚ ਕਿੱਦਾਂ ਦੇ ਦੇਣਾ? ਹਾਂਜੀ। ਉਹਨੂੰ 3 ਮਹੀਨਿਆਂ 'ਚ ਕਿੱਦਾਂ ਕਰਨਾ? ਜੀ। ਫੇਰ ਤੁਸੀਂ ਪੈਸੇ ਜਿਹੜੇ ਵਧਾਤੇ ਆ ਲੋੜੇ ਦੇ, 3 ਚੀਜ਼ਾਂ ਹੋਈਆਂ ਇਹਦੇ ਵਿੱਚ ਪਰਮਿਟ ਲੈਣ ਦੇ ਵਿੱਚ। ਇੱਕ ਤਾਂ ਪਰਮਿਟ ਬਹੁਤ ਦੇਰ ਨਾਲ ਮਿਲਦੇ ਆ। ਹਾਂਜੀ। ਦੂਸਰਾ ਉਹਦਾ ਪੈਸਾ ਬੜਾ ਲੱਗਦਾ ਹੈ। ਤੀਸਰਾ ਆਵਾਗੁਣੀ ਰੈਗੂਲੇਸ਼ਨ ਇੰਨੇ ਆ, ਰੈਗੂਲੇਸ਼ਨ ਤੇ ਤੁਸੀਂ ਸਟੀਫਨ ਹਾਰਪਰ ਕਹਿੰਦੇ ਹੁੰਦੇ ਸੀ ਵੀ ਜਿਹੜਾ ਵੀ ਮਿਨਿਸਟਰ ਆਇਆ ਨਾ ਨਵਾਂ ਰੈਗੂਲੇਸ਼ਨ ਲੈ ਕੇ, ਉਹਨੂੰ ਕਹਿੰਦੇ ਹੁੰਦੇ ਸੀ ਇਹਦੇ ਬੱਟੇ ਪੁਰਾਣੇ 2 ਹਟਾ। ਜੇ ਇਹ ਨਹੀਂ ਹੈ ਵੀ ਤੁਸੀਂ ਰੈਗੂਲੇਸ਼ਨ ਤੇ ਬਾਅਦ ਰੈਗੂਲੇਸ਼ਨ ਇਕੱਠੇ ਹੀ ਕਰੀ ਜਾਂਦੇ ਆ ਜੀ। ਉਹ ਜਿਹੜੇ ਐਗਜ਼ੈਕਟਿਵ ਆਫੀਸਰਸ ਹੁੰਦੇ ਆ ਸਾਰਿਆਂ ਨੂੰ ਭੇਜਦੇ ਆ ਨਵਾਂ ਰੈਗੂਲੇਸ਼ਨ ਬਣਾ ਕੇ ਨਾ। ਮੈਂ ਦੇਖਿਆ ਇਮੀਗ੍ਰੇਸ਼ਨ ਡਿਪਾਰਟਮੈਂਟ ਵਿੱਚ ਹਰੇਕ ਹਫ਼ਤੇ ਤਕਰੀਬਨ ਹਰੇਕ ਹਫ਼ਤੇ ਇੱਕ ਨਵਾਂ ਰੈਗੂਲੇਸ਼ਨ ਆਉਂਦਾ ਹੁੰਦਾ ਸੀ। ਉਹ ਸਾਰਿਆਂ ਨੂੰ ਈਮੇਲ ਭੇਜਦੇ ਸੀ ਕਿ ਆਹ ਰੈਗੂਲੇਸ਼ਨ ਨਵਾਂ ਆ ਗਿਆ। ਅੱਛਾ, ਪੁਰਾਣਾ ਕੋਈ ਹਟਾਇਆ ਨਹੀਂ, ਪੁਰਾਣੇ ਉੱਥੇ ਹੀ ਰਹਿੰਦੇ, ਪੁਰਾਣੇ ਉੱਥੇ ਦਾ ਉੱਥੇ। ਉਹ ਪਾਇਲ ਅਪ ਹੋਈ ਜਾਂਦੇ ਆ ਰੈਗੂਲੇਸ਼ਨ ਤੇ ਰੈਗੂਲੇਸ਼ਨ ਜੀ। ਜਿੱਦਾਂ ਪਿੱਛੇ ਜਾਏ ਟੋਰਾਂਟੋ ਸਟਾਰ ਨੇ ਇੱਕ ਕੱਢਿਆ ਸੀ ਜਿਹ ਤੇ ਲਿਖਿਆ ਸੀ ਪੁਰਾਣੇ ਰੈਗੂਲੇਸ਼ਨ ਅਜੇ ਤਾਈਂ ਵੀ ਹੈ ਵੀ ਔਰਤ ਉੱਚੀ ਅੱਡੀ ਵਾਲੀ ਜੁੱਤੀ ਪਾ ਕੇ ਨਹੀਂ ਤੁਰ ਸਕਦੀ। ਇੱਕ ਜ਼ਮਾਨੇ 'ਚ ਉੱਥੇ ਰੈਗੂਲੇਸ਼ਨ ਹੁੰਦਾ ਸੀ ਕਿਉਂਕਿ ਉਦੋਂ ਲੱਕੜੀ ਦੇ ਫੁੱਟਪਾਥ ਹੁੰਦੇ ਸੀ। ਪਰ ਕਿਹੋ ਜਿਹਾ ਰੈਗੂਲੇਸ਼ਨ ਹੈ ਡਾਕਟਰ ਸਾਹਿਬ ਕਿ ਉੱਚੀ ਅੱਡੀ ਦੀ ਜੁੱਤੀ ਨਹੀਂ ਪਾ ਸਕਦੇ? ਡਾਊਨਟਾਊਨ ਆਫਿਸ ਹੁੰਦੇ ਸੀ ਉੱਥੇ ਜਿਹੜੀ ਲੱਕੜੀ ਦੇ ਫੁੱਟਪਾਥ ਸੀ ਜੀ। ਜਦੋਂ ਔਰਤ ਉੱਚੀ ਅੱਡੀ ਵਾਲੀ ਜੁੱਤੀ ਪਾ ਕੇ ਤੁਰਦੀ ਸੀ ਨਾ ਤਾਂ ਉਹਦਾ ਖੜਕਾ ਹੁੰਦਾ ਸੀ ਤੇ ਉਹਦੇ ਨਾਲ ਡਿਸਟਰਬੈਂਸ ਹੁੰਦੀ ਸੀ ਕਿਸੇ ਨੂੰ। ਉਹਦੇ ਨਾਲ ਜਿਹੜੇ ਆਫਿਸ ਹੁੰਦੇ ਸੀ ਉੱਥੇ ਉਹਨਾਂ ਨੂੰ ਡਿਸਟਰਬੈਂਸ ਹੁੰਦੀ ਸੀ। ਤਾਂ ਉਹ ਬਾਈ ਲਾਅ ਬਣਾਤਾ ਕਿ ਤੁਸੀਂ ਔਰਤ ਨੂੰ ਇੱਕ ਉੱਚੀ ਅੱਡੀ ਵਾਲੀ ਜੁੱਤੀ ਪਾ ਕੇ ਜਾ ਨਹੀਂ ਸਕਦੀ। ਅੱਛਾ, ਉਹ ਰੈਗੂਲੇਸ਼ਨ ਅੱਜ ਵੀ ਉੱਥੇ ਟੋਰਾਂਟੋ 'ਚ ਪਿਆ ਹੈ ਉਹਨਾਂ ਦੇ, ਉਹਨੂੰ ਹਟਾਇਆ ਹੀ ਨਹੀਂ ਹਜੇ ਤੱਕ। ਨਾ 100 ਸਾਲ ਤੋਂ ਬਾਅਦ ਵੀ ਉਹਨਾਂ ਦੀ ਰੈਗੂਲੇਸ਼ਨਸ ਦੇ ਵਿੱਚ ਪਿਆ ਸੀ। ਉਹ ਟੋਰਾਂਟੋ ਸਟਾਰ ਨੇ ਇੱਕ ਸਪੈਸ਼ਲ ਆਪਣਾ ਰਿਪੋਰਟਰ ਭੇਜਿਆ ਵੀ ਤੂੰ ਸਾਰਿਆਂ ਦੀ ਇਨਵੈਸਟੀਗੇਸ਼ਨ ਕਰ ਵੀ ਕਿਹੜੇ ਕਿਹੜੇ ਸਾਡੇ ਤੋਂ ਆਰਡ ਰੈਗੂਲੇਸ਼ਨ ਪਏ ਆ ਜੇ ਤੈਨੂੰ। ਹਾਂਜੀ। ਇਹ ਇੱਕ ਐਗਜ਼ਾਮਪਲ ਦਿੰਦੇ ਹੁੰਦੇ ਸੀ, ਕਈ ਐਗਜ਼ਾਮਪਲਾਂ ਦਿੱਤੀਆਂ ਉਹਨਾਂ ਨੇ ਕਿ ਬਹੁਤ ਸਾਰੇ ਜਿਹੜੇ ਰਿਡੰਡੈਂਟ ਹੋ ਚੁੱਕੇ ਆ। ਪਹਿਲੀ ਤਾਂ ਗੱਲ ਅੱਜ ਕੱਲ ਤੁਹਾਨੂੰ ਲੱਕੜੀ ਦਾ ਕੋਈ ਫੁੱਟਪਾਥ ਦਿਸਦਾ ਨਹੀਂ, ਪਰ ਉਹ ਰੈਗੂਲੇਸ਼ਨ ਅੱਜ ਵੀ ਉੱਥੇ। ਪਰ ਹੁਣ ਤਾਂ ਡਾਕਟਰ ਸਾਹਿਬ ਕਈ ਜਗ੍ਹਾ ਤੇ ਇਹੋ ਜਿਹੇ ਰੂਲਸ ਆ, ਕਈ ਆਫਿਸਿਸ ਦੇ ਵਿੱਚ ਤੁਹਾਨੂੰ ਹਾਈ ਹੀਲਸ ਪਾਉਣੇ ਪੈਂਦੇ ਆ। ਇਹ ਅੱਜ ਕੱਲ ਪਾਉਣੇ ਪੈਂਦੇ, ਫਿਰ ਅੱਜ ਕੱਲ ਬਾਈ ਲਾਜ਼ ਬਣਾ ਦੇਣੇ ਇਹ ਬਈ ਅੱਜ ਕੱਲ ਜਿਹੜੀ ਔਰਤ ਨੇ ਨਹੀਂ ਪਾਇਆ ਉਹ ਆਣੀ ਕੰਮ ਤੇ ਨਹੀਂ ਆ ਸਕਦੀ। ਹਾਂਜੀ। ਮਤਲਬ ਇਹ ਤੁਸੀਂ ਇਹ ਗੱਲ ਸਮਝੋ ਕਿ ਜਿਹੜੇ ਰੈਗੂਲੇਸ਼ਨਸ ਆ ਨਾ, ਜੇ ਰੈਗੂਲੇਸ਼ਨ ਇੱਕ ਤੁਸੀਂ ਨਵਾਂ ਲਿਆਉਨੇ ਆ, ਪੁਰਾਣਾ ਉਹਨੂੰ ਹਟਾ ਦਿਓ ਜਿਹੜਾ ਨਹੀਂ। ਨਾਲੇ ਡਾਕਟਰ ਸਾਹਿਬ ਜਿੱਦਾਂ ਹੁਣ ਸਮਾਂ ਬਦਲ ਰਿਹਾ ਉਹਦੇ ਹਿਸਾਬ ਦੇ ਨਾਲ ਵੀ ਦੇਖਣਾ ਚਾਹੀਦਾ ਵੀ ਜਿਹੜੇ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਨੂੰ ਹਟਾ ਦੇਣਾ ਚਾਹੀਦਾ। ਏਦਾਂ ਨਹੀਂ ਕਰਦੇ ਨਾ, ਇੱਕ ਰੈਗੂਲੇਸ਼ਨ ਤੇ ਦੂਜੇ ਤੇ ਤੀਜਾ। ਇਸੇ ਕਰਕੇ ਤਾਂ ਦੇਖਿਓ ਮੈਂ ਗੱਲ ਕੀਤੀ ਸੀ ਕਿ
ਅੱਜ ਤੋਂ 80 ਸਾਲ ਪਹਿਲਾਂ ਬਣੇ ਘਰ ਮਹਿਲਾਂ ਵਾਂਗੂ ਬਣਾਏ ਪਏ ਆ, ਕੋਈ ਉਹਦੇ ਕੋਈ ਕ੍ਰੈਕ ਨਹੀਂ ਆਉਂਦੀ, ਕੋਈ ਉਹ ਹਿੱਲਦੇ ਨਹੀਂ, ਇੰਨੇ ਸੋਲਿਡ ਬਣਾਏ ਹੋਏ ਆ। ਉਸ ਵੇਲੇ ਦੇ ਪਰਮਿਟ ਬੜੇ ਸਸਤੇ ਸੀ, ਬੜੇ ਸੌਖੇ ਮਿਲ ਜਾਂਦੇ ਸੀ, ਔਰ ਕੁਆਲਿਟੀ ਉਹਨਾਂ ਘਰਾਂ ਦੀ ਕਿੰਨੀ ਵਧੀਆ ਸੀ। ਹਾਂਜੀ, ਅੱਜ ਸਭ ਕੁਝ ਡਾਊਨ ਆ। ਮਤਲਬ ਇੱਕ ਸਟੱਡੀ ਤਾਂ ਸਿਵਿਕ ਲੈਵਲ ਤੇ ਹੋਣੀ ਚਾਹੀਦੀ ਹੈ ਕਿ ਅੱਜ ਕੀ ਹੋ ਗਿਆ ਸਾਡੇ ਕੋਲ। ਅੱਜ ਜਿਹੜਾ ਅਸੀਂ ਪਰਮਿਟ 3 ਦਿਨਾਂ 'ਚ ਦੇਂਦੇ ਸੀ, 2 ਸਾਲ ਲੱਗਣ ਡਏ। ਹਾਂਜੀ, ਕੀ ਗੱਲ ਹੋ ਗਈ? ਜਿਹੜੇ ਰੈਗੂਲੇਸ਼ਨ ਅਸੀਂ ਕਹਿੰਦੇ ਹੁਣ ਚੰਗੇ ਘਰ ਬਣਾਉਣ ਤੇ ਲਾਏ ਆ, ਇਹ ਪਹਿਲਾਂ ਨਾਲੋਂ ਵੀ ਮਾੜੇ ਆ। ਹਾਂਜੀ, ਕੋਈ ਨਾ ਕੋਈ ਤਾਂ ਗਲਤੀ ਹੋਈ ਆ, ਕਿਤੇ ਨਾ ਕਿਤੇ ਤਾਂ ਗਲਤੀ ਹੋਈ ਹੈ ਡਾਕਟਰ ਸਾਹਿਬ। ਰਿਵਿਊ ਤਾਂ ਹੋਣਾ ਚਾਹੀਦਾ ਹੀ ਹੈ। ਅੱਛਾ, ਫਿਰ ਦੇਖੋ ਇੱਥੇ ਸਾਡੇ ਸਿਵਿਕ ਪੋਲਿਟਿਕਸ ਦੇ ਵਿੱਚ ਤੁਸੀਂ ਹਸਪਤਾਲ ਜਾਂਦੇ ਆ, ਹਸਪਤਾਲ ਤੁਸੀਂ ਘੁੰਮਣ ਤਾਂ ਨਹੀਂ ਜਾਂਦੇ। ਤੁਸੀਂ ਕੋਈ ਬੰਦਾ ਸੁਣਿਆ ਵੀ ਮੈਂ ਹਸਪਤਾਲ ਜਾ, ਮੇਰੇ ਤੋਂ 5 ਘੰਟੇ ਸੀ, ਮੈਂ ਕਿਹਾ ਅੱਜ ਧੁੱਪ ਚੰਗੀ ਹੈ, ਚਲੋ ਹਸਪਤਾਲ ਹੀ ਜਾਏ ਉਹਨੇ। ਦੇਖੋ ਡਾਕਟਰ ਸਾਹਿਬ, ਹਸਪਤਾਲ ਤਾਂ ਕੋਈ ਨਹੀਂ ਜਾਣਾ ਚਾਹੁੰਦਾ, ਤੁਹਾਨੂੰ ਜਾਣਾ ਪੈਂਦਾ ਜਦੋਂ ਤੁਸੀਂ ਤਕਲੀਫ 'ਚ ਹੁੰਦੇ ਹੋ, ਮਜਬੂਰੀ 'ਚ ਹੁੰਦੇ ਹੋ। ਤੇ ਉੱਥੇ ਜਾ ਕੇ ਪਹਿਲਾਂ ਪਾਰਕਿੰਗ ਲੱਭਣੀ ਪੈਂਦੀ ਹੈ। ਹਾਂਜੀ, ਫਿਰ ਪਾਰਕਿੰਗ ਮੀਟਰ ਲੱਭਣੇ ਪੈਂਦੇ ਆ। ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਕਈ ਵਾਰੀ ਤੇ ਡਾਕਟਰ ਸਾਹਿਬ। ਉਧਰੋਂ ਮੀਂਹ ਪੈਣ ਲੱਗਾ ਹੁੰਦਾ, ਉਧਰੋਂ ਬੰਦਾ ਪਾਰਕਿੰਗ ਮੀਟਰ ਲੱਭਦਾ ਫਿਰਦਾ ਹੁੰਦਾ। ਹਾਂਜੀ, ਅੱਛਾ, ਜਿਹੜੇ ਬੰਦੇ ਨੇ ਹਸਪਤਾਲ ਜਾਣਾ ਆ ਉਹਨਾਂ ਨੂੰ ਤਾਂ ਮਾਫ ਕਰ ਦਿਓ। ਆਪਣੇ ਪੰਜਾਬੀ 'ਚ ਕਹਿੰਦੇ ਹੁੰਦੇ ਆ ਵੀ 9 ਘਰ ਤਾਂ ਡੈਣ ਵੀ ਛੱਡ ਦਿੰਦੀ ਆ। ਹਾਂਜੀ, ਇਹ ਡੈਣਾ ਹੀ ਬਣ ਜਾਣ। ਜੇ ਮੇਅਰ ਬਣਨਾ ਆ, ਡੈਣਾ ਬਣ ਕੇ ਮੇਅਰ ਬਣ ਜਾਓ। ਤੁਸੀਂ 9 ਘਰ ਤਾਂ ਛੱਡ, ਇੱਕ ਹੀ ਤਾਂ ਸਾਡੇ ਹਸਪਤਾਲ ਆ ਇੱਥੇ। ਹੋਰ ਸਰੀ ਚਲੋ ਵੈਨਕੂਵਰ ਵਾਲੇ ਤਾਂ 5 ਹਸਪਤਾਲ ਆ ਨਾ। ਹਾਂਜੀ, ਉਹਨਾਂ ਦੇ ਜ਼ਿਆਦਾ ਕਾਰਾਂ ਪਈਆਂ ਹੋਣੀਆਂ। ਸਰੀ ਦੇ ਵਿੱਚ ਤਾਂ ਸਿਰਫ ਇੱਕ ਹਸਪਤਾਲ ਹੀ ਆ। ਹਾਂਜੀ, ਉਹਨੂੰ ਤਾਂ ਐਗਜ਼ੈਂਪਸ਼ਨ ਦੇ ਦਿਓ ਵੀ ਲੋਕੀ ਦੁਖੀ ਹੋ ਕੇ ਉੱਥੇ ਜਾਂਦੇ ਆ, ਉਹਨਾਂ ਦੇ ਕੋਲੋਂ ਪਾਰਕਿੰਗ ਦੇ ਪੈਸੇ ਨਾ ਲਿਓ। ਹਾਂਜੀ, ਤਾਂ ਕਿ ਉਹ ਆਪਣੇ ਜਾ ਕੇ ਕਿਸੇ ਜੋ ਵੀ ਮੈਡੀਕਲੀ ਨੈਸੈਸਰੀ ਕੰਮ ਕਰਾਉਣ ਗਏ ਆ ਜਾਂ ਕਿਸੇ ਨੂੰ ਮਿਲਣ ਗਏ ਆ, ਉਹ ਕੰਮ ਕਰ ਸਕਣ। ਕਈ ਬਹੁਤੀ ਵਾਰ ਤੁਸੀਂ ਉੱਥੇ ਜਾਂਦੇ ਆ, ਕੋਈ ਆਪਣਾ ਐਕਸ-ਰੇ ਕਰਾਉਣ ਗਿਆ, ਕੋਈ ਆਪਣਾ ਸਕੈਨਿੰਗ ਕਰਾਉਣ ਗਿਆ ਆ, ਉਹਨਾਂ ਨੂੰ ਆਪਣੀ ਸਭ ਤੋਂ ਪਹਿਲਾਂ ਤਾਂ ਨੱਠ ਤੇ ਭੱਜਦੇ ਆ ਵੀ ਪੈਸੇ ਦੇਣੇ ਆ ਅਸੀਂ ਪਾਰਕਿੰਗ ਮੀਟਰ ਦੇ। ਹਾਂਜੀ, ਇਹ ਇੱਕ ਐਗਜ਼ਾਮਪਲ ਆ। ਅਦਰਵਾਈਜ਼ ਤੁਸੀਂ ਦੇਖਿਓ ਬਾਈ ਲਾਅ ਆਫਿਸਰ ਇੰਨੇ ਬਣੇ ਆ ਨਾ। ਇੱਕ ਜ਼ਮਾਨਾ ਹੁੰਦਾ ਸੀ ਬਾਈ ਲਾਅ ਆਫਿਸਰ ਹੁੰਦੇ ਹੀ ਨਹੀਂ ਸੀ। ਸਿਰਫ ਤੇ ਸਿਰਫ ਇਹ ਦੇਖਦੇ ਹੁੰਦੇ ਸੀ ਵੀ ਕੰਸਟਰਕਸ਼ਨ ਹੋ ਰਹੀ, ਉਹ 'ਚ ਵੀ ਬਾਈ ਲਾਅ ਹੁੰਦੇ ਸੀ ਬਹੁਤ ਖਾਸ ਜਗ੍ਹਾ ਤੇ। ਅੱਜ ਕੱਲ ਬਾਈ ਲਾਅ ਆਫਿਸਰ ਹਰ ਜਗ੍ਹਾ ਤੇ ਤੁਰੇ ਫਿਰਦੇ। ਜੇ ਤੁਸੀਂ ਮੂੰਹ ਚੱਕ ਕੇ ਤਾਂ ਨੂੰ ਖੜੇ ਹੋ, ਬਾਈ ਲਾਅ ਵਾਲੇ ਪੁੱਛਣ ਵਾਲੇ ਕਿੰਨੇ ਤਾਰੇ ਗਿਣੇ ਸੀ ਉਹਦੇ, ਤੈਨੂੰ ਉਹਦੇ ਫਾਈਨ ਵੀ ਲਾਉਣਾ ਅਸੀਂ। ਮਤਲਬ ਫਾਈਨ ਇਸ਼ੂ ਕਰਦੇ ਰਹਿੰਦੇ, ਹਰ ਇੱਕ ਗੱਲ ਤੇ ਫਾਈਨ ਇਸ਼ੂ, ਹਰ ਇੱਕ ਗੱਲ ਤੇ। ਜਿੱਦਾਂ ਪੁਲਿਸ ਦੀ ਕ੍ਰਿਟਿਸਿਜ਼ਮ ਇਸ ਕਰਕੇ ਹੁੰਦੀ ਹੈ ਕਿ ਜੇ ਤਾਂ ਕੋਈ ਗੰਭੀਰ ਇਹਨਾਂ ਨੂੰ ਕੋਈ ਗੰਭੀਰ ਮਸਲਾ ਤੁਸੀਂ ਸੱਦੋ, ਇਹਨਾਂ ਨੇ ਆਉਣਾ ਨਹੀਂ। ਉੱਥੇ ਪਰੇ ਖੜੇ ਤਾਂ ਟਿਕਟਾਂ ਦੇਣ ਲੱਗੇ ਹੁੰਦੇ ਆ, ਕਿਉਂਕਿ ਮਿਊਨਿਸਪੈਲਿਟੀ ਨੇ ਇਹਨਾਂ ਨੂੰ ਜ਼ੋਰ ਲਾਇਆ ਆ ਵੀ ਤੁਸੀਂ ਸਾਡਾ ਰੈਵਨਿਊ ਵਧਾਓ। ਹਾਂਜੀ, ਰੈਵਨਿਊ ਵਧਾਉਣ ਲਈ ਆ ਪੁਲਿਸ ਤੁਹਾਡੇ ਇਹ ਵੀ ਮੇਅਰ ਨੂੰ, ਹਰ ਇੱਕ ਮੇਅਰ ਦੇ ਕੈਂਡੀਡੇਟ ਨੂੰ ਸਾਫ਼ ਕਰਨਾ ਪੈਣਾ ਕਿ ਪੁਲਿਸ ਤੁਸੀਂ ਸੇਫਟੀ ਲਈ ਵਰਤਣੀ ਹੈ ਕਿ ਆਪਣਾ ਰੈਵਨਿਊ ਬਣਾਉਣ ਲਈ ਵਰਤਣੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਇਹ ਸਵਾਲ ਹੈ ਜੀ। ਤੁਸੀਂ ਉੱਠ ਕੇ ਅਕਾਊਂਟੇਬਲ ਬਣ ਜਾਣਾ ਜੀ, ਅਸੀਂ ਟਰਾਂਸਪੇਰੈਂਸੀ ਲੈਣੀ, ਕਾਹਦੀ ਲੈ ਆਉਣੀ? ਜੇ ਇਹਨਾਂ ਇਸ਼ੂਜ਼ ਦੇ ਨਾਲ ਤੁਸੀਂ ਡੀਲ ਨਹੀਂ ਕਰਦੇ, ਇਹ ਹਰ ਇੱਕ 70% ਤਕਰੀਬਨ ਸਰਵਿਸਿਜ਼ ਜਿਹੜੀਆਂ ਆ ਉਹ ਸਿਟੀ ਵਾਲੇ ਪ੍ਰੋਵਾਈਡ ਕਰਦੇ। ਹਾਂਜੀ, ਬਾਕੀ ਦੀਆਂ 2 ਲੈਵਲ ਦੀਆਂ ਸਰਕਾਰਾਂ ਉਹ ਵੱਡੀਆਂ ਸਰਵਿਸਿਜ਼ ਆ ਜਿਹੜੀਆਂ ਪ੍ਰੋਵਾਈਡ ਕਰਦੀਆਂ। ਹੁਣ ਬਹੁਤੀ ਵਾਰੀ ਤੁਸੀਂ ਸਰੀ 'ਚ ਦੇਖਦੇ ਆ ਇਹਨਾਂ ਦੇ ਕੋਲੋਂ ਤਾਂ ਸਨੋ ਨਹੀਂ ਰਿਮੂਵ ਹੁੰਦੀ। ਹਾਂਜੀ ਡਾਕਟਰ ਸਾਹਿਬ, ਜਦੋਂ ਵੀ ਸਨੋ ਪੈਂਦੀ ਹੈ ਇੰਨਾ ਮਾੜਾ ਹਾਲ ਹੁੰਦਾ ਨਾ ਇੱਥੇ, ਬਹੁਤ ਜ਼ਿਆਦਾ। ਉਹਦਾ ਵੀ ਕਾਰਨ ਤਾਂ ਕੋਈ ਹੋਣਾ ਚਾਹੀਦਾ ਨਾ। ਹਾਂਜੀ, ਡੈਲਟਾ ਵਾਲੇ ਰਿਮੂਵ ਕਰ ਦਿੰਦੇ ਆ। ਡੈਲਟਾ ਵਾਲੇ ਕਿਹੜੇ ਸਵੀਡਨ 'ਚ ਬੈਠੇ ਜੀ, ਉਹ ਵੀ ਸਾਡੇ ਦੇਸ਼ ਦਾ ਹਿੱਸਾ ਹੈ, ਸਾਡੀ ਸੂਬੇ ਦਾ ਹਿੱਸਾ ਹੈ। ਹਾਂਜੀ, ਜੇ ਉਹ ਰਿਮੂਵ ਕਰਕੇ ਉਹਨਾਂ ਨੇ ਬਾਅਦ ਦੇ ਵਿੱਚ ਲੂਣ ਛਿੜਕਿਆ ਹੁੰਦਾ ਵੀ ਲੋਕੀ ਆਉਣ ਜਾਣ ਜੀ, ਤੇ ਸਾਡੇ ਇੱਥੇ ਮੇਜਰ ਸਟਰੀਟ ਜਿਹੜੀਆਂ ਮੇਨ ਸਟਰੀਟਸ ਆ ਜੀ, ਉਹਨਾਂ ਤੇ ਫੁੱਟ ਸਨੋ ਪਈ ਹੁੰਦੀ ਹੈ। ਡਾਕਟਰ ਸਾਹਿਬ, ਉਹ ਤਾਂ ਜਦੋਂ ਮੀਂਹ ਪੈ ਜਾਂਦਾ ਉਦੋਂ ਹੀ ਕਲੀਅਰ ਹੁੰਦੀ ਹੈ, ਵੈਸੇ ਸਿਟੀ ਵਾਲੇ ਨਹੀਂ ਕੁਛ ਕਰਦੇ। ਤੇ ਹੁਣ ਦੇਖੋ 64 ਸਾਲਾਂ ਬਾਅਦ ਇਲੈਕਸ਼ਨ ਆਈ ਹੈ ਤੇ ਸਰੀ ਦੇ ਵਿਭਾਗ ਜਾਗ ਪਏ ਆ ਕਿ ਬਹੁਤ ਸਾਰੀਆਂ ਸੜਕਾਂ ਤੇ ਲੱਗੇ ਹੁਣ ਖੱਬੇ ਸੱਜੇ ਜਾਓ ਕੰਸਟਰਕਸ਼ਨ ਹੋ ਰਹੀ ਹੈ ਹਰ ਜਗ੍ਹਾ ਤੇ। ਡਾਕਟਰ ਸਾਹਿਬ, ਕੰਸਟਰਕਸ਼ਨ ਦਾ ਕੰਮ ਚੱਲ ਰਿਹਾ। ਮੈਨੂੰ ਇੱਕ ਕੋਈ ਪੱਤਰਕਾਰ ਪੁੱਛਦਾ ਕਹਿੰਦਾ ਕਿ ਯਾਰ ਇਹ 4 ਸਾਲ ਲਈ ਜ਼ਿਆਦਾ ਨਹੀਂ ਮਤਲਬ ਟਰਮ ਦਿੱਤੀ ਹੋਈ ਇਹਨਾਂ ਨੂੰ, ਕਿਉਂਕਿ US ਦੇ ਵਿੱਚ ਕਾਂਗਰਸਮੈਨ 2 ਸਾਲ ਸਰਵ ਕਰਦਾ। ਹਾਂਜੀ,
ਕਾਂਗਰਸ ਦੇ ਮੈਂਬਰ ਆਫ ਪਾਰਲੀਮੈਂਟ ਸਿਰਫ 2 ਸਾਲ ਲਈ ਸਰਵ ਕਰਦਾ ਜੀ। ਸਾਡੇ ਸਿਟੀ ਦੇ ਵਿੱਚ ਪਹਿਲਾਂ 2 ਸਾਲ ਹੁੰਦੇ ਸੀ, ਪਹਿਲਾਂ ਸਾਲ ਬਾਅਦ ਹੀ ਹੁੰਦੇ ਸੀ, ਫਿਰ ਉਸ ਤੋਂ ਬਾਅਦ 2 ਸਾਲ ਕੀਤੇ, ਫਿਰ 4 ਸਾਲ ਕਰਤੇ ਇਹਨਾਂ ਨੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਹੋਰ ਤਾਂ ਹੋਰ, ਜੇ ਮੈਂ ਇਸ ਹੱਕ 'ਚ ਆ ਵੀ ਸਾਲ ਬਾਅਦ ਹੋਣੀ ਚਾਹੀਦੀ ਹੈ, ਹੋਰ ਨਹੀਂ ਕਮ ਸੇ ਕਮ ਸੜਕਾਂ ਹੀ ਬਣਦੀਆਂ ਰਹਿਣਗੀਆਂ। ਹਾਂਜੀ, ਹੋਰ ਤਾਂ ਕੁਝ ਨਹੀਂ ਹੈ। ਇਹ 4 ਸਾਲਾਂ ਬਾਅਦ ਤਾਂ ਟੁੱਟ ਜਾਂਦੀਆਂ ਹੈ। ਹਾਂਜੀ, ਕਿਉਂਕਿ ਇੱਥੇ ਐਕਸਟ੍ਰੀਮ ਟੈਂਪਰੇਚਰ ਹੈ, ਬਹੁਤ ਠੰਡ ਹੁੰਦੀ ਹੈ, ਬਹੁਤ ਗਰਮੀ ਹੁੰਦੀ ਹੈ, ਫਿਰ ਕਿੰਨੇ ਇੱਥੇ ਟਰਾਂਸਪੋਰਟ ਕਿੰਨੀ ਆ, ਉਹਦਾ ਕਰਕੇ ਸੜਕਾਂ ਟੁੱਟ ਜਾਂਦੀਆਂ। ਸੋ ਸੜਕਾਂ ਦੀ ਵੀ ਇੱਕ ਵਨ ਆਫ ਦੀ ਇਸ਼ੂਜ਼ ਹੈ। ਸਿਟੀ ਆਫ ਸਰੀ ਦੇ ਵਿੱਚ ਬਹੁਤ ਸਾਰੀਆਂ ਇਸ਼ੂਜ਼ ਹੈ ਜਿਹੜੀਆਂ ਕਿ ਹੁਣ ਮੇਰਾ ਖਿਆਲ ਜਦੋਂ ਅਸਲੀ ਕੈਂਪੇਨ ਤੁਰਿਆ ਜੀ, ਜਿਹੜਾ ਕਿ ਤੁਸੀਂ ਕਹਿ ਸਕਦੇ ਸਤੰਬਰ ਦੇ ਪਹਿਲੇ ਹਫ਼ਤੇ 'ਚ ਜਦੋਂ ਲੇਬਰ ਡੇ ਵੀਕਐਂਡ ਆ, ਉਦੋਂ ਬਾਅਦ ਸ਼ੁਰੂ ਹੁੰਦਾ ਐਕਚੁਅਲੀ, ਉਦੋਂ ਲੋਕੀ ਧਿਆਨ ਦੇਣਾ ਸ਼ੁਰੂ ਕਰਦੇ ਆ। ਇਸ ਵੇਲੇ ਤਾਂ ਲੋਕਾਂ ਦਾ ਧਿਆਨ ਆ ਕਿ ਬੱਚੇ ਘਰ ਬੈਠੇ ਸਾਰਿਆਂ ਦੇ, ਹਾਂਜੀ, ਉਹਨਾਂ ਨੂੰ ਅਸੀਂ ਕਿੱਥੇ ਲੈ ਕੇ ਜਾਣਾ ਜੀ, ਵਕੇਸ਼ਨ ਲੈ ਕੇ ਜਾਣਾ। ਯੈਸ, ਆਪ ਵਕੇਸ਼ਨ ਤੇ ਆ, ਲੋਕੀ ਬਿਜ਼ੀ ਆ, ਕੋਈ ਨਹੀਂ ਅਖਬਾਰ ਪੜ੍ਹਦਾ, ਕੋਈ ਨਹੀਂ ਧਿਆਨ ਦਿੰਦਾ। ਸੋ ਜਿਹੜੇ ਲੋਕਾਂ ਨੇ ਧਿਆਨ ਦੇਣਾ ਆ ਉਹਨਾਂ ਨੇ ਸਤੰਬਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ। ਹਾਂਜੀ, ਐਕਚੁਅਲੀ ਜਿਹੜੇ ਲੋਕਾਂ ਨੇ ਵੋਟ ਪਾਉਣੀ ਆ ਉਹ ਪਿਛਲੇ 2 ਹਫ਼ਤਿਆਂ ਦੇ ਵਿੱਚ ਤਕਰੀਬਨ ਅਕਤੂਬਰ 1 ਤੋਂ ਲੈ ਕੇ 15 ਤੱਕ ਦੇਣਾ। ਹਾਂਜੀ, ਪਹਿਲਾਂ ਕੀ ਹੁੰਦਾ ਉਹਨਾਂ ਨੂੰ ਪਤਾ। ਅੱਛਾ, ਬਹੁਤੇ ਬੰਦੇ ਦੇਖੋ 1/3 ਸਿਰਫ ਵੋਟ ਪਾਉਣ ਦੇ। ਹਾਂਜੀ, ਪ੍ਰੋਵਿੰਸ਼ਲੀ ਸਾਡੇ ਐਤਕੀ ਤਾਂ ਬਿਲਕੁਲ ਹੀ ਘੱਟ ਸੀ, 44% ਲੋਕੀ ਵੋਟ ਪਾਉਣ ਆਏ ਸੀ, ਪਰ ਹੁਣ ਮਤਲਬ ਸੂਬੇ ਦੇ ਪੱਧਰ ਤੇ ਵੀ ਇਹ ਬੁਰਾ ਹਾਲ ਹੋਈ ਜਾਂਦਾ। ਹਾਂਜੀ, ਜਿਹੜਾ ਪਹਿਲਾਂ ਸਿਰਫ ਮਿਊਨਿਸਪੈਲਿਟੀ ਦੇ ਹੁੰਦਾ ਸੀ, ਇੱਥੇ 33 ਜਾਂ 34%, ਮਤਲਬ ਤਿੰਨਾਂ ਦੇ ਵਿੱਚੋਂ ਇੱਕ ਬੰਦਾ ਵੋਟ ਪਾਉਣ ਆਉਂਦਾ, 2 ਘਰ ਬੈਠੇ। ਹਾਂਜੀ ਡਾਕਟਰ ਸਾਹਿਬ, ਲੋਕਾਂ ਦਾ ਜਿਹੜਾ ਯਕੀਨ ਆ ਨਾ ਬਿਲਕੁਲ ਟੁੱਟ ਚੁੱਕਿਆ, ਉਹ ਥੱਕ ਚੁੱਕਿਆ, ਕਿਉਂਕਿ ਸਿਰਫ ਕੈਂਡੀਡੇਟਸ ਵਗੈਰਾ ਚੇਂਜ ਹੁੰਦੇ ਰਹਿੰਦੇ ਆ ਪਰ ਬਾਕੀ ਹਾਲਾਤ ਸਾਰੇ ਉਹੀ ਰਹਿੰਦੇ ਆ। ਮਿਊਨਿਸਪੈਲਿਟੀ ਤੇ ਜਿਹੜਾ ਦਬਾਅ ਆ ਉਹ ਹੈਗੇ ਡਿਵੈਲਪਰਸ ਦਾ ਜੀ, ਜਿਨ੍ਹਾਂ ਨੇ ਘਰ ਬਣਾਉਣੇ, ਜਿਨ੍ਹਾਂ ਨੇ ਪਹਿਲਾਂ ਹੀ ਜ਼ਮੀਨਾਂ ਲੈ ਕੇ ਰੱਖੀਆਂ ਆ, ਤਾਂ ਉਹਨਾਂ ਨੇ ਆਪਣੀ ਸਲੇਟ ਦਬਾਉਣੀ ਆ ਵੀ ਸਾਡੀਆਂ ਜ਼ਮੀਨਾਂ ਦੇ ਵਿੱਚ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਬਣਾ ਦੇਣ, ਇਹਨਾਂ ਦੀ ਜ਼ੋਨਿੰਗ ਚੇਂਜ ਕਰ ਦੇਣ ਤਾਂ ਕਿ ਸਾਨੂੰ ਪਰਮਿਟ ਮਿਲ ਜਾਣ ਪੈਸੇ ਬਣਾਉਣ ਲਈ। ਹਾਂਜੀ, ਇਸ ਸ਼ਰੇਆਮ ਮਤਲਬ ਇਸ ਲੈਵਲ ਤੇ ਚੱਲਦੀ ਪੋਲਿਟਿਕਸ। ਇੱਥੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਵੀ ਸਕੂਲ ਹੋਣ, ਕੁਝ ਹੋਰ ਹੋਵੇ। ਇਹ ਜਿਹੜੇ ਡਿਵੈਲਪਰ ਆ ਇਹਨਾਂ ਨੂੰ ਤਾਂ ਇਹ ਆ ਵੀ ਸਕੂਲ ਢਾਹ ਕੇ ਵੀ ਉੱਥੇ ਕੰਡੋਮੀਨੀਅਮ ਬਣਾ ਦਿਓ, ਆਪਣੇ ਨਿੱਜੀ ਹਿੱਤਾਂ ਵੱਲ ਧਿਆਨ ਦਿੰਦੇ ਆ। ਇਹਨਾਂ ਨੂੰ ਪਤਾ ਵੀ ਅਸੀਂ ਜਿਹੜੇ ਆਰਕੀਟੈਕਟ ਤੇ ਡਿਜ਼ਾਈਨਰ ਤਾਂ ਬਾਹਰੋਂ ਮੰਗਾ ਲਵਾਂਗੇ, ਬੱਚਿਆਂ ਨੂੰ ਪੜ੍ਹਾਉਣ ਦਾ ਕੀ ਫਾਇਦਾ ਹੈ। ਇੱਥੇ ਤਾਂ ਜਾ ਚੁੱਕੇ ਇਹ ਬੰਦੇ। ਹਾਂਜੀ, ਜਿਹੜੇ ਡਿਵੈਲਪਰਸ ਆ ਇਹਨਾਂ ਨੂੰ ਤਾਂ ਸਿਰਫ ਦੀ ਜੇ ਸਟੈਨਲੀ ਪਾਰਕ ਨੂੰ ਉਹਨਾਂ ਨੂੰ ਦੱਸਦੀ ਆ ਵੀ ਇੱਥੇ 1000 ਏਕੜ ਦੇ ਵਿੱਚ ਕਿੰਨੇ ਕੰਡੋਮੀਨੀਅਮ ਬਣਾ ਸਕਦੇ ਆ। ਪਾਰਕਸ ਨੂੰ ਤਬਾਹ ਕਰਕੇ ਉਹਨਾਂ ਦੇ ਵੀ ਕੰਡੋਮੀਨੀਅਮਸ, ਉਹਨਾਂ ਦੇ ਟਾਊਨ ਹਾਊਸ ਬਣਾਉਣ ਦੀ ਤਿਆਰੀ ਆ। ਸਾਡੇ ਲਾਗੇ ਬਿਲਕੁਲ 4 ਘਰ ਉੱਥੇ ਬਣਨੇ ਸੀ, ਉਸ ਜਗ੍ਹਾ ਤੇ ਕਾਫੀ ਪ੍ਰਾਪਰਟੀ ਸੀ। ਪਹਿਲਾਂ 4 ਘਰ ਅਪਰੂਵ ਹੋਏ, ਉਸ ਤੋਂ ਬਾਅਦ ਮੇਅਰ ਡਗ ਮਕੈਲਮ ਹੋਣੀ ਆ ਗਏ, ਇਹਨਾਂ ਨੇ ਪਤਾ ਨਹੀਂ ਕੀ ਲਿਆ ਦਿੱਤਾ ਹੈ। ਉਦੋਂ ਬਾਅਦ 60 ਉੱਥੇ ਟਾਊਨ ਹਾਊਸ ਬਣਾਉਣ ਲਈ ਬਣ ਗਏ, 4 ਦੇ ਬਦਲੇ 60 ਬਣਨੇ ਹੋਣ। ਓ ਮਾਈ ਗॉड ਡਾਕਟਰ ਸਾਹਿਬ, ਇੰਨੀ ਜ਼ਿਆਦਾ ਗਿਣਤੀ ਵੱਧ ਗਈ। ਤੁਸੀਂ ਯਕੀਨ ਨਹੀਂ ਜਾਣਦੇ ਕਿ ਮਲੇਰਕੋਟਲੇ ਨਹੀਂ ਇੰਨੀ ਰਿਸ਼ਵਤ ਚੱਲਦੀ ਹੋਣੀ ਜਿੰਨੀ ਸਰੀ ਚੱਲਦੀ ਹੈ। ਹਾਂਜੀ, ਇੱਥੇ ਇਹ ਹਾਲਤ ਹੋਈ ਹੈ। ਟਰਾਂਸਪੇਰੈਂਸੀ ਲਿਆਉਣੀ ਹੈ ਤੇ ਇੱਥੇ ਕਿਹਦੀ ਲਿਆਉਣੀ ਹੈ? ਇਹ ਨਹੀਂ ਹੋਣੀ ਚਾਹੀਦਾ ਵੀ ਇੱਕ ਲੁਟੇਰਾ ਬਦਲ ਜਾਵੇ ਤਾਂ ਦੂਜਾ ਆ ਜਾਵੇ। ਹਾਂਜੀ, ਉਹਨਾਂ ਦੇ ਨਾਲ ਇਹ ਬੰਦੇ ਨਹੀਂ ਆ। ਤੁਸੀਂ ਹਰ ਇੱਕ ਦੇ ਨਾਲ ਹੀ ਦੇਖੋਗੇ ਕਿ ਉਹਨਾਂ ਦੀ ਟੀਮ ਬਣੀ ਹੈ ਨਾ, ਤੇ ਟੀਮ ਦੇ ਵਿੱਚ ਕੁਝ ਤਾਂ ਹੈਗੇ ਆ ਜਿਹੜੇ ਬੰਦੇ ਸਿੰਸੀਅਰ ਹੈ। ਹਾਂਜੀ, ਜਿਹੜੇ ਉਹਨਾਂ ਦੇ ਨਾਲ ਜੁੜੇ ਆ, ਉਹ ਚਾਹੁੰਦੇ ਹੁੰਦੇ ਵੀ ਆਪਣਾ ਸਾਡਾ ਬੰਦਾ ਜਿੱਤ ਜਾਵੇ। ਹਾਂਜੀ, ਕਈਆਂ ਨੂੰ ਤਾਂ ਇਹ ਹੁੰਦਾ ਵੀ ਅਸੀਂ ਜਾਵਾਂਗੇ ਤਾਂ ਉੱਥੇ ਬੈਠਾਂਗੇ, ਕੋਈ ਗੱਲ ਨਹੀਂ, ਉਹਨਾਂ ਨੂੰ ਹੋਰ ਕੋਈ ਜਾਂ ਕਿਤੇ ਇੰਡੀਆ ਨੂੰ ਲੈ ਕੇ ਜਾਵਾਂਗੇ ਜੀ, ਉਹਨਾਂ ਨੂੰ ਨਾਲ ਲੈ ਕੇ ਤੁਰੇ। ਬਾਕੀ ਬੰਦੇ ਹੈਗੇ ਆ ਉਹਨਾਂ ਦੀ ਹੈਗੀ ਆ ਮੁਰਗਾ ਖਾਣ ਦੀ ਤੇ ਦਾਰੂ ਪੀਣ ਦੇ ਆਹੀ 2 ਮਹੀਨੇ ਰਹਿ ਗਏ। ਹਾਂਜੀ, ਤੇ ਉਹਨਾਂ ਨੇ ਹਰ ਇੱਕ ਸਲੇਟ ਦੇ ਕੋਲ ਜਾਣਾ, ਜਿੱਦਣ ਜਿੱਤਣਾ ਵੀ ਆ ਉਦਣ ਵੀ ਉਹਨਾਂ ਨੇ ਸਾਰੇ ਕੰਨਾਂ ਨੂੰ ਲਾਏ ਹੁੰਦੇ ਵੀ ਕਿਹੜਾ ਬੰਦਾ ਜਿੱਤਦਾ ਹੈ। ਜਿਹੜਾ ਬੰਦਾ ਜਿੱਤਦਾ ਨਾ 9 ਵਜੇ ਤੋਂ ਬਾਅਦ ਤੁਸੀਂ ਦੇਖਿਓ ਕਾਰਾਂ ਲੈ ਕੇ ਨੱਠਦੇ। ਹਾਂਜੀ ਡਾਕਟਰ ਸਾਹਿਬ, ਉਸੇ ਵਕਤ ਦੌੜ ਜਾਂਦੇ ਆ। ਜੇ ਕਿਸੇ ਨੇ ਵੀਡੀਓ ਬਣਾਉਣੀ ਹੈ ਨਾ ਮਜ਼ੇ ਵਾਲੀ, ਹਾਂਜੀ, ਤਾਂ ਕਈ ਵਾਰੀ ਲੋਕਾਂ ਦੇ ਮਨ ਦੇ ਵਿੱਚ ਸ਼ੱਕ ਹੁੰਦੀ ਨਾ ਵੀ ਇਸ ਬੰਦੇ ਨੇ ਜਿੱਤ ਜਾਣਾ ਜਾਂ
ਉਸ ਬੰਦੇ ਦੇ ਜ਼ਿਆਦਾ ਬੰਦੇ ਹੁੰਦੇ ਆ ਗਏ। ਹਾਂਜੀ, ਜੇ ਉਹ ਹਰ ਜਵੇ 9 ਵਜੇ ਤੋਂ ਬਾਅਦ ਲੱਗਦਾ ਹਰ ਜਾਣਾ ਨਾ, ਫਿਰ ਉਹ ਕਾਰਾਂ ਚੱਕ ਕੇ ਜਿਉਂ ਨੱਠਦੇ ਆ, ਪਹਿਲਾਂ ਹੀ ਖਿਸਕਣਾ ਸ਼ੁਰੂ ਹੋ ਜਾਂਦੇ ਆ। ਮਾਘੀ ਦਾ ਮੇਲਾ ਨਹੀਂ ਮੁਕਤਸਰ ਦੇ ਵਿੱਚ, ਹਾਂਜੀ, ਏਦਾਂ ਜੋ ਛਿੜਦਾ ਮੇਲਾ ਤਾਂ ਲੋਕੀ ਗੱਡੇ ਲੈ ਕੇ ਨੱਠਦੇ। ਹਾਂਜੀ, ਏਦਾਂ ਇੱਥੇ ਸਰੀ ਦੇ ਵਿੱਚ ਕਾਰਾਂ ਲੈ ਕੇ ਨੱਠਦੇ। ਹਾਂਜੀ, ਉਹ ਸਟੈਂਡ ਨਹੀਂ ਆਪਣਾ ਰੱਖਦੇ ਹੈਗੇ ਇੱਕ, ਫਿਰ ਉਹ ਨਹੀਂ ਸਟੈਂਡ ਉਹਨਾਂ ਦਾ ਕੋਈ ਨਹੀਂ, ਉਹ ਤਾਂ ਮੁਰਗੇ ਖਾਣ ਵਾਲੇ ਆ। ਤਾਂ ਉਹਨਾਂ ਨੂੰ ਹੁੰਦਾ ਵੀ ਮੈਂ ਕਿਸੇ ਦੀ ਬੇਸਮੈਂਟ ਦੀ ਪਰਮਿਟ ਲੈਣੀ ਆ, 2 ਘਰਾਂ ਦੀ ਪਰਮਿਟ ਲੈਣੀ ਆ, ਛੋਟੇ ਛੋਟੇ ਕੰਮ। ਕਈਆਂ ਨੂੰ ਤਾਂ ਵੱਡੇ ਵੱਡੇ ਕੰਮ ਆ ਜਿਹੜੇ ਮਗਰਮੱਛ ਲੱਗੇ ਨਾ, ਵੱਡੇ ਵੱਡੇ, ਜਿਨ੍ਹਾਂ ਨੇ ਸੋਚਿਆ ਵੀ ਉੱਥੇ 30 ਏਕੜ ਲੈਣੇ, ਉਹ ਡਿਵੈਲਪ ਕਰਾਉਣੇ ਆ, ਇੱਥੇ 20 ਏਕੜ ਲੈਣੇ, ਇੱਥੇ ਆਹ ਕਰਾਉਣਾ, ਇੱਥੇ ਪਲਾਜ਼ਾ ਬਣਾਉਣਾ। ਇਹ ਤਾਂ ਹੈਗੇ ਵੱਡੇ ਵੱਡੇ ਮਗਰਮੱਛ। ਹਾਂਜੀ, ਤੇ ਕਈ ਹੈਗੇ ਆ ਸਿਰਫ ਮੁਰਗਾ ਖਾਣ ਵਾਲੇ ਜੀ, ਇਹ ਨੱਠਦੇ ਆ। ਹਾਂਜੀ, ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ KRPA 1110 AM। ਡਾਕਟਰ ਸਾਹਿਬ, ਹੁਣ ਗੱਲ ਕਰਦੇ ਆਪਾਂ ਫੋਰਨ ਟ੍ਰੇਡ ਡਾਕਟਰਸ ਦੀ, ਜਿਨ੍ਹਾਂ ਦੇ ਰਸਤੇ ਦੇ ਵਿੱਚ ਪ੍ਰੋਵਿੰਸ਼ੀਅਲ ਰੈਗੂਲੇਟਰਸ ਵੱਲੋਂ ਕਾਫੀ ਸਾਰੀਆਂ ਰੁਕਾਵਟਾਂ ਪਾਈਆਂ ਜਾਂਦੀਆਂ ਨੇ। ਪਰ ਹੁਣ ਆਪਾਂ ਹੈਲਥ ਕੇਅਰ ਸਿਸਟਮ ਨੂੰ ਤਾਂ ਦੇਖਿਆ ਹੀ ਹੈ ਕਿ ਪੂਰੀ ਤਰ੍ਹਾਂ ਕੋਲੈਪਸ ਹੋ ਚੁੱਕਿਆ। ਡਾਕਟਰਸ ਵੀ ਇਹ ਗੱਲ ਕਹਿ ਰਹੇ ਆ, ਐਮਰਜੈਂਸੀ ਡਿਪਾਰਟਮੈਂਟਸ ਬੰਦ ਹੋ ਰਹੇ ਹੈਗੇ ਆ, ਇੰਨਾ ਜ਼ਿਆਦਾ ਬੁਰਾ ਹਾਲ ਆ। ਫਿਰ ਵੀ ਇਹ ਫੋਰਨ ਡਾਕਟਰਸ ਦੇ ਰਸਤੇ 'ਚ ਇੰਨੀਆਂ ਰੁਕਾਵਟਾਂ ਕਾਹਤੇ ਪਾ ਰਹੇ, ਕਿਉਂ ਨਹੀਂ ਉਹਨਾਂ ਨੂੰ ਮੌਕਾ ਦਿੰਦੇ? ਇੱਥੇ ਜਿਹੜੀਆਂ ਸਾਰੇ ਪ੍ਰੋਫੈਸ਼ਨਸ ਨੂੰ ਆਪਣੇ ਆਪ ਰੈਗੂਲੇਟ ਕਰਨ ਲਈ ਉਹਨਾਂ ਨੇ ਲਾਅ ਬਣਾਇਆ ਕਿ ਜੇ ਡਾਕਟਰਸ ਆ ਉਹ ਆਪਣੇ ਆਪ ਨੂੰ ਰੈਗੂਲੇਟ ਕਰਨ, ਪ੍ਰੋਫੈਸਰਸ ਆਪਣੇ ਆਪ ਨੂੰ ਰੈਗੂਲੇਟ ਕਰਨ, ਲਾਇਰਸ ਆਪਣੇ ਆਪ ਨੂੰ ਰੈਗੂਲੇਟ ਕਰਨ। ਅੱਛਾ, ਉਹ ਫਿਰ ਕੀ ਬਣ ਜਾਂਦੇ, ਉਹ ਇੱਕ ਦੁਆਰ ਖੜੀ ਕਰ ਲੈਂਦੇ ਆਪਣੇ ਦੁਆਲੇ ਕਿ ਕੋਈ ਬਾਹਰੋਂ ਨਾ ਬੰਦਾ ਆਵੇ, ਸਾਡੇ ਗੇਟਕੀਪਰ ਬਣ ਜਾਂਦੇ। ਹੁਣ ਇਹ ਸਾਡੇ ਇੱਥੇ ਹੀ ਨਹੀਂ, ਇਹ ਹਰੇਕ ਥਾਂ ਤੇ ਹੀ ਹੈ। ਹੁਣ ਪੰਜਾਬ ਦੇ ਵਿੱਚ ਇਹਨੂੰ ਰੌਲਾ ਪਾਉਂਦੇ ਕਿ ਭਾਖੜਾ ਡੈਮ ਤੇ ਉੱਥੇ ਸਿਰਫ ਪੰਜਾਬੀ ਚਾਹੀਦਾ। ਪੰਜਾਬੀ ਰੌਲਾ ਪਾਉਣ ਲੱਗੇ ਵੀ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਬਣ ਜਾਵੇ, ਤਾਂ ਭਾਖੜਾ ਡੈਮ 'ਚ ਕੋਈ ਬੰਦਾ ਆ ਕੇ ਜਿਹੜਾ ਕੁਆਲੀਫਾਈਡ ਬੰਦਾ, ਦੂਜਾ ਕਿਉਂ ਨਹੀਂ ਜੌਬ ਲੈ ਸਕਦਾ ਜੀ? ਮਤਲਬ ਜੇ ਦਿਮਾਗ ਨਾਲ ਸੋਚਣਾ ਹੋਵੇ, ਤੁਸੀਂ ਤਾਂ ਤੁਰੇ ਫਿਰਦੇ ਹਰ ਥਾਂ ਤੇ ਕਲੇਮ ਕਰਦੇ, ਪਰ ਬਾਕੀ ਬੰਦੇ ਨਹੀਂ ਆ ਸਕਦੇ। ਉਹ ਹੈਗੇ ਗੇਟਕੀਪਰ ਕਿ ਉਹ ਕਿਸੇ ਨੇ ਹੋਰ ਨੇ ਨਹੀਂ ਕਿਹਾ ਹੋਣਾ, ਉਹ ਪੰਜਾਬ ਦੇ ਅਫਸਰਾਂ ਨੇ ਕਿਹਾ ਹੁੰਦਾ। ਹਾਂਜੀ, ਹੁਣ ਪੰਜਾਬ ਦੇ ਅਫਸਰਾਂ ਦੇ ਵਿੱਚ IAS ਆ, IPS ਆ, ਇਹ ਸਭ ਤੋਂ ਵੱਧ ਜ਼ਿਲ੍ਹੇ ਬਣਾਉਣ ਦੇ ਵਿੱਚ ਇਹ ਮੋਹਰੇ ਹੁੰਦੇ ਆ, ਕਿਉਂਕਿ ਫਾਇਦਾ ਸਭ ਤੋਂ ਵੱਧ ਕਿਹਨੂੰ ਹੋਣਾ? ਇਹਨਾਂ ਨੂੰ ਹੋਣਾ। ਹਾਂਜੀ, ਕਿ ਇੱਕ IPS ਅਫਸਰ SSP ਬਣੂਗਾ, ਇੱਕ DC ਬਣੂਗਾ, ਇਹਨਾਂ ਨੂੰ ਆਪਣੀ ਪਈ ਹੁੰਦੀ। ਸੋ ਇਹ ਕੰਟਰੋਲ ਕਰਕੇ ਰੱਖਣਗੇ ਕਿ ਸਿਰਫ ਪੰਜਾਬ ਕੇਟਰ ਵਾਲੇ ਉੱਥੇ ਬਣ DC ਜਾਂ SSP ਬਣ। ਇਹੀ ਗੱਲ ਇੱਥੇ ਆ, ਜਿਹੜੇ ਸਾਡੇ ਡਾਕਟਰ ਆ, ਇਹਨਾਂ ਨੇ ਆਪਣੇ ਰੈਗੂਲੇਸ਼ਨ ਇੰਨੇ ਬਣਾਏ ਹੋਏ ਨੇ, ਗੇਟਕੀਪਰ ਇੰਨੇ, ਗੇਟ ਵੀ ਤਾਲਾ ਲਾਇਆ ਚੰਗੀ ਤਰ੍ਹਾਂ ਵੀ ਅੰਦਰ ਆਵੇ ਨਾ। ਹੁਣ ਪ੍ਰੋਵਿੰਸ਼ੀਅਲ ਸਰਕਾਰ ਤੇ ਸਾਡੇ ਡਿਪੈਂਡ ਕਰਦਾ, ਜਿਨ੍ਹਾਂ ਨੇ ਹੈਲਥ ਕੇਅਰ ਸਿਸਟਮ ਬਣਾਉਣਾ, ਤੋਰਨਾ ਅੱਗੇ। ਇਹ ਪਹਿਲਾਂ ਕਾਲਜ ਆਫ ਟੀਚਰਸ ਹੁੰਦਾ ਸੀ, ਇੱਥੇ ਟੀਚਰਸ ਆਪ ਆਪਣੇ ਆਪ ਨੂੰ ਰੈਗੂਲੇਟ ਕਰਦੇ ਸੀ। ਇਹਨਾਂ ਦੇ ਵਿੱਚ ਉਹ ਧਾਂਦਲੀਆਂ ਚੱਲੀਆਂ ਨਾ, ਜਿਹੜੀਆਂ ਇਨਵੈਸਟੀਗੇਸ਼ਨ ਆਫਟਰ ਇਨਵੈਸਟੀਗੇਸ਼ਨ ਉਹਨਾਂ ਨੇ ਬੰਦ ਹੀ ਕਰ ਦਿੱਤਾ। ਇੱਦਾਂ ਲੱਗਦਾ ਮੈਨੂੰ BC ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਇਹ ਵੀ ਬੰਦ ਹੀ ਕਰਨਾ ਪੈਣਾ ਸਰਕਾਰ ਨੂੰ। ਕਿਸੇ ਜ਼ਮਾਨੇ ਦੇ ਵਿੱਚ ਇਹ ਫੈਸਲਾ ਲਿਆ ਸਰਕਾਰ ਨੇ ਕਿ ਟੀਚਰਸ ਦਾ ਜਿਹੜਾ ਇਹ ਬੰਦ ਕਰਨਾ ਪੈਣਾ, ਨਹੀਂ ਤਾਂ ਇਹਨਾਂ ਨੇ ਕੋਈ ਟੀਚਰ ਆਉਣ ਨਹੀਂ ਦੇਣਾ। ਹਾਂਜੀ, ਇੱਕ ਲੜਕੀ ਉੱਥੇ ਇੰਟੀਰੀਓ ਦੇ ਵਿੱਚ ਇੰਡੀਆ ਤੋਂ ਵੈਸੇ B.Ed ਕੀਤੀ ਸੀ, B.Ed ਇੱਥੇ ਰੈਕਗਨਾਈਜ਼ ਕਰ ਲੈਂਦੇ ਆ। 60-61 ਦੇ ਵਿੱਚ ਕੋਈ ਵੀ ਪੁਰਾਣਾ ਤੁਹਾਨੂੰ ਇੱਥੇ ਆਇਆ ਟੀਚਰ ਮਿਲ ਜਾਵੇ ਨਾ, ਉਦੋਂ ਉਹਨਾਂ ਨੂੰ ਸੱਦਦੇ ਹੁੰਦੇ ਸੀ ਇੰਡੀਆ ਤੋਂ ਟੀਚਰਸ ਨੂੰ। ਤੇ ਕਿਸੇ ਸਕੂਲ ਬੋਰਡ ਦੇ ਵਿੱਚ ਜੇ ਕੋਈ ਟੀਚਰ ਆਇਆ, ਉਹਨੂੰ ਉੱਥੇ ਏਅਰਪੋਰਟ ਤੋਂ ਚੱਕਣ ਗਏ ਹੁੰਦੇ ਸੀ, ਜਿਨ੍ਹਾਂ ਨੂੰ ਅੱਜ ਕੱਲ੍ਹ ਦਿੰਦੇ ਨਹੀਂ ਨਾ ਇਹ ਪਰਮਿਟ, ਲਾਇਸੈਂਸ ਨਹੀਂ ਦਿੰਦੇ, ਇਹ ਉਹਨਾਂ ਨੂੰ ਏਅਰਪੋਰਟ ਤੋਂ ਚੱਕਣ ਗਏ ਜਦੋਂ ਇਹਨਾਂ ਨੂੰ ਲੋੜ ਪਈ ਸੀ। ਇੱਕ ਸਾਡੇ ਕਿੰਗਸਟਨ ਬੰਦਾ ਰਹਿੰਦਾ ਹੁੰਦਾ ਸੀ, ਮੈਥ ਟੀਚਰ ਸੀ, ਉਹ ਕਹਿੰਦਾ ਮੈਂ ਕੈਲਗਰੀ ਉਤਰਿਆ ਤੇ ਜਿਹੜੇ ਸਕੂਲ ਬੋਰਡ ਦੇ ਨਾਲ ਉਹਨੇ ਪੜ੍ਹਾਉਣਾ ਸੀ, ਉਹ ਮੈਨੂੰ ਕੈਲਗਰੀ ਏਅਰਪੋਰਟ ਤੋਂ ਚੱਕਣ ਆਇਆ ਬੰਦਾ। ਉਹਨੇ ਬਾਅਦ ਦੇ ਵਿੱਚ ਜਾ ਕੇ ਉਹਨੇ ਮੋਟਲ 'ਚ ਰੱਖਿਆ ਉੱਥੇ ਲੋਕਲੀ, ਤੇ ਇੱਕ ਹਫ਼ਤਾ ਉਹ ਉੱਥੇ ਹੀ ਰਿਹਾ ਜਿੰਨਾ ਚਿਰ ਉਹਨੂੰ ਰੈਂਟ ਤੇ ਜਗ੍ਹਾ ਨਹੀਂ ਮਿਲੀ। ਹੁਣ ਕੀ ਕਰਦੇ, ਇੱਕ ਲੜਕੀ ਨੇ ਉੱਥੇ ਇੰਟੀਰੀਓ ਦੇ ਵਿੱਚ ਇੰਡੀਆ ਤੋਂ B.Ed ਕਰਕੇ ਉਹਨਾਂ ਨੇ ਕਿਤੇ ਜਿਹੜੀ ਅਪਗ੍ਰੇਡਿੰਗ ਕੀਤੀ ਉੱਥੇ ਦੇ ਹਿਸਾਬ ਨਾਲ ਇੰਟੀਰੀਓ ਦੀ ਮਿਨਿਸਟਰੀ ਆਫ ਐਜੂਕੇਸ਼ਨ ਨੇ ਵੀ ਬਣਾਇਆ ਸੀ ਉਦੋਂ ਟੀਚਰ ਦਾ। ਤਾਂ ਉਹਨਾਂ ਨੇ ਦੱਸਿਆ ਵੀ ਤੂੰ ਆਹ ਕੋਰਸ ਕਰ ਤਾਂ ਫਿਰ ਤੈਨੂੰ ਅਸੀਂ ਲਾਇਸੈਂਸ ਦੇ ਦਿੰਦੇ। ਉਹਨੇ ਉਹ ਕੋਰਸ ਉੱਥੇ ਦੀਆਂ ਯੂਨੀਵਰਸਿਟੀ 'ਚ ਕਰ ਲਿਆ
ਤਾਂ ਉਹਨਾਂ ਨੇ ਟੀਚਿੰਗ ਸਰਟੀਫਿਕੇਟ ਦੇ ਦਿੱਤਾ। ਤਾਂ ਉਦੋਂ ਬਾਅਦ ਉਹ ਮੂਵ ਹੋ ਗਿਆ BC ਦੇ ਵਿੱਚ। ਹੁਣ ਦੇਖੋ ਉਹ ਉੱਥੇ ਉਹਨੇ ਪੜ੍ਹਾਇਆ ਵੀ ਤੇ ਉਹਨੂੰ ਲਾਇਸੈਂਸ ਆਪਣੇ ਪਰਮਿਟ ਵੀ ਲਾਇਸੈਂਸ ਵੀ ਮਿਲਿਆ ਟੀਚਿੰਗ ਦਾ। ਇਹ ਕਹਿੰਦੇ ਕਿ ਦੁਬਾਰਾ ਇੱਥੇ ਫੇਰ ਲਾਇਸੈਂਸ ਲਈ ਅਪਲਾਈ ਕਰ। ਦੁਬਾਰਾ ਕਿਉਂ? ਇੱਕ ਸੂਬੇ ਚੋਂ ਦੂਜੇ ਸੂਬੇ ਚ ਆਈ ਪਰ ਉਹਦੇ ਨਾਲ ਤਾਂ ਨਹੀਂ ਕੁਝ ਚੇਂਜ, ਪੜ੍ਹਾਈ ਤਾਂ ਨਹੀਂ ਚੇਂਜ ਹੋਈ, ਉਹਦੇ ਜੋ ਨੇ ਸਟੱਡੀ ਕੀਤੀ ਆ ਉਹਦੇ ਕੁਝ ਨਹੀਂ ਬਦਲਿਆ। ਉਹ ਅੱਛਾ ਹੋਰ ਤਾਂ ਹੱਦ ਦਰਜੇ ਦੀ ਇਹ ਸੀ ਕਿ ਉਹਨੂੰ ਇੰਗਲਿਸ਼ ਦਾ ਟੈਸਟ ਲਿਖਣਾ ਪਿਆ। ਉਹਨੇ ਸਾਰੀ ਸਟੱਡੀ ਆਪਣੀ ਕਰ ਲਈ ਕੰਪਲੀਟ ਤੇ ਉਸ ਤੋਂ ਬਾਅਦ ਵੀ ਸੋਚਣ ਵਾਲੀ ਗੱਲ ਤਾਂ ਹੋਵੇ ਵੀ ਜਿਹੜੀ ਅੰਟੇਰੀਓ ਦੇ ਵਿੱਚ ਯੂਨੀਵਰਸਿਟੀ ਜਿਹਨੇ ਅਪਗ੍ਰੇਡਿੰਗ ਕੀਤੀ ਆ ਉਹ ਪੰਜਾਬੀ 'ਚ ਕੀਤੀ। ਡਾਕਟਰ ਸਾਹਿਬ ਇੱਕ ਹੋਰ ਗੱਲ ਆ, ਹੁਣੇ ਜਿਵੇਂ ਤੁਸੀਂ ਆਹ ਗੱਲ ਸਾਹਮਣੇ ਲੈ ਕੇ ਆਂਦੇ ਜਿੱਦਾਂ IELTS ਦਾ ਐਗਜ਼ਾਮ ਦਿੰਦੇ ਆ ਉਹ 2 ਸਾਲਾਂ ਤੱਕ ਵੈਲਿਡ ਹੁੰਦਾ, ਉਹਦੇ ਤੋਂ ਬਾਅਦ ਕਹਿ ਦਿੰਦੇ ਦੁਬਾਰਾ ਦਿਓ। ਕੀ ਗੱਲ ਕਿ ਜਿਹੜਾ ਬੰਦਾ 2 ਸਾਲਾਂ ਜਦੋਂ ਉਹ ਐਗਜ਼ਾਮ ਲਿਖ ਉਹਦੇ ਜਿੰਨੇ ਬੈਂਡ ਆ ਜਾਂਦੇ ਨੇ, ਕੀ ਗੱਲ ਫਿਰ ਉਹ ਖਤਮ ਹੋ ਜਾਂਦਾ, ਉਹਦੇ ਦਿਮਾਗ 'ਚੋਂ ਸਾਰੀ ਪੜ੍ਹਾਈ ਚਲੇ ਜਾਂਦੀ ਆ ਕਿਤੇ? ਇਹ ਵੀ ਮਤਲਬ ਗੇਟਕੀਪਰਸ ਨੇ ਰੂਲ ਬਣਾਏ ਆ ਨਾ, ਪੈਸੇ ਬਣਾਉਣ ਦਾ ਵੀ ਤਾਂ ਹੈਗਾ ਮਕਸਦ। ਨੇ ਆਈਲੈਟ ਜਿਹੜੀ ਆਰਗੇਨਾਈਜੇਸ਼ਨ IELTS ਵਾਲਿਆਂ ਦੀ, ਉਹਨਾਂ ਨੇ ਕਿਹਾ ਹੋਣਾ ਵੀ 2 ਸਾਲਾਂ ਬਾਅਦ ਇਹਨਾਂ ਤੋਂ ਕਰਾਈ ਜਾਓ। ਇੱਥੇ ਹੁਣ ਡਾਕਟਰਾਂ ਦੀ ਗੱਲ ਕਰ ਲੈਂਦੇ ਹਾਂ। ਹਾਂਜੀ, ਹੁਣ ਡਾਕਟਰ ਦੇ ਇੱਥੇ ਜਿਹੜਾ ਵੀ ਫੋਰਨ ਟ੍ਰੇਨਡ ਡਾਕਟਰ ਆਉਂਦਾ, ਤੁਸੀਂ 5-7 ਸਾਲ 10 ਸਾਲ ਉੱਥੇ ਸਰਜਰੀ ਕਰਦੇ ਰਹੇ। ਐਕਸਪੀਰੀਅੰਸ ਆ ਨਾ, ਡਾਕਟਰ ਆ ਉੱਥੇ, ਉਹਨੂੰ ਇੱਥੇ ਟੈਸਟ ਲਿਖ ਦਿੰਦੇ ਆ। ਜੇ ਉਹ ਟੈਸਟ ਪਾਸ ਕਰ ਗਿਆ ਤਾਂ ਉਹਨੂੰ ਰੈਜ਼ੀਡੈਂਸੀ ਦੇ ਦਿਓ। ਹਾਂਜੀ, ਬੜਾ ਸੋਹਣਾ ਸੌਖਾ ਤਰੀਕਾ ਹੈ। ਪਹਿਲਾਂ ਪ੍ਰਾਇਓਰਟੀ ਦਿੰਦੇ ਆ ਕੈਨੇਡੀਅਨ ਸਟੂਡੈਂਟਸ ਨੂੰ ਇੱਥੇ, ਵਿਚ ਇਜ਼ ਫਾਈਨ, ਓਕੇ ਦੈਟਸ ਫਾਈਨ। ਅੱਛਾ ਹੋਰ ਵੀ ਹਸਪਤਾਲ ਹੋਰ ਇੱਥੇ ਬਹੁਤ ਆ, ਉਹਨਾਂ ਨੂੰ ਕੋਈ ਪ੍ਰਾਈਵੇਟ ਫੈਮਿਲੀ ਕਲੀਨਿਕ ਖੋਲ੍ਹਣ ਲਈ ਦੇ ਦਿਓ। ਜਿਹੜੇ ਤੁਹਾਨੂੰ ਫੈਮਿਲੀ ਡਾਕਟਰ ਲੱਭਦੇ ਨਹੀਂ ਉਹਨਾਂ ਨੂੰ ਕਹੋ ਭਾਈ ਛੋਟੇ ਟਾਊਨ ਦੇ ਵਿੱਚ ਜਾ ਤਾਂ ਤੂੰ ਖੋਲ੍ਹ ਆਪਣੀ, ਬੰਦੇ ਮੰਨਣ ਲਈ ਤਿਆਰ ਆ। ਹਾਂਜੀ, $2000 ਲੈਂਦੇ ਆ ਪਰ ਜਦੋਂ ਐਗਜ਼ਾਮ ਲਿਖਦੇ ਆ। ਜਿਹੜਾ ਬੰਦਾ ਆ ਕੇ ਪਹਿਲਾਂ ਉਹਦੇ ਕੋਲ ਨੌਕਰੀ ਹੈ ਨਹੀਂ, ਉਹ ਸਿਕਿਉਰਿਟੀ ਗਾਰਡ ਦਾ ਕੰਮ ਕਰਨ ਲੱਗਾ ਆ, 10 ਸਾਲ ਉਹ ਸਰਜਨ ਰਿਹਾ ਹੋਵੇ ਇੰਡੀਆ ਦੇ ਵਿੱਚ, ਤਾਂ ਉਹਨੂੰ ਕਹਿਣਗੇ ਕਿ ਤੂੰ $2000 ਦੇ ਤਾਂ ਇਹ ਐਗਜ਼ਾਮ ਲਿਖ। ਜੇ ਉਸ ਸਾਲ ਦੇ ਵਿੱਚ ਨਹੀਂ ਆਉਂਦੀ, ਉਹਦੀ ਰੈਜ਼ੀਡੈਂਸੀ ਨਹੀਂ ਮਿਲਦੀ, ਦੂਸਰੇ ਸਾਲ ਫੇਰ ਉਹੀ ਐਗਜ਼ਾਮ ਲਿਖੋ, ਫੇਰ $2000 ਦਿਓ। ਪਰੇਸ਼ਾਨ ਕਰਨ ਵਾਲੀਆਂ ਗੱਲਾਂ ਸਾਰੀਆਂ। ਪਰੇਸ਼ਾਨ ਕਰਨ। ਜਿਹੜਾ ਪਿਛਲੇ ਸਾਲ ਐਗਜ਼ਾਮ ਲਿਖਿਆ ਸੀ ਇਹਨੂੰ ਭੁੱਲ ਗਿਆ ਜੀ। ਕਦੇ ਸੋਚਿਆ ਵੀ ਤੁਸੀਂ ਜੇ ਕੋਈ ਪੜ੍ਹਾਈ ਕੀਤੀ ਹੋਵੇ ਜਾਂ ਤੁਸੀਂ ਬੋਲਦੇ ਆ ਤਾਂ 1 ਸਾਲ ਬਾਅਦ ਉਹ ਭੁੱਲ ਜਾਂਦੀ ਹੈ, ਜਦੋਂ ਕੰਪਿਊਟਰ ਤੋਂ ਰੇਜ਼ ਹੋ ਜਾਂਦੀ ਹੈ ਮੈਮਰੀ ਤੁਹਾਡੀ। ਕਦੇ ਦਿਮਾਗ ਦੇ ਵਿੱਚੋਂ ਵੀ ਇਦਾਂ ਇਹਨਾਂ ਦੇ ਨਿਊਰੋਲੋਜਿਸਟ ਤਾਂ ਸਾਨੂੰ ਦੱਸਦੇ ਆ ਵੀ ਦਿਮਾਗ ਦੇ ਕੋਲ ਤਾਂ ਕੰਪਿਊਟਰ ਤੋਂ ਜ਼ਿਆਦਾ ਮੈਮਰੀ ਹੈ। ਹਾਂਜੀ, ਇਹ ਸਾਰੀਆਂ ਹੈਗੀਆਂ ਪ੍ਰੋਫੈਸ਼ਨਸ ਦੀਆਂ ਆਪਣੇ ਆਪ ਨੂੰ ਗਾਰਡ ਕਰਨ ਦੀਆਂ ਗੱਲਾਂ ਜੀ। ਫਿਰ ਬਿਊਰੋਕਰੈਟਸ ਨੂੰ ਚਾਅ ਚੜ ਜਾਂਦਾ ਵੀ ਰੈਗੂਲੇਸ਼ਨ ਹੋਰ ਆ ਗਿਆ ਸਾਡੇ ਹੱਥ। ਉਹਨਾਂ ਨੂੰ ਤਾਂ ਪੈਸੇ ਤਾਂ ਹੀ ਬਣਨੇ ਆ, ਓਵਰ ਟਾਈਮ ਤਾਂ ਹੀ ਕੰਮ ਕਰਨਾ ਜੇ ਬੰਦੇ 4 ਹੋਰ ਹਾਇਰ ਕਰਨਗੇ, ਜੇ ਰੈਗੂਲੇਸ਼ਨ ਤੇ ਰੈਗੂਲੇਸ਼ਨ ਚੜਿਆ ਹੋਊਗਾ ਜੀ। ਸੋ ਇਹ ਨਹੀਂ ਦੇਖਦਾ ਕਿ ਸਾਡਾ ਸਿਸਟਮ ਕੋਲੈਪਸ ਹੋ ਗਿਆ, ਸਾਡੇ ਕੋਲ ਡਾਕਟਰਾਂ ਦੀ ਕਮੀ ਆ, ਮੈਡੀਕਲ ਪ੍ਰੋਫੈਸ਼ਨਲ ਮੈਡੀਕਲ ਫੀਲਡ ਦੇ ਵਿੱਚ ਕੰਮ ਕਰਨੇ ਚਾਹੀਦੇ। ਇੱਕ ਜ਼ਮਾਨੇ ਦੇ ਜੋਕ ਹੁੰਦਾ ਸੀ ਕੈਨੇਡਾ ਦੇ ਵਿੱਚ ਵੀ ਜੇ ਤੁਸੀਂ ਬਿਮਾਰ ਹੋਣਾ ਤਾਂ ਟੈਕਸੀ ਦੇ ਵਿੱਚ ਹੋ ਜਾਓਗੇ, ਹਾਰਟ ਅਟੈਕ ਵੀ ਹੋਣਾ, ਕਿ ਮੋਰ ਲਾਈਕਲੀ ਜਿਹੜਾ ਟੈਕਸੀ ਡਰਾਈਵਰ ਡਾਕਟਰ ਹੋਣਾ ਜੀ, ਕਿਸੇ ਨਾ ਕਿਸੇ ਦੇਸ਼ ਦੇ ਵਿੱਚ ਡਾਕਟਰ ਹੋਣਾ। ਇੱਥੇ ਅੱਜ ਹੀ ਖਬਰ ਆਈ ਹੈ ਨਿਊਫਾਊਂਡਲੈਂਡ ਦੇ ਵਿੱਚ ਜਿਹੜੀਆਂ ਯੂਕਰੇਨੀਅਨ ਰੈਫਿਊਜੀ ਲੈ ਕੇ ਆਏ, ਉਹਨਾਂ ਦੇ ਵਿੱਚੋਂ ਕਈ ਡਾਕਟਰ ਆ, ਤਾਂ ਉਹ ਕਹਿੰਦੀਆਂ ਕਿ ਸਾਨੂੰ ਅਸੀਂ ਇੱਥੇ ਟਰਾਈ ਕਰਦਿਆਂ ਨੂੰ ਜਾਣੇ, ਇਹਨਾਂ ਨੂੰ ਪੁੱਛਦੇ ਆ, ਸਾਨੂੰ ਕੋਈ ਰੱਖਦਾ ਹੀ ਨਹੀਂ, ਅਸੀਂ ਉੱਥੇ ਡਾਕਟਰੀ ਕਰਦੇ ਆਏ ਆ ਜੀ। ਇੱਥੋਂ ਸਾਡੇ ਬੱਚਿਆਂ ਨੂੰ ਯੂਕਰੇਨ ਨੂੰ ਭੇਜਦੇ ਆ, ਦੁਨੀਆ ਦੇ ਲੋਕੀ ਦੁਨੀਆ ਭਰ ਦੇ ਆਉਂਦੇ ਉੱਥੇ ਡਾਕਟਰੀ ਦੀ ਸਟੱਡੀ ਕਰਨ, ਤਾਂ ਉਹਨਾਂ ਨੂੰ ਨਿਊਫੀਲੈਂਡ ਦੇ ਵਿੱਚ ਰੱਖਦੇ ਨਹੀਂ ਕਿਉਂਕਿ ਉਹਨਾਂ ਦੇ ਡਾਕਟਰਾਂ ਨੇ ਆਪਣੇ ਗੇਟ ਬਣਾਏ ਆ, ਗੇਟ ਅੰਦਰੋਂ ਬੰਦ ਕੀਤੇ ਹੋਏ। ਹਾਂਜੀ, ਇੱਥੇ ਰਿਸਪੌਂਸਿਬਿਲਟੀ ਆਉਂਦੀ ਆ ਪ੍ਰੋਵਿੰਸ਼ੀਅਲ ਸਰਕਾਰਾਂ ਦੀ, ਇਹ ਜ਼ਿੰਮੇਵਾਰੀ ਆਪਣੇ ਸਿਰ ਨਹੀਂ ਲਾਉਣੀ ਚਾਹੁੰਦੇ, ਝੁਕੇ ਹੋਏ ਨੇ ਕਿ ਅਸੀਂ ਨਹੀਂ ਗੱਲ ਕਰਨੀ। ਹਾਂਜੀ, ਇਹ ਅੱਜ ਕੱਲ੍ਹ ਰਿਵਾਜ ਬਣ ਚੁੱਕਾ ਦੁਨੀਆ, ਇੱਥੇ ਮਤਲਬ ਕੱਲੇ BC 'ਚ ਨਹੀਂ ਦੁਨੀਆ ਭਰ ਦੇ ਵਿੱਚ। ਜੇ ਤੁਸੀਂ ਚੰਗੇ ਸਿਆਸਤਦਾਨ ਆ, ਤੁਸੀਂ ਬੋਲਣਾ ਨਹੀਂ ਕੁਛ, ਤੁਸੀਂ ਸੁਣਨੀ ਨਹੀਂ ਗੱਲ, ਤੁਸੀਂ ਕਰਨਾ ਨਹੀਂ ਕੁਛ ਜੀ। ਮੈਂ ਇੱਕ ਵਾਰੀ
ਇੰਡੀਆ ਦੇ ਵਿੱਚ ਕੋਈ ਬੰਦੇ ਦੀ ਪ੍ਰਮੋਸ਼ਨ ਹੋਈ ਇੱਕ ਲੈਵਲ ਤੇ, ਤਾਂ ਉਹ ਆਪਣੀ ਪੁਰਾਣੇ ਉਸ ਡਿਪਾਰਟਮੈਂਟ ਦੇ ਪੁਰਾਣੇ ਆਫਿਸਰ ਨੂੰ ਮਿਲਣ ਗਿਆ, ਕਹਿੰਦਾ ਮੈਨੂੰ ਕਹਿੰਦਾ ਵੀ ਚੱਲ ਨਾਲ ਚੱਲੀਏ। ਮੈਂ ਕਿਹਾ ਚੱਲ ਜਾਂਦੇ। ਅਸੀਂ ਉਹਨਾਂ ਦੇ ਘਰ ਬੈਠੇ। ਉਹ ਰਿਟਾਇਰਡ ਬੰਦਾ ਸੀ ਜਿਹੜਾ ਬਹੁਤ ਸੀਨੀਅਰ ਆਫਿਸਰ ਸੀ, ਲੈਫਟੀਨੈਂਟ ਜਨਰਲ ਦੇ ਲੈਵਲ ਦਾ ਸੀ। ਉਸ ਬੰਦੇ ਨੇ ਕੋਈ 2 ਘੰਟੇ ਉਹਨਾਂ ਗੱਲ ਕੀਤੀ ਤੇ 2 ਘੰਟਿਆਂ ਦੇ ਵਿੱਚ ਬਹੁਤ ਗੱਲਾਂ ਕਰਦੇ ਰਹੇ ਇੱਧਰ ਦੀਆਂ, ਪਰ ਜਿਹੜੀ ਮੈਂ ਗੱਲ ਉਹ ਤੋਂ ਸਮਝੀ ਨਾ, ਮੈਂ ਉਹਨੂੰ ਕਾਰ 'ਚ ਆ ਕੇ ਬੈਠੇ ਨੇ ਗੱਲ, ਮੈਂ ਕਿਹਾ ਮੈਂ ਤਾਂ ਸੁਣਦਾ ਹੀ ਸੀ ਗੱਲਾਂ ਤੁਹਾਡੀਆਂ, ਨਾਲ ਪਕੌੜੇ ਖਾਣ ਡਿਆ ਸੀ, ਵੀ ਤੁਸੀਂ ਐਕਚੁਅਲੀ ਜਿਹੜੀ ਗੱਲ ਕੀਤੀ ਆ ਮੈਨੂੰ ਇੰਨਾ ਹੀ ਪਤਾ ਲੱਗਾ ਉਹਨੇ ਤੈਨੂੰ ਇਹੀ ਦੱਸਿਆ ਵੀ ਤੂੰ ਕਦੇ ਵੀ ਡਿਸੀਜਨ ਨਹੀਂ ਲੈਣੀ, ਆਪਣੇ ਸਿਗਨੇਚਰ ਨਹੀਂ ਤੁਹਾਡੇ ਹੋਣੇ ਦਿਸਣੇ ਚਾਹੀਦੇ, ਜੇ ਤੁਸੀਂ ਕੁਝ ਕਰੋਗੇ, ਡਿਸੀਜਨ ਲਓਗੇ, ਸਾਈਨ ਕਰੋਗੇ, ਫਿਰ ਫਸੋਗੇ। ਮੈਂ ਕਿਹਾ ਮੈਂ ਤੈਨੂੰ ਆ 1 ਮਿੰਟ 'ਚ ਦੱਸ ਦਿੱਤਾ। ਉਹ ਕਹਿੰਦਾ ਤੇਰੀ ਗੱਲ ਠੀਕ ਹੈ। ਹਾਂਜੀ। ਮੈਂ ਕਿਹਾ ਤੂੰ 2 ਘੰਟੇ ਉਹ ਤੋਂ ਸਾਰੀ ਗੱਲਾਂ ਸੁਣ ਕੇ ਆਇਆ, ਮੈਂ 1 ਮਿੰਟ 'ਚ ਤੈਨੂੰ ਦੱਸ ਦਿੱਤਾ। ਹਾਂਜੀ, ਤੁਸੀਂ ਸਮਝਾਤਾ। ਕਹਿੰਦਾ ਗੱਲ ਤਾਂ ਤੇਰੀ ਠੀਕ ਹੈ। ਇਹ ਕਹਿੰਦਾ ਇਹ ਨੁਕਤਾ ਹੁੰਦਾ ਜੀ, ਇਹ ਨੁਕਤਾ ਹੈ। ਹਾਏ ਤੁਸੀਂ ਤਾਂ ਨੂੰ ਕਿੱਦਾਂ ਚੜ੍ਹਨਾ ਹੈ ਸਰਕਾਰਾਂ ਦੇ ਵਿੱਚ, ਇਹੀ ਦੇਖਦੇ ਕਿ ਇਹਨੇ ਕੋਈ ਗੱਲ ਤਾਂ ਨਹੀਂ ਕੀਤੀ, ਇਹਨੇ ਕੋਈ ਨਵੀਂ ਗੱਲ ਤਾਂ ਨਹੀਂ ਲੈ ਕੇ ਆਇਆ। ਤੁਸੀਂ ਕੋਈ ਨਵੀਂ ਗੱਲ ਲੈ ਕੇ ਆਉਂਗੇ, ਜਿੱਦਾਂ ਗਲੈਨ ਕਲਰਕ ਨੇ ਇੱਥੇ ਫੈਰੀਜ਼ ਬਣਾਉਣੀਆਂ ਸ਼ੁਰੂ ਕੀਤੀਆਂ, ਫਾਸਟ ਫੈਰੀਜ਼, ਉਹ ਸਕਸੈਸਫੁਲ ਨਹੀਂ ਹੋਇਆ। ਉਹ ਸਾਰਾ ਹੀ ਭਾਂਡਾ ਉਹਦੇ ਸਿਰ ਫੋੜ ਦਿੱਤਾ। ਅੱਛਾ, ਉਹ ਸਕਸੈਸਫੁਲ ਨਹੀਂ ਹੋਇਆ, ਕਾਮਯਾਬ ਨਹੀਂ ਹੋਇਆ, ਪਰ ਉਹਨੇ ਟਰਾਈ ਤਾਂ ਕੀਤੀ ਨਾ। ਹਾਂਜੀ। ਤੁਸੀਂ ਜੇ ਟਰਾਈ ਨਹੀਂ ਕਰਨੀ, ਮਰੇ ਪਏ ਬੰਦੇ ਨੇ ਕਬਰ 'ਚ ਕੀ ਕਰਨਾ, ਉਹ ਤੇ ਇਲਜ਼ਾਮ ਕੀ ਲਾ ਦੋਗੇ ਤੁਸੀਂ? ਉਹ ਤਾਂ ਮਰਿਆ ਪਿਆ ਜੀ। ਇਹ ਮਰੇ ਪਏ ਵਿਕਟੋਰੀਆ ਬੈਠੇ ਆ, ਮਰੇ ਪਏ ਇੱਥੇ ਸਰੀ ਦੇ ਵਿੱਚ ਬੈਠੇ ਆ, ਮਰੇ ਹੋਏ ਉੱਥੇ ਆਟਵਾ ਦੇ ਵਿੱਚ ਬੈਠੇ ਜੀ। ਇਹਨਾਂ ਦੇ ਵਿੱਚੋਂ ਕਿਸੇ ਬੰਦੇ ਦੀ ਹਿੰਮਤ ਇਹ ਨਹੀਂ ਪੈਂਦੀ ਵੀ ਅਸੀਂ ਆਪਣਾ ਨਾਂ ਲੈ ਦਈਏ, ਅਸੀਂ ਗੱਲ ਕਹਿ ਦਈਏ ਕਿਸੇ ਨੂੰ, ਆਪਣੇ ਸਾਈਨ ਕਰ ਦਈਏ ਕਿਤੇ। ਹਾਂਜੀ। ਇਹ ਰਿਵਾਜ ਹੀ ਬਣ ਚੁੱਕਾ ਹੈ ਹੁਣ। ਵਿਕਟੋਰੀਆ ਦੇ ਵਿੱਚ ਸਾਡਾ ਜਿਹੜਾ ਸਿਹਤ ਮੰਤਰੀ ਆ, ਇਹਨੂੰ ਕਿੰਨੇ ਸਾਲ ਹੋ ਗਏ ਸੁੱਤੇ ਨੂੰ? ਕੁੰਭ ਕਰਨ ਦੀ ਨੀਂਦ ਕਹਿੰਦੇ ਹੁੰਦੇ ਸੀ, ਏਡਰੀਅਨ ਡਿਕਸ ਦੀ ਨੀਂਦ ਕਹਿਣਾ ਚਾਹੀਦਾ BC ਦੇ ਵਿੱਚ। ਡਾਕਟਰ ਸਾਹਿਬ ਵੋਟਾਂ ਤੋਂ ਪਹਿਲਾਂ ਹੀ ਟੁੱਟਦੀ ਹੈ ਨੀਂਦ ਇਹਨਾਂ ਦੀ। ਉਦੋਂ ਟੁੱਟਣੀ ਆ, ਉਦੋਂ ਹਰ ਜਾਣਾ ਇਹਨਾਂ ਨੇ। ਹਾਂਜੀ, ਉਦੋਂ ਤੱਕ ਟੂ ਲੇਟ ਆ। ਕਿਉਂਕਿ ਅੱਜ ਕੱਲ ਲੋਕੀ ਜਿਨ੍ਹਾਂ ਦੀ ਕੱਲ ਇੱਕ ਔਰਤ ਦੀ ਮੌਤ ਹੋਈ ਐ ਸਕ੍ਰੋਪ ਵਿੱਚ, ਉਹਨਾਂ ਨੇ ਐਮਰਜੈਂਸੀ ਬੰਦ ਕੀਤਾ ਸੀ। ਹਾਂਜੀ। ਅੱਛਾ, ਉਹਦੇ ਪਰਿਵਾਰ ਲਈ ਤਾਂ ਉਜੜ ਗਿਆ ਸਭ ਕੁਝ ਨਾ। ਹਾਂਜੀ। ਉਹਨਾਂ ਨੇ ਇਲਾਜ ਕਰਾਉਣ ਲਈ ਭੇਜਿਆ ਤਾਂ ਉੱਥੇ ਐਮਰਜੈਂਸੀ ਬੰਦ ਮੋਹਰੇ ਪਿਆ, ਤਾਂ ਮਿਨਿਸਟਰ ਜਿਹੜਾ ਉਹ ਸੁੱਤਾ ਪਿਆ ਆਰਾਮ ਨਾਲ, ਉਹਨੂੰ ਕੋਈ ਫਰਕ ਨਹੀਂ। ਉਹ ਸੋਚਦਾ ਮੈਂ ਲੀਡਰਸ਼ਿਪ ਲਈ ਰਨ ਕਰਨਾ ਕਿ ਨਹੀਂ ਕਰਨਾ। ਡਾਕਟਰ ਸਾਹਿਬ, ਕਲੀਅਰ ਵਾਟਰ ਦਾ ਜਿਹੜਾ ਹਸਪੀਟਲ ਆ ਵੀਕਐਂਡ ਤੇ ਬੰਦ ਸੀ। ਜੇ ਕੋਈ ਬੰਦਾ ਬਿਮਾਰ ਹੋ ਜਾਏ, ਬੰਦਾ ਜਾਊ ਕਿੱਥੇ? ਤੁਸੀਂ ਦੇਖੋ ਵੀ ਇਹ ਫਰਸਟ ਵਰਲਡ ਕੰਟਰੀ ਆ। ਹਾਂਜੀ। ਜਿੱਥੇ ਸਭ ਕੁਝ ਬੰਦ ਆ, ਤੁਸੀਂ ਥਰਡ ਵਰਲਡ ਕੰਟਰੀ ਦਾ ਕੀ ਹਾਲ ਹੋਵੇ? ਜੀ ਡਾਕਟਰ ਸਾਹਿਬ, ਇੱਥੋਂ ਦਾ ਤਾਂ ਸਾਰਾ ਕਹਿ ਲਓ ਕਿ ਜਿਹੜਾ ਹੈਲਥ ਕੇਅਰ ਆ ਬਹੁਤ ਹੀ ਜ਼ਿਆਦਾ ਮਾੜਾ ਹਾਲ ਹੈਗਾ। ਇਹਨਾਂ ਨੂੰ ਹੁਣ ਜਿਹੜੀਆਂ ਆਪਣੀਆਂ ਰੈਗੂਲੇਸ਼ਨਸ ਹੈਗੀਆਂ ਚੇਂਜ ਕਰਨੀਆਂ ਚਾਹੀਦੀਆਂ। ਜਿਹੜੇ ਫੋਰਨ ਟ੍ਰੇਨਡ ਡਾਕਟਰਸ ਇੱਥੇ ਆਉਂਦੇ ਹੈਗੇ ਆ, ਉਹਨਾਂ ਦੇ ਰਸਤੇ ਦੇ ਵਿੱਚ ਅੜਚਣਾਂ ਨਹੀਂ ਪੈਦਾ ਕਰਨੀਆਂ ਚਾਹੀਦੀਆਂ। ਇਸ ਸਮੇਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਆਵਾਜ਼ ਰੇਡੀਓ ਇੰਡੀਆ KRPA 1110 AM ਤੇ। ਡਾਕਟਰ ਸਾਹਿਬ ਰੁਕ ਕਰਦੇ ਆ ਅਗਲੀ ਖਬਰ ਵੱਲ। ਡਾਕਟਰ ਸਾਹਿਬ, ਜ਼ੈਲੈਂਸਕੀ ਦੇ ਇੱਕ ਸਹਿਯੋਗੀ ਆ, ਉਹਨਾਂ ਦਾ ਕਹਿਣਾ ਕਿ ਉਹਨਾਂ ਨੇ ਨਾ ਜਿਹੜੀ ਹੁਣ ਉਹਨਾਂ ਦੀ ਲੜਾਈ ਲੱਗੀ ਹੋਈ ਆ ਰਸ਼ੀਆ ਦੇ ਨਾਲ, ਇਹ ਜਿੱਤ ਤਾਂ ਜਾਣੀ ਹੋਈ ਆ। ਉਹ ਕਹਿੰਦੇ ਕਿ ਵਿੰਟਰ ਤੋਂ ਪਹਿਲਾਂ ਜਿੱਤ ਲੈਣੀ ਚਾਹੀਦੀ ਆ। ਕੀ ਕਹਿਣਾ ਚਾਹੋਗੇ? ਬਸ ਆ 2 ਮਹੀਨੇ ਰਹਿੰਦੇ, ਸ਼ੁਰੂ ਹੋਣ ਲੱਗੀ ਵਿੰਟਰ, ਤੇ ਲੱਡੂ ਆਰਡਰ ਕਰ ਦੇਣ। ਅੱਜ ਹੀ ਇੱਕ NBC ਦੀ ਜਿਹੜੀ ਇੱਥੇ ਅਮਰੀਕਨ ਚੈਨਲ ਹੈ, ਉਹਨਾਂ ਤੇ ਇੱਕ ਵੈਟਰਨ, ਜਿਹੜੇ ਕੁਛ ਕੁ ਵੈਟਰਨ ਗਏ ਆ ਇਹਨਾਂ ਦੇ ਨਾ ਲੜਾਈ ਕਰਦੇ ਆ ਯੂਕਰੇਨ ਦੇ ਨਾਲ, ਤੇ ਉਹ ਵੈਟਰਨ ਵਾਪਸ ਆ ਕੇ ਇਹਨਾਂ ਨੂੰ ਦੱਸਦਾ, ਕਹਿੰਦਾ ਮੈਂ ਨਰਕ ਜੇ ਦੇਖਿਆ ਨਾ, ਨਰਕ ਦੇ ਕਲੋਜ਼ ਟੂ ਜਾਨੀ ਜੇ ਦੇਖਿਆ ਤਾਂ ਯੂਕਰੇਨ 'ਚ ਦੇਖਿਆ। ਕਹਿੰਦਾ ਖੱਬੇ ਸੱਜੇ ਇੰਨੀਆਂ ਲਾਸ਼ਾਂ ਪਈਆਂ ਸੀ, ਤੇ ਉਦੋਂ ਕਹਿੰਦਾ ਉਹ ਰਸ਼ੀਅਨ ਇੰਨੀ ਜ਼ੋਰ ਨਾਲ ਬੰਬਾਰਡ ਕਰਦੇ ਆ, ਕਹਿੰਦਾ ਇਹਨਾਂ ਤੋਂ ਝੱਲ ਹੀ ਨਹੀਂ ਹੁੰਦੀ। ਜਿੰਨੇ ਵੈਪਨ ਜਾਂਦੇ ਆ, ਚਾਹੇ ਅਮਰੀਕਨ ਦੇਣ ਚਾਹੇ ਯੂਰਪੀਅਨ ਦੇਣ, ਉਹ ਸਿੱਧੇ ਹੀ ਉਹਨਾਂ ਦੇ ਕਮਾਂਡਰ ਵੇਚੀ ਜਾਂਦੇ ਮਿਡਲ ਈਸਟ ਦੇ ਵਿੱਚ। ਹਾਂਜੀ। ਤਾਂ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਹੋਣੇ ਆ ਸਵਿਸ ਬੈਂਕ ਦੇ ਵਿੱਚ, ਤੇ ਜਿੱਤਣੀ ਇਹਨਾਂ ਨੇ ਪਤਾ ਨਹੀਂ ਕਾਹਦੇ ਨਾਲ, ਲੜਾਈ ਕਾਹਦੇ ਨਾਲ ਜਿੱਤਣੀ, ਗੱਲਾਂ ਨਾਲ ਜਿੱਤ ਜਾਣਾ ਜ਼ਰੂਰ। ਨਾਲੇ ਇਹ ਵੀ ਕਹਿੰਦੇ ਕਿ ਵੈਸਟ ਵਾਲਿਆਂ ਨੂੰ ਉਹਨਾਂ ਨੂੰ ਹੋਰ ਹਥਿਆਰ ਦੇਣੇ ਚਾਹੀਦੇ ਆ, ਹੈਲਪ ਕਰਨੀ ਚਾਹੀਦੀ ਹੈ ਉਹਨਾਂ ਦੀ ਹੋਰ। ਉਹਨਾਂ ਨੂੰ ਮੇਰਾ ਖਿਆਲ ਖਾਲਿਸਤਾਨੀਆਂ ਨਾਲ ਮਿਲਣਾ ਚਾਹੀਦਾ, ਕਿਉਂਕਿ ਇਦਾਂ ਦੀਆਂ ਗੱਪਾਂ ਇਹ ਮਾਰਦੇ ਹੁੰਦੇ। ਹਾਂਜੀ।
ਯੂਕਰੇਨ ਵਾਲਿਆਂ ਦਾ ਇਹ ਹਾਲ ਆ, ਗੱਪਾਂ ਮਾਰਨੀਆਂ ਮੋਟੀਆਂ ਮਾਰਨੀਆਂ, ਵਿੰਟਰ ਤੋਂ ਪਹਿਲਾਂ ਜਿੱਤ ਜਾਣਾ ਸੀ। ਕਹਿੰਦੇ ਕਿ ਅਸੀਂ ਵਿੰਟਰ ਤੱਕ ਸਾਰਾ ਕੁਝ ਖਤਮ ਕਰਨਾ ਚਾਹੁੰਦੇ, ਇਸੇ ਲਈ ਚਾਹੁੰਦੇ ਕਿ ਵੈਸਟ ਸਾਨੂੰ ਹੋਰ ਮਿਲਟਰੀ ਸਹਾਇਤਾ ਭੇਜੇ। ਉਹ ਇੱਕ ਅਮਰੀਕਨ ਜਨਰਲ ਕਹਿੰਦਾ ਸੀ ਕਿ ਹੋ ਸਕਦਾ ਥੋੜੇ ਚਿਰ ਚ ਯੂਕਰੇਨ ਰਹੇ ਹੀ ਨਾ, ਉਹ ਮੈਪ ਤੇ ਇਹਦਾ ਨਾਮ ਵੀ ਨਹੀਂ ਹੋਣਾ, ਮੈਪ ਤੇ ਇਹਦਾ ਨਾਮ ਨਾ ਰਵੇ, ਹੋ ਸਕਦਾ ਵਿੰਟਰ ਤੋਂ ਪਹਿਲਾਂ ਹੀ ਹੋ ਜਾਵੇ। ਹਾਂਜੀ, ਸ਼ਾਇਦ ਖਰਿਆ ਉਹਦੀ ਗੱਲ ਕਰਦੇ ਹੋਣੇ। ਹਾਂਜੀ, ਵੀ ਤੁਸੀਂ ਅੱਜ ਤਾਈਂ ਇੱਕ ਵੀ ਬੰਦਾ ਯੂਕਰੇਨ ਦਾ ਰਸ਼ੀਅਨ ਬਾਰਡਰ ਨਹੀਂ ਕ੍ਰਾਸ ਕਰ ਸਕਿਆ। ਲੜਾਈ ਤਾਂ ਹੋ ਰਹੀ ਹੈ ਯੂਕਰੇਨ ਦੇ ਵਿੱਚ। ਹਾਂਜੀ, ਬੰਦੇ ਤਾਂ ਇਹਨਾਂ ਦੀ ਮਰ ਰਹੇ ਆ। ਤੁਸੀਂ ਉਹਨਾਂ ਨੂੰ ਧੱਕ ਕੇ ਜਾਂ ਤਾਂ ਕਹੋ ਵੀ ਅਸੀਂ ਮਾਸਕੋ ਵਾੜ ਦਿੱਤਾ, ਫੇਰ ਤਾਂ ਅਸੀਂ ਮੰਨਦੇ ਹਾਂ ਕਿ ਠੀਕ ਹੈ ਵੀ ਇਹਨਾਂ ਨੇ ਵਿੰਟਰ ਤੋਂ ਪਹਿਲਾਂ ਜਿੱਤ ਜਾਣਾ। ਇਹ ਤਾਂ ਹੁਣ ਹੈਗਾ ਆ, ਇੱਕ ਮਿਡਲ ਈਸਟ ਦੀ ਕਹਾਵਤ ਹੈ ਨਾ, ਅਲੀ ਕੋਈ ਗੱਪਾਂ ਮਾਰਦਾ ਹੁੰਦਾ ਸੀ ਵੱਡੀਆਂ ਇੱਧਰਲੀਆਂ ਉੱਧੀਆਂ, ਉਹ ਕਹਿੰਦੇ ਵੀ ਸੱਸ ਦੇ ਵਿੱਚ ਬੈਠਾ ਅਲੀ ਕਹਿ ਰਿਹਾ, ਕਹਿੰਦਾ ਜੇ ਲੋਕੀ ਆਸ਼ਰਫ ਦੇ ਥੱਲਿਓਂ ਮੈਨੂੰ ਨਾ ਕੱਢਦੇ ਮੈਂ ਉਹਦਾ ਬੁਰਾ ਹਾਲ ਕਰ ਦੇਣਾ ਸੀ। ਲੋਕਾਂ ਨੇ ਮੈਨੂੰ ਕਹਿੰਦਾ ਥੱਲਿਓਂ ਉਹਦੇ ਕੱਢ ਲਿਆ ਤਾਂ ਫੇਰ ਬਚ ਗਿਆ। ਕਹਿੰਦਾ ਇਹ ਇਦਾਂ ਦੀਆਂ ਗੱਲਾਂ ਕਰ ਰਿਹਾ ਯੂਕਰੇਨ ਵਾਲੇ ਇਸ ਵੇਲੇ। ਇੱਕ ਵਹਿਮ ਦੇ ਵਿੱਚ ਨੇ, ਉਹਨਾਂ ਨੇ ਇੱਕ ਆਪਣੀ ਇਲੂਜ਼ਨ ਜੀ, ਇੱਕ ਜਾਲ ਜਿਹਾ ਬੁਣਿਆ ਹੋਇਆ, ਬਸ ਉਹਦੇ ਵਿੱਚ ਵਹਿਮ ਆ ਨਾ, ਇਹ ਬਹੁਤ ਬੁਰਾ ਆ। ਔਰ ਖਾਸ ਤੌਰ ਤੇ ਵਹਿਮ ਵੀ ਉਹ ਆ ਜਿਹੜਾ ਸੁਪਨੇ ਦੇ ਵਿੱਚ ਲੈ ਰਹੇ। ਹਾਂਜੀ, ਵਹਿਮ ਵੀ ਇਹ ਨਹੀਂ ਵੀ ਅੱਖਾਂ ਅੱਡ ਕੇ ਦੇਖ ਲੈਣ। ਅੱਖਾਂ ਅੱਡ ਕੇ ਦੀਦਾ ਕਿ ਰਸ਼ੀਆ ਵਾਲਿਆਂ ਦੇ ਜੇ ਉਹਨਾਂ ਨੇ ਐਕਚੁਅਲ ਤੌਰ ਤੇ 에ਅਰ ਬੰਬਾਰਡਮੈਂਟ ਸ਼ੁਰੂ ਕਰਤੀ ਤਾਂ ਕੁਝ ਦਿਨ ਲੱਗਣੇ, ਬਸ ਅਜੇ ਤਾਈਂ ਉਹਨਾਂ ਨੇ 에ਅਰ ਬੰਬਾਰਡਮੈਂਟ ਸ਼ੁਰੂ ਨਹੀਂ ਕੀਤੀ। ਹਾਂਜੀ, ਬਿਲਕੁਲ ਡਾਕਟਰ ਸਾਹਿਬ, ਇਹਨਾਂ ਨੂੰ ਹੁਣ ਤਾਂ ਆਪਣੀ ਅੱਖਾਂ ਖੋਲ ਕੇ ਦੇਖ ਲੈਣਾ ਚਾਹੀਦਾ। ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ KRPA 1110 AM। ਡਾਕਟਰ ਸਾਹਿਬ ਦੇਖੋ, ਆਪਣੇ ਜਿਹੜੇ ਮੇਅਰ ਸਾਹਿਬ ਆ ਡਗ ਮੈਕੈਲਮ, ਇਹਨਾਂ ਨੇ ਨਾ ਝੂਠੀ ਕਹਾਣੀ ਬਣਾਈ ਸੀ, ਤੁਹਾਨੂੰ ਯਾਦ ਹੀ ਹੋਣਾ, ਤੇ ਝੂਠੀ ਕਹਾਣੀ ਇਹਨਾਂ ਨੇ ਇਹੋ ਜਿਹੀ ਬਣਾਈ ਤਾਂ ਪੂਰਾ ਮਸ਼ਹੂਰ ਹੀ ਹੋ ਗਏ। ਹੁਣ ਸਾਰੇ ਨਾ ਮੈਨੂੰ ਦੋ ਗੱਲਾਂ ਯਾਦ ਆ, ਇੱਕ ਸ਼ੋਲੇ ਫਿਲਮ ਤੇ ਇੱਕ ਮੇਅਰ ਡਗ ਮੈਕੈਲਮ। ਡਾਕਟਰ ਸਾਹਿਬ ਇਹ ਤਾਂ ਇੰਨੇ ਮਸ਼ਹੂਰ ਹੋ ਚੁੱਕੇ ਆ। ਦੇਖੋ, ਪਹਿਲਾਂ ਇਹਨਾਂ ਨੇ ਝੂਠੀ ਕਹਾਣੀ ਬਣਾਈ ਸੀ, ਹੈਨਾ, ਉਸ ਤੋਂ ਬਾਅਦ ਫਿਰ ਜਿਹੜੇ ਨਿਊਯਾਰਕ ਦੇ ਸਾਬਕਾ ਮੇਅਰ ਸੀ ਉਹਨਾਂ ਨੇ ਵੀ ਬਣਾਤੀ ਸੀ ਇੱਕ ਝੂਠੀ ਕਹਾਣੀ ਕਿ ਮੇਰੇ ਕਿਸੇ ਨੇ ਬਹੁਤ ਜ਼ੋਰ ਦੀ ਪਿੱਛੇ ਤੋਂ ਮੁੱਕਾ ਮਾਰਤਾ, ਜਦੋਂ ਕਿ ਉਹਨਾਂ ਨੇ ਸਿਰਫ ਪੈਟ ਹੀ ਕੀਤਾ ਸੀ, ਹੈਨਾ। ਇਹਨਾਂ ਨੂੰ ਕਾਪੀਰਾਈਟ ਕਰਨਾ ਚਾਹੀਦਾ। ਟੇਲ ਆਫ ਟੂ ਮੇਅਰਸ ਆਪਾਂ ਡਿਸਕਸ ਕੀਤਾ, ਜੇ ਤੁਹਾਨੂੰ ਯਾਦ ਹੋਵੇ ਤਾਂ। ਡਾਕਟਰ ਸਾਹਿਬ ਹੁਣ ਇੱਕ ਇਹੋ ਜਿਹਾ ਹੋਰ ਜਿਹੜਾ ਹੈਗਾ ਮਾਮਲਾ ਸਾਹਮਣੇ ਆਇਆ, ਉਹਦੇ ਵਿੱਚ ਨਾ ਜਿਹੜੀਆਂ ਕਾਂਗਰਸ ਵਿਮਨ ਹੈਗੀਆਂ ਨੇ, ਹੁਣ ਉਹਨਾਂ ਨੇ ਵੀ ਇੱਕ ਬੜਾ ਵੱਡਾ ਝੂਠ ਬੋਲ ਦਿੱਤਾ ਇਸੇ ਤਰਜ਼ ਦੇ ਉੱਤੇ। ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਕਾਂਗਰਸ ਵਿਮਨ ਨੇ ਜਿਹੜਾ ਝੂਠ ਬੋਲਿਆ, ਉਹ ਜਿਹੜਾ ਮਸਲਾ ਪੂਰਾ ਹੈ ਕੀ ਆ? ਝੂਠ ਬੋਲਿਆ, ਝੂਠ ਤਾਂ ਸਾਰੇ ਹੀ ਬੋਲਦੇ ਆ, ਫੜੇ ਗਏ ਝੂਠ ਬੋਲੇ ਔਨ ਕੈਮਰਾ। ਔਨ ਕੈਮਰਾ ਇਹਨਾਂ ਨੇ ਆਪਣਾ ਟਵੀਟ ਕਰਕੇ ਕਿਹਾ ਕਿ ਪੁਲਿਸ ਨੇ ਸਾਡੇ ਤੇ ਤਸ਼ੱਦਦ ਕੀਤਾ, ਹੈਂਡਕਫ ਕੀਤਾ ਸਾਨੂੰ, ਤਾਂ ਪੁਲਿਸ ਨੇ ਸਾਡੇ ਹੱਥ ਕੜੀਆਂ ਲਾਤੀਆਂ। ਹਾਂਜੀ, ਹੁਣ ਉਹ ਬਾਅਦ ਦੇ ਵਿੱਚ ABC ਜਿਹੜੀ ਨਿਊਜ਼ ਕਾਸਟ ਆ ਉਹ ਦੇਖਦੇ ਕਿ ਜਿਹੜੀ ਕਾਂਗਰਸ ਵੂਮਨ ਕਹਿੰਦੀ ਹੈ ਮੇਰੇ ਹੱਥ ਕੜੀਆਂ ਲਾਈਆਂ ਸੀ, ਮੈਨੂੰ ਲੈ ਕੇ ਜਾ ਰਹੇ ਸੀ, ਇਹ ਇੱਕ ਹੱਥ ਲੋਕਾਂ ਨੂੰ ਕਰਕੇ ਵੇਵ ਕਰਦੀ ਆ ਉਹ। ਡਾਕਟਰ ਸਾਹਿਬ ਜਦੋਂ ਆਪਾਂ ਵੀਡੀਓ ਨੂੰ ਧਿਆਨ ਨਾਲ ਦੇਖਦੇ ਆ ਨਾ, ਜਦੋਂ ਉਹ ਉਹਨਾਂ ਨੂੰ ਲੈ ਕੇ ਜਾਂਦੇ ਆ, ਪਹਿਲਾਂ ਤਾਂ ਦੋਨੋਂ ਹੱਥ ਪਿੱਛੇ ਕੀਤੇ ਹੁੰਦੇ ਆ, ਉਸ ਤੋਂ ਬਾਅਦ ਫਿਰ ਜਦੋਂ ਲੋਕਾਂ ਦਾ ਇਕੱਠ ਦੇਖਦੀ ਤੇ ਫਿਰ ਵੇਵ ਵੀ ਕਰਦੀ ਹੈ, ਤੇ ਫਿਰ ਇੱਕ ਪਾਸੇ ਕਹਿ ਰਹੇ ਕਿ ਮੇਰੇ ਹੱਥ ਘੜੀਆਂ ਲਾਈਆਂ ਹੋਈਆਂ ਸੀ, ਪਿੱਛੇ ਨੂੰ ਹੱਥ ਆਪ ਹੀ ਕੀਤੇ ਸੀ ਦੱਸਣ ਨੂੰ ਲੋਕਾਂ ਨੂੰ ਕਿ ਮੈਨੂੰ ਹੱਥ ਖੜੀਆਂ ਲਾਈਆਂ ਸੀ, ਮੇਰੇ ਤੇ ਤਸ਼ੱਦਦ ਹੋਇਆ। ਪਤਾ ਨਹੀਂ ਹੱਥ ਖੜੀਆਂ ਕਿੱਧਰ ਗਈਆਂ ਜਦੋਂ ਲੋਕਾਂ ਨੂੰ ਵੇਵ ਕਰਨ ਲੱਗ ਪਏ। ਸ਼ਾਇਦ ਉਹ ਦਿਖਦੀਆਂ ਨਹੀਂ ਸੀ ਲੋਕਾਂ ਨੂੰ, ਮੈਨੂੰ ਲੱਗਦਾ ਹੱਥ ਖੜੀਆਂ ਜਾਂ ਇਨਵਿਜ਼ੀਬਲ ਹੋਣਗੀਆਂ, ਜਿੱਦਾਂ ਕਹਿੰਦੇ ਇਨਵਿਜ਼ੀਬਲ ਹੈਂਡ, ਹਾਂਜੀ, ਉਹਦੇ ਵਿੱਚ ਹੋਣੀਆਂ। ਇਹ ਜਿਹੜਾ ਝੂਠ ਆ ਅੱਜ ਕੱਲ ਬਹੁਤ ਬੋਲਣਾ ਔਖਾ ਹੋ ਜਾਂਦਾ ਕਿਉਂਕਿ ਕੈਮਰਿਆਂ ਵਾਲੇ ਹਰ ਜਗ੍ਹਾ ਤੇ ਤੁਰੇ ਫਿਰਦੇ। ਦੇਖੋ ਆਪਣੇ ਮੇਅਰ ਸਾਹਿਬ ਦਾ ਜਿਹੜਾ ਝੂਠ ਸੀ ਕੈਮਰੇ ਤੇ ਸਾਹਮਣੇ ਆ ਗਿਆ, ਕੈਮਰੇ ਦਾ ਕਰਕੇ ਬੰਦ ਹੋਇਆ, ਇਹਨਾਂ ਦਾ ਵੀ ਹੁਣ ਉਹਦੇ ਕਰਕੇ ਆਇਆ। ਇੱਕ ਕਾਲਾ ਕਾਮਿਕ ਹੱਸਦਾ ਸੀ, ਕਹਿੰਦਾ ਵੀ ਹੋਰ ਲੋਕਾਂ ਨੂੰ ਫਾਇਦਾ ਹੋਇਆ ਜਾਂ ਹੋਵੇ ਚਾਹੇ ਨਾ ਹੋਇਆ ਹੋਵੇ, ਸਾਨੂੰ ਕੈਮਰਿਆਂ ਦਾ ਜ਼ਰੂਰ ਹੋ ਗਿਆ। ਕਹਿੰਦਾ ਵੀ ਅੱਗੇ ਕਾਲਿਆਂ ਨੂੰ ਤਾਂ ਅੱਗੇ ਵੀ ਮਾਰਦੇ ਸੀ ਪੁਲਿਸ ਵਾਲੇ, ਧੌਣ ਤੇ ਗੋਡਾ ਰੱਖਦੇ ਹੁੰਦੇ ਸੀ, ਹੁਣ ਕਮ ਸੇ ਕਮ ਲੋਕੀ ਹਰ ਇੱਕ ਬੰਦਾ ਸੈੱਲ ਫੋਨ ਲਈ ਫਿਰਦਾ। ਹਾਂਜੀ, ਉਹ ਸੈੱਲ ਫੋਨ ਤੇ ਆਪਣੀ ਵੀਡੀਓ ਬਣਾ ਲੈਂਦਾ ਜੀ। ਉਹ ਕਹਿੰਦਾ ਬਾਕੀ CCTV ਕੈਮਰਾ ਲੱਗੇ, ਹਾਂਜੀ, ਤਾਂ ਉਹ CCTV ਕੈਮਰਾ ਬੰਦ ਹੋ ਜਾਂਦਾ। ਹੁਣ ਇੱਕ ਲਹਿਰ ਚੱਲੀ ਹੈ US ਦੇ ਵਿੱਚ, ਉਹ ਸਾਰੇ ਬੰਦਿਆਂ ਨੂੰ ਖਾਸ ਤੌਰ ਤੇ ਪੁਲਿਸ ਵਾਲਿਆਂ ਨੂੰ ਕਹਿ ਰਹੇ ਆ ਕਿ ਤੁਸੀਂ ਤੁਹਾਡੀ ਵਰਦੀ ਦੇ ਵਿੱਚ ਕੈਮਰਾ ਲੱਗਣਾ ਹੋਣਾ ਚਾਹੀਦਾ, ਤਾਂ ਕਿ ਤੁਸੀਂ ਜਦੋਂ ਵੀ ਗੱਲ ਕਰਦੇ ਕਿਸੇ ਦੇ ਨਾਲ
ਉਹ ਰਿਕਾਰਡਡ ਹੋਵੇ, ਹਾਂਜੀ, ਪਤਾ ਲੱਗੇ ਕਿ ਇਹ ਬੰਦਾ ਮੋਹਰੇ ਖੜਾ ਆ, ਇਹ ਆ ਗੱਲ ਹੋਈ ਆ ਤੁਹਾਡੀ ਜੀ। ਵੈਸੇ ਪੁਲਿਸ ਦੇ ਹੱਕ ਦੇ ਵਿੱਚ ਵੀ ਆ, ਕਿਉਂਕਿ ਬਹੁਤੇ ਲੋਕੀ ਤਾਂ ਮੁੱਕਰ ਜਾਂਦੇ ਆ, ਪਰ ਪੁਲਿਸ ਵਾਲੇ ਹੀ ਉਹਨੂੰ ਅਪੋਜ਼ ਕਰ ਰਹੇ ਆ ਕਿ ਨਹੀਂ ਹੋਣਾ ਚਾਹੀਦਾ, ਸਾਡੇ ਨਹੀਂ ਕੈਮਰਾ ਹੋਣਾ ਚਾਹੀਦਾ। ਪਰ ਉਹ ਕਈਆਂ ਨੇ, ਕਈ ਕਾਉਂਟੀ ਨੇ ਤਾਂ ਵੈਸੇ ਕਰ ਦਿੱਤਾ ਉਹ ਕਿ ਜੇ ਤੁਸੀਂ ਪੁਲਿਸ ਦੀ ਜੌਬ ਕਰਨੀ ਹੈ ਤੁਹਾਨੂੰ ਇਹ ਵਰਦੀ ਪਾਉਣੀ ਪੈਣੀ ਹੈ ਜਿਹਦੇ ਵਿੱਚ ਜੇਬ ਦੇ ਵਿੱਚ ਉਹ ਕੈਮਰਾ ਲੱਗਾ ਹੈ, ਹਾਂਜੀ, ਉਹ ਰਿਕਾਰਡ ਕਰੀ ਜਾਂਦਾ ਜੀ। ਜਿੰਨਾ ਜੇ ਤੁਸੀਂ 8 ਘੰਟੇ ਡਿਊਟੀ ਤੇ ਆ, 8 ਘੰਟਿਆਂ ਦੇ ਵਿੱਚ ਹੀ ਉਹ 8 ਘੰਟੇ ਦੀ ਰਿਕਾਰਡਿੰਗ ਕਰਨੀ ਹੈ। ਤਾਂ ਹੁਣ ਹੌਲੀ ਹੌਲੀ ਮੈਨੂੰ ਲੱਗਦਾ ਵੀ ਕੌਂਸਲ ਵਾਲਿਆਂ ਦੇ, ਮੇਅਰ ਦੇ ਤੇ MPs ਦੇ, ਇਹਨਾਂ ਦੇ ਸਾਰਿਆਂ ਦੇ ਰਿਕਾਰਡਡ ਕੈਮਰੇ ਲਾਉਣੇ ਪੈਣੇ ਆ, ਇਹ ਜਿੰਨਾ ਝੂਠ ਬੋਲਦੇ ਆ। ਹਾਂਜੀ, ਹੁਣ ਇੱਕ ਕੰਪੀਟੀਸ਼ਨ ਹੋਣਾ ਚਾਹੀਦਾ ਦੁਨੀਆ ਦੇ ਵਿੱਚ ਕਿ ਕਿਹੜੇ ਪ੍ਰੋਫੈਸ਼ਨ ਵਾਲੇ ਜ਼ਿਆਦਾ ਝੂਠ ਬੋਲਦੇ ਆ। ਜੀ, ਝੂਠ ਤਾਂ ਸਾਰੇ ਹੀ ਬੋਲਦੇ। ਹਾਂਜੀ, ਹੁਣ ਤੁਸੀਂ ਕਾਰ ਲੈ ਕੇ ਚੱਲ ਜਾਓ ਕਿਸੇ ਮਕੈਨਿਕ ਦੇ ਕੋਲ, ਉਹ ਕੋਲੋਂ ਹੀ ਗੱਲ ਬਣਾ ਲੈਣਗੇ, ਆ ਤੇਰਾ ਟਰਾਂਸਮਿਸ਼ਨ ਖਰਾਬ ਹੈ, ਤੇਰਾ ਆਹ ਖਰਾਬ ਹੈ, ਤੇਰਾ ਖਰਾਬ ਹੈ, ਤੇ ਉਹ ਝੂਠ ਤਾਂ ਉਹ ਵੀ ਬੋਲਦੇ ਆ ਜੀ। ਕੋਈ ਝੂਠ ਤਾਂ ਐਕਚੁਅਲੀ ਪ੍ਰੀਸਟ ਬੋਲਦਾ ਹੈ, ਜਿਹੜਾ ਪ੍ਰੀਸਟ ਤੁਹਾਨੂੰ ਦੱਸਣ ਲੱਗਾ ਹੈ ਬਾਈਬਲ 'ਚ ਆਹ ਲਿਖਿਆ ਹੈ, ਬਾਈਬਲ 'ਚ ਆਹ ਲਿਖਿਆ ਹੈ, ਉਹ ਝੂਠ ਬੋਲਦਾ ਹੈ। ਹਾਂਜੀ, ਪਰ ਝੂਠ ਦੀ ਹੁਣ ਉਹੀ ਗੱਲ ਹੈ ਵੀ ਇਹਦੀ ਡਿਗਰੀ ਰਹਿ ਗਈ ਆ ਵੀ ਇਹ ਕੋਈ ਛੋਟਾ ਬੋਲਦਾ, ਕੋਈ ਵੱਡਾ ਬੋਲਦਾ ਹੈ। ਪਰ ਜਿਹੜੇ ਆਪ ਡਰਾਮਾ ਕਰਦੇ ਸੀ ਨਾ ਵੀ ਮੈਨੂੰ ਪੁਲਿਸ ਨੇ ਹੱਥ ਕੜੀਆਂ ਲਾਤੀਆਂ, ਮੈਂ ਤਾਂ ਮਰ ਗਿਆ ਜੀ, ਜਿੱਦਾਂ ਸਾਡੇ ਮੇਅਰ ਨੂੰ ਮੇਰੇ ਤਾਂ ਕਾਰ ਚਾੜ ਦਿੱਤੀ, ਮੈਂ ਤਾਂ ਮਸੀਂ ਬਚਿਆ, ਉਹ ਕਮ ਸੇ ਕਮ ਉਹ ਝੂਠ ਬੋਲਣੋਂ ਹਟ ਗਏ। ਹਾਂਜੀ, ਹਟ ਜਾਣਗੇ ਮੇਰੇ ਖਿਆਲ, ਅਜੇ ਤਾਂ ਹਟੇ ਨਹੀਂ ਹੈ ਪਰ ਹਟ ਜਾਣਗੇ। ਹਾਂਜੀ ਡਾਕਟਰ ਸਾਹਿਬ, ਪਤਾ ਕੀ ਆ, ਹੁਣ ਤਾਂ ਇੱਕ ਤੋਂ ਬਾਅਦ ਇੱਕ ਆਹ 3 ਚੀਜ਼ਾਂ ਤਾਂ ਆਪਾਂ ਹੀ ਡਿਸਕਸ ਕਰਤੀਆਂ। ਆਪਣੇ ਮੇਅਰ ਸਾਹਿਬ ਤਾਂ ਚਲੋ ਐਗਜ਼ਾਮਪਲ ਹੈਗੇ ਆ, ਤਾਂ ਹਮੇਸ਼ਾ ਹੀ ਰਹਿਣਗੇ। ਜਦੋਂ ਵੀ ਝੂਠ ਦੀ ਗੱਲ ਹੋਊਗੀ ਨਾ ਤਾਂ ਆਪਣੇ ਜਿਹੜੇ ਮੇਅਰ ਸਾਹਿਬ ਆ ਡੱਗ ਮੈਕੈਲਮ, ਇਹਨਾਂ ਦਾ ਜ਼ਿਕਰ ਜ਼ਰੂਰ ਕੀਤਾ ਜਾਊਗਾ, ਕਿਉਂਕਿ ਜਿਹੋ ਜਿਹਾ ਝੂਠ ਇਹਨਾਂ ਨੇ ਬੋਲਿਆ ਨਾ, ਇਹੋ ਜਿਹਾ ਕਦੇ ਕਿਸੇ ਨੇ ਨਹੀਂ ਬੋਲਿਆ। ਕਿਉਂਕਿ ਇਹਨਾਂ ਨੇ ਤਾਂ ਪੂਰੀ ਸਟੋਰੀ ਉਹ ਬਣਾਤੀ ਸੀ ਕਿ ਮੇਰੇ ਪੈਰ ਦੇ ਉੱਤੇ ਦੀ ਕਾਰ ਲੰਘਾਤੀ, ਮੈਨੂੰ ਆਹ ਹੋ ਗਿਆ ਤੇ ਉਹ ਹੋ ਗਿਆ। ਮੈਂ ਤਾਂ ਹੀ ਕਹਿੰਦਾ ਕਿ ਇਹਨਾਂ ਨੂੰ ਪੇਟੈਂਟ ਕਰਨਾ ਚਾਹੀਦਾ, ਕਾਪੀਰਾਈਟ, ਤਾਂ ਕਿ ਜਿਹੜਾ ਵੀ ਅੱਗੇ ਤੋਂ ਇਹਨਾਂ ਦੀ ਸਟੋਰੀ ਬਣਾਵੇ ਇਦਾਂ ਦੀ ਤਾਂ ਇਹਨਾਂ ਨੂੰ ਰਾਇਲਟੀ ਮਿਲਿਆ ਕਰੇ। ਬਿਲਕੁਲ ਸਹੀ ਕਹਿ ਰਹੇ ਹੋ ਡਾਕਟਰ ਸਾਹਿਬ ਤੁਸੀਂ। ਇਸ ਸਮੇਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਆਵਾਜ਼ ਰੇਡੀਓ ਇੰਡੀਆ KRPA 1110 AM ਤੇ। ਡਾਕਟਰ ਸਾਹਿਬ, ਹੁਣ ਗੱਲ ਕਰਦੇ ਹਾਂ ਲਹਿੰਦੇ ਪੰਜਾਬ ਦੀ। ਲਹਿੰਦੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਹੋਣ ਜਾ ਰਹੀ ਹੈ ਜੀ 22 ਜੁਲਾਈ ਨੂੰ। ਸੁਪਰੀਮ ਕੋਰਟ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੇ 20 ਹਲਕਿਆਂ 'ਚ ਉਪ ਚੋਣਾਂ ਦੇ ਬਾਅਦ ਸੂਬੇ ਦੇ ਮੁੱਖ ਕਾਰਜਕਾਰੀ ਦੀ ਚੋਣ ਕਰਵਾਉਣ ਲਈ ਸਹਿਮਤੀ ਬਣਾਈ ਆ। ਕੀ ਕਹਿਣਾ ਚਾਹੋਗੇ? ਉੱਥੇ ਵੀ ਕੁਰਸੀ ਦੀ ਲੜਾਈ ਚੱਲਦੀ ਹੈ ਕਾਫੀ। ਅਪ੍ਰੈਲ ਦੇ ਵਿੱਚ ਬਹੁਤ ਜ਼ੋਰ ਨਾਲ ਚੱਲੀ, ਜਿਸ ਵੇਲੇ PTI ਦੀ ਸਰਕਾਰ ਨੂੰ ਮੁਸਲਿਮ ਲੀਗ ਨੂਨ ਵਾਲਿਆਂ ਨੇ ਲਾਇਆ ਨਾ, ਉਹ ਸੀਨ ਦੇਖਣ ਵਾਲਾ ਹੀ ਸੀ ਵੈਸੇ। ਹਾਂਜੀ, MLAs ਇਦਾਂ ਲੜ ਰਹੇ ਸੀ ਜਿੱਦਾਂ ਕੋਈ ਛਿੰਝ ਪਈ ਆ। ਤੇ ਹੁਣ ਕਿਉਂਕਿ ਬਾਈ ਇਲੈਕਸ਼ਨਸ ਹਾਰ ਚੁੱਕੇ ਆ, ਆਪਣੇ ਪੰਜਾਬੀ 'ਚ ਕਹਿੰਦੇ ਹੁੰਦੇ ਆ ਵੀ ਕੁੱਕੜ ਬਿਨਾਂ ਜਿੱਤ ਦੇ ਵਾਂਗਾ ਦਿੰਦਾ ਫਿਰਦਾ। ਹਾਂਜੀ, ਤੇ ਨਵਾਜ਼ ਸ਼ਰੀਫ ਦੀ ਪਾਰਟੀ ਇਸੇ ਤਰ੍ਹਾਂ ਕਰਦੀ ਹੈ ਇਸ ਵੇਲੇ ਵੀ, ਹਾਰ ਕੇ ਵੀ ਇਦਾਂ ਹੀ ਕਹਿੰਦੇ ਆ ਵੀ ਅਸੀਂ ਜਿੱਤੇ ਹੀ ਸਮਝੋ, PTI ਦੇ ਬੰਦੇ ਤੋੜ ਲੈਣੇ ਅਸੀਂ, ਫੇਰ ਵੀ ਹਾਲੇ ਤੋੜ ਲੈਣੇ। ਹੁਣ ਪਿਛਲੀ ਵਾਰੀ ਜਦੋਂ PTI ਦੇ ਬੰਦੇ ਇਹਨਾਂ ਦੇ ਵਿੱਚ ਆਏ ਨਾ ਛੱਡ ਕੇ, ਤਾਂ ਉਹਨਾਂ ਦਾ 186 ਤੋਂ ਨੰਬਰ ਘਟ ਗਏ ਤੇ ਉਹਨਾਂ ਦੀ ਸਰਕਾਰ ਜਾਂਦੀ ਲੱਗੀ। ਤਾਂ ਉਹਨਾਂ ਦੇ ਵੈਸੇ ਵੀ ਉਹਨਾਂ ਦਾ ਜਿਹੜਾ PTI ਦਾ ਚੀਫ ਮਿਨਿਸਟਰ ਹੁੰਦਾ ਸੀ ਲਹਿੰਦੇ ਪੰਜਾਬ ਦਾ, ਉਹਦੇ ਬਾਰੇ ਮਸ਼ਹੂਰ ਹੁੰਦੀ ਸੀ ਗੱਲ ਕਿ ਉਹ ਬੋਲਦੇ ਹੀ ਨਹੀਂ। ਹਾਂਜੀ, ਤਾਂ ਉਹਦੀ ਕਮੇਡੀਅਨ ਨੇ ਇੱਕ ਨੇ ਗੱਲ ਕੀਤੀ, ਉਹ ਕਹਿੰਦਾ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਪੰਜਾਬ ਦੇ ਵਿੱਚ ਨਹੀਂ ਬੋਲਦੇ ਕਦੇ ਵੀ? ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਲੋਕਾਂ ਨੂੰ ਪੰਜਾਬੀ ਸਮਝ ਆਉਂਦੀ ਹੈ, ਤੇ ਸਿੰਧ 'ਚ ਜਾ ਕੇ ਮੈਂ ਬੋਲ ਲੈਣਾ ਪੰਜਾਬੀ, ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ। ਮਤਲਬ ਉਹ ਗੱਲ ਨਹੀਂ ਕਰਨ ਵਾਲੇ ਸੀ ਬੰਦੇ। ਹਾਂਜੀ, ਹੁਣ ਲੜਾਈ ਪਈ ਹੈ। ਪਹਿਲਾਂ ਤਾਂ ਸੁਪਰੀਮ ਕੋਰਟ ਨੇ, ਪਾਕਿਸਤਾਨੀ ਨੇ ਕਿਹਾ ਸੀ ਇਹਨਾਂ ਨੂੰ ਕਿ ਤੁਸੀਂ ਆਪਸ ਵਿੱਚ ਹੀ ਸਮਝੌਤਾ ਕਰ ਲਓ ਕਿ ਕਿਹੜੀ ਡੇਟ ਨੂੰ ਤੁਸੀਂ ਐਕਚੁਅਲੀ ਸਾਰੇ MLAs ਦੀ ਵੋਟ ਦੁਆਰਾ ਪਾਉਣੀ ਹੈ, ਕਿਉਂਕਿ ਹੁਣ PTI ਦੇ 186 ਤੋਂ ਉੱਪਰ ਨੰਬਰ ਹੈ, ਇਹਨਾਂ ਦਾ ਚੀਫ ਮਿਨਿਸਟਰ ਬਣਦਾ ਲੱਗਦਾ। ਪਰ ਅਜੇ ਵੀ ਜਿਹੜੇ ਮੁਸਲਿਮ ਲੀਗ ਨੂਨ ਵਾਲੇ ਆ ਉਹ ਸਮਝਦੇ ਆ ਕਿ ਅਸੀਂ ਕੁਛ ਬੰਦਿਆਂ ਨੂੰ ਤੋੜ ਲੈਣਾ। PTI ਇਹ ਵੀ ਕਹਿ ਰਿਹਾ ਕਿ ਦਬਾਅ ਪਾ ਰਿਹਾ, ਦਬਾਅ ਤਾਂ ਪਾਉਂਦੇ ਹੀ ਆ, ਦੋਹਾਂ ਪਾਸਿਆਂ ਤੋਂ ਪਾਉਂਦੇ ਆ। ਤੇ ਹੁਣ ਫਿਰ ਇੱਕ ਵਾਰੀ ਫੇਰ ਜਦੋਂ ਛਿੰਝ ਲੱਗੂਗੀ। ਹੁਣ ਸੁਪਰੀਮ ਕੋਰਟ ਨੇ 22 ਜੁਲਾਈ ਨੂੰ
22 जुलाई ਨੂੰ परसों ही है मेरा ख्याल। हाँ जी ਅੱਜ ਕਿੰਨੀ ਕੱਲ ਨੂੰ ਬਾਈ ਐਕਚੁਅਲੀ ਕੱਲ ਨੂੰ ਹੀ ਆ। ਹਾਂਜੀ ਕੱਲ ਨੂੰ ਜੁਮੇ ਦੀ ਸਾਡੀ ਕਹਾਣੀ ਖਰਿਆ ਇਹਨਾਂ ਤੇ ਹੀ ਹੋਣੀ ਜੁਮੇ ਵਾਲੇ ਦਿਨ ਦੀ ਕਹਾਣੀ ਜਿਹੜੀ ਆ ਉਹ ਲਹਿੰਦੇ ਪੰਜਾਬ ਦੀ ਕਰ ਦਿਆਂਗੇ। ਹਾਂਜੀ ਕਿ ਕੱਲ ਨੂੰ ਐਕਚੁਅਲੀ ਵੋਟ ਆ। ਹਾਂਜੀ ਕੱਲ ਨੂੰ ਸਾਨੂੰ ਸਵੇਰੇ ਹੀ ਪਤਾ ਲੱਗ ਜਾਣਾ ਵੀ ਕੀ ਹੋਇਆ ਜੀ ਤੇ ਉਹਦੇ ਵਿੱਚ ਕੀ ਪੀਟੀਆਈ ਵਾਲੇ ਕਾਮਯਾਬ ਹੁੰਦੇ ਆ। ਵੈਸੇ ਤਾਂ ਉਹਨਾਂ ਨੇ 20 ਦੇ ਵਿੱਚੋਂ 15 ਸੀਟਾਂ ਜਿੱਤ ਲਈਆਂ ਬਾਈ ਇਲੈਕਸ਼ਨ ਦੀਆਂ ਜੀ। ਹੁਣ ਜਿਹੜੀ ਮੁਸਲਿਮ ਲੀਗ ਨੂਨ ਨੇ ਨਾ ਆਪਣੀ ਪੁਰਾਣੀ ਦੇ ਪਾਰਟੀ ਦੇ ਵਫਾਦਾਰਾਂ ਨੂੰ ਛੱਡ ਕੇ ਜਿਹੜੇ ਪੀਟੀਆਈ ਦੇ ਟਰਨ ਕੋਟ ਸੀ ਜਿਹੜੇ ਅਪ੍ਰੈਲ ਦੇ ਵਿੱਚ ਹੀ ਇਹਨਾਂ ਦੇ ਨਾਲ ਆਏ ਆ ਜੀ ਉਹਨਾਂ ਨੂੰ ਸਾਰਿਆਂ ਨੂੰ ਟਿਕਟਾਂ ਦੇ ਦਿੱਤੀਆਂ। ਲੋਕਾਂ ਨੇ ਗੁੱਸਾ ਇਹ ਵੀ ਸੀ ਮਤਲਬ ਹੋਰ ਵੀ ਗੱਲਾਂ ਤੇ ਗੁੱਸਾ ਸੀ ਕਿ ਪਹਿਲਾਂ ਤੁਸੀਂ ਕਹਿੰਦੇ ਸੀ ਅਸੀਂ ਇਨਫਲੇਸ਼ਨ ਖਤਮ ਕਰ ਦਿਆਂਗੇ ਅਸੀਂ ਆਹ ਖਤਮ ਕਰ ਦਿਆਂਗੇ ਜਿਹੜੀਆਂ ਸ਼ਰਤਾਂ ਤੁਹਾਨੂੰ IMF ਨੇ ਕਹੀਆਂ ਉਹ ਮੰਨ ਲਈਆਂ ਤੁਸੀਂ ਇਨਫਲੇਸ਼ਨ ਤਾਂ ਨੂੰ ਚੜੀ ਜਾਂਦਾ। ਇੱਕ ਗੁੱਸਾ ਉਹਨਾਂ ਦੇ ਵਿੱਚੋਂ ਇਹ ਵੀ ਸੀ ਕਿ ਜਿਹੜੇ ਪੁਰਾਣੇ ਬੰਦੇ ਉੱਥੇ ਉਹਨਾਂ ਦੀ ਮੁਸਲਿਮ ਲੀਗ ਨੂਨ ਦੇ ਕੰਮ ਕਰਦੇ ਹੁੰਦੇ ਸੀ ਜਿਹੜੇ ਸਮਝਦੇ ਸੀ ਕਿ ਸਾਨੂੰ ਇੱਥੋਂ ਉਮੀਦਵਾਰ ਰੱਖਣਾ ਉਹ ਉਹਨਾਂ ਬੰਦਿਆਂ ਨੂੰ ਟਿਕਟ ਨਹੀਂ ਦਿੱਤੀ। ਟਿਕਟ PTI ਦੇ ਅਪ੍ਰੈਲ ਦੇ ਵਿੱਚ ਆਏ ਬੰਦਿਆਂ ਨੂੰ ਦੇ ਦਿੱਤੀ। ਹਾਂਜੀ ਸੋ ਇਸ ਕਰਕੇ ਉਹ ਜਿਹੜੇ ਬੰਦੇ ਐਕਚੁਅਲੀ ਮੁਸਲਿਮ ਲੀਗ ਨੂਨ ਦੇ ਪੁਰਾਣੇ ਕੈਂਡੀਡੇਟ ਸੀ ਜਾਂ ਮੁਦੱਬਰ ਸੀਗੇ ਉਹਨਾਂ ਨੇ ਉਹਨਾਂ ਦੇ ਕਹਿੰਦੇ ਅੰਦਰ ਖਾਤੇ ਖਿਲਾਫ ਕੰਮ ਕੀਤਾ ਜੀ ਵੀ ਇਹ ਬੰਦੇ ਜਿੱਤਣੇ ਨਹੀਂ ਚਾਹੀਦੇ। ਇਹ ਹਾਲੇ ਪਰਸੋਂ ਹੀ ਤਾਂ ਕੱਪੜੇ ਬਦਲ ਕੇ ਆਏ ਆ ਜੀ ਉਹਨਾਂ ਦੀਆਂ ਜੈਕਟਾਂ ਲਾ ਕੇ ਨਵੀਆਂ ਪਾਈ ਫਿਰਦੇ ਆ। ਉਹ ਸਾਰੇ ਅੱਜ ਕੱਲ ਘਰ ਬੈਠੇ ਹੋਣੇ ਹਾਂਜੀ ਤੇ PTI ਨੇ 15 ਸੀਟਾਂ ਜਿੱਤੀਆਂ ਤਾਂ ਉਹ 186 ਤੋਂ ਉਹਨਾਂ ਦਾ ਅੰਕੜਾ ਵੱਧ ਚੁੱਕਾ ਆ। ਹੁਣ ਦੇਖਦੇ ਆ ਕੱਲ ਨੂੰ ਕੀ ਹੁੰਦਾ। ਕੱਲ ਨੂੰ ਸਵੇਰ ਨੂੰ ਪਤਾ ਲੱਗ ਜਾਣਾ ਸਾਨੂੰ। ਹਾਂਜੀ ਕੱਲ ਸਵੇਰੇ ਪਤਾ ਲੱਗ ਜਾਣਾ ਫਿਰ ਉਸ ਹਿਸਾਬ ਦੇ ਨਾਲ ਨਾਲੇ ਆਪਾਂ ਕੱਲ ਨੂੰ ਡਾਕਟਰ ਸਾਹਿਬ ਕਹਾਣੀ ਵੀ ਸੁਣਾਉਣੀ ਆ। ਪਰ ਸਦਕੇ ਜਾਈਏ ਉਹ ਕਹਿੰਦੇ ਹੁੰਦੇ ਆ ਵੀ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਤੇ ਇਹ ਅਸੈਂਬਲੀ 'ਚ ਵੀ ਜਾ ਕੇ ਹਟਦੇ ਨਹੀਂ। ਹਾਂਜੀ ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ ਤੁਸੀਂ। ਡਾਕਟਰ ਸਾਹਿਬ ਦੇਖੋ ਹੁਣ ਆਪਾਂ ਗੱਲਬਾਤ ਕਰਨੀ ਆ ਨਾ US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਬਾਰੇ। ਅਕਸਰ ਹੀ ਜਦੋਂ ਵੀ ਉਹ ਸਪੀਚ ਦਿੰਦੇ ਆ ਉਹਨਾਂ ਤੋਂ ਮਿਸਟੇਕਸ ਹੋ ਜਾਂਦੀਆਂ ਨੇ ਬਾਏ ਚਾਂਸ ਹੀ ਹੋ ਜਾਂਦੀਆਂ ਨੇ ਹਨਾ। ਕਈ ਵਾਰੀ ਕਈ ਵੀਡੀਓਜ਼ ਆਪਣੇ ਸਾਹਮਣੇ ਆਏ ਨੇ ਜਦੋਂ ਭਾਸ਼ਣ ਦਿੰਦੇ ਕੁਝ ਇਹੋ ਜਿਹਾ ਕਹਿ ਦਿੰਦੇ ਨੇ ਕਿ ਅਗਲੇ ਦਿਨ ਜਿਹੜੇ ਕ੍ਰਿਟਿਕਸ ਹੁੰਦੇ ਆ ਜਾਂ ਫਿਰ ਟਵਿੱਟਰ ਦੇ ਉੱਪਰ ਉਹਨਾਂ ਦੀ ਹੀ ਗੱਲਬਾਤ ਚੱਲਦੀ ਰਹਿੰਦੀ ਆ। ਹੁਣ ਨਾ ਡਾਕਟਰ ਸਾਹਿਬ ਇੱਕ ਹੋਰ ਜਿਹੜੀ ਵੀਡੀਓ ਆ ਕਾਫੀ ਚਰਚਾ ਦਾ ਵਿਸ਼ੇ ਬਣੀ ਹੋਈ ਆ ਇੰਟਰਨੈਟ ਦੇ ਉੱਪਰ ਟਵੀਟ ਇਹਦੇ 'ਚ ਕੀਤੇ ਜਾ ਰਹੇ ਆ। ਬਾਈਡਨ ਸਾਹਿਬ ਨੇ ਨਾ ਅਪ੍ਰੈਲ ਦੇ ਵਿੱਚ ਇਹ ਕਿਹਾ ਸੀ ਕਿ ਕਹਿੰਦੇ ਕਿ ਮੈਨੂੰ ਨਾ ਆਜ਼ਮਾ ਦੀ ਪ੍ਰੋਬਲਮ ਆ। ਅਪ੍ਰੈਲ ਦੇ ਵਿੱਚ ਇਹ ਗੱਲ ਕਹੀ ਸੀ ਉਹਨਾਂ ਨੇ ਤੇ ਹੁਣ ਉਹਨਾਂ ਨੇ ਉਹ ਕਿਤੇ ਗਿਆ ਸੀ ਸਪੀਚ ਦੇਣ ਦੇ ਲਈ ਐਂਡ ਹੁਣ ਉਹ ਕਹਿ ਰਿਹਾ ਕਿ ਮੈਨੂੰ ਨਾ ਕੈਂਸਰ ਆ। ਸੋ ਲੋਕੀ ਹੁਣ ਇਸ ਚੀਜ਼ ਨੂੰ ਲੈ ਕੇ ਬਹੁਤ ਹੈਰਾਨ ਹੈਗੇ ਆ ਕਿ ਇਹ ਭੁੱਲ ਜਾਂਦੇ ਆ ਇਹਨਾਂ ਨੂੰ ਯਾਦ ਨਹੀਂ ਕੁਝ ਰਹਿੰਦਾ ਹੈਗਾ ਜਾਂ ਫਿਰ ਕੋਲੇ ਬਣਾ ਲੈਂਦੇ ਨੇ ਇਹ ਗਵਾਚ ਇੰਨਾ ਜਾਂਦੇ ਆ ਆਪਣੀ ਇਮੈਜੀਨੇਸ਼ਨ ਦੇ ਵਿੱਚ ਕਿਉਂਕਿ ਜਿਹੜੀ ਆਹ ਵੀਡੀਓ ਆ ਨਾ ਇਹਦੇ ਨਾਲ ਰਿਲੇਟਡ ਸੈਂਟੈਂਸ ਜਿਹੜੇ ਹੈਗੇ ਆ ਵਰਡਸ ਜਿਹੜੇ ਹੈਗੇ ਆ ਦੋਨੋਂ ਬਿਲਕੁਲ ਸੇਮ ਨੇ ਸਿਰਫ ਇਹਨਾਂ ਨੇ ਆਜ਼ਮਾ ਦੀ ਜਗ੍ਹਾ ਤੇ ਕੈਂਸਰ ਬੋਲਤਾ ਦੈਟਸ ਇਟ। ਦੇਖੋ ਜਿਹੜਾ ਵਾਈਟ ਹਾਊਸ ਨੇ ਪਹਿਲਾਂ ਕਿਹਾ ਸੀ ਕਿ ਇਹਨਾਂ ਨੂੰ ਉਹਨਾਂ ਦੇ ਡਾਕਟਰ ਨੇ ਕਿਹਾ ਸੀ ਜਦੋਂ ਇਹ ਵਾਈਸ ਪ੍ਰੈਜ਼ੀਡੈਂਟ ਹੁੰਦੇ ਸੀ ਕਿ ਇਹਨੂੰ ਡਿਮੈਂਸ਼ੀਆ ਆ। ਹੁਣ ਬਰਾਕ ਓਬਾਮਾ ਬਹੁਤ ਦੁਖੀ ਸੀ ਇਸ ਗੱਲ ਤੇ ਕਿਉਂਕਿ ਉਹ ਪ੍ਰੈਜ਼ੀਡੈਂਟ ਸੀ ਲੋਕਾਂ ਨੇ ਕੁਐਸਚਨ ਤਾਂ ਉਹਨਾਂ ਨੂੰ ਕਰਨਾ ਸੀ ਹਾਂਜੀ ਕਿ ਤੁਸੀਂ ਕਿਹੋ ਜਿਹਾ ਬੰਦਾ ਰੱਖਿਆ ਹੈ ਵਾਈਸ ਪ੍ਰੈਜ਼ੀਡੈਂਟ ਜਿਹਨੂੰ ਕੁਝ ਯਾਦ ਹੀ ਨਹੀਂ ਰਹਿੰਦਾ। ਉਹਨਾਂ ਨੇ ਇਹਨਾਂ ਨੂੰ ਡਿਫੈਂਡ ਕੀਤਾ। ਹੁਣ ਇਹਨਾਂ ਨੂੰ ਡਿਮੈਂਸ਼ੀਆ ਹੈਗਾ ਜਾਂ ਨਹੀਂ ਕਮ ਸੇ ਕਮ ਜੇ ਤੁਸੀਂ ਸੈਂਟੈਂਸ ਦੇਖਦੇ ਨਾ ਸਾਰਾ ਸੁਣਦੇ ਉਹਨਾਂ ਦਾ ਅਪ੍ਰੈਲ 'ਚ ਉਹਨਾਂ ਨੇ ਉਹੀ ਸੈਂਟੈਂਸ ਐਗਜ਼ੈਕਟਲੀ ਬੋਲਿਆ ਕਿ ਮੈਨੂੰ ਐਜ਼ਮਾ ਆ। ਡਾਕਟਰ ਸਾਹਿਬ ਮੈਂ ਤੁਹਾਨੂੰ ਐਗਜ਼ੈਕਟ ਦੱਸਦੀ ਆ ਉਹਨਾਂ ਨੇ ਅਪ੍ਰੈਲ ਦੇ ਵਿੱਚ ਐਗਜ਼ੈਕਟਲੀ ਬੋਲਿਆ ਕਿ ਕਹਿੰਦੇ ਕਿ I have asthma and 80% of the people who in fact we grew up with have asthma। ਇਹ ਤਾਂ ਸੀ ਅਪ੍ਰੈਲ ਦੀ ਸਟੇਟਮੈਂਟ। ਜਿਹੜੀ ਹੁਣ ਦੀ ਸਟੇਟਮੈਂਟ ਆ ਇਹਦੇ ਵਿੱਚ ਕਿਹਾ ਉਹਨਾਂ ਨੇ ਕਿ that's why I and so damn many other people I grew up with have cancer। ਦੇਖੋ ਸ਼ਬਦ ਇੱਕ ਬਦਲਿਆ ਪਰ ਇਹਨਾਂ ਦੀ ਤੁਸੀਂ ਡਿਮੈਂਸ਼ੀਆ ਤੇ ਥੋੜਾ ਜਿਹਾ ਕੁਐਸਚਨ ਮਾਰਕ ਲਾ ਸਕਦੇ ਆ ਕਿ ਇੰਨੀ ਯਾਦਦਾਸ਼ਤ ਤਾਂ ਹੈਗੀ ਆ ਉਹ ਸੈਂਟੈਂਸ ਪੂਰਾ ਬੋਲਿਆ। ਹਾਂਜੀ ਮੈਮਰੀ ਤਾਂ ਹੈਗੀ ਆ ਮੈਮਰੀ ਤਾਂ ਹੈ ਨਾ। ਹਾਂਜੀ ਜਿਹੜਾ ਸੈਂਟੈਂਸ ਇਹਨਾਂ ਨੇ ਅਪ੍ਰੈਲ 'ਚ ਬੋਲਿਆ ਸੀ ਉਹੀ ਸੈਂਟੈਂਸ ਇੱਕ ਅੱਖਰ ਬਦਲਿਆ। ਹਾਂਜੀ ਉਹ ਜਿਹੜਾ ਐਜ਼ਮਾ ਆ ਉਹ ਕੈਂਸਰ ਬਣ ਗਈ ਹੈ। ਹਾਂਜੀ ਹੋ ਸਕਦਾ ਉਦਾਂ ਹੀ ਗਰੋਥ ਹੋ ਕੇ ਐਜ਼ਮਾ ਕੈਂਸਰ ਬਣ ਗਿਆ ਹੋਵੇ। ਇਹ ਵੀ ਹੈਲਥ ਸਾਇੰਸ ਸਾਰਿਆਂ ਨੂੰ ਪੁੱਛਣਾ ਪੈਣਾ। ਜੀ ਡਾਕਟਰ ਸਾਹਿਬ ਬਿਲਕੁਲ
देखो ਜਦੋਂ ਨਾ ਟਵਿੱਟਰ ਦੇ ਉੱਪਰ ਲੋਕਾਂ ਨੇ ਪਾਇਆ ਐਗਜ਼ੈਕਟਲੀ ਜਿਹੜੀ ਇਹਦੀ ਆਡੀਓ ਹੈਗੀ ਆ ਹਨਾ ਇਹਨਾਂ ਦੀ ਜੇ ਆਪਾਂ ਬਾਡੀ ਲੈਂਗੁਏਜ ਦੇਖਦੇ ਹਾਂ ਉਹ ਵੀ ਸੇਮ ਹੀ ਆ ਜਿਵੇਂ ਤੁਸੀਂ ਕਿਹਾ ਵੀ ਮੈਮਰੀ ਤਾਂ ਹੈਗੀ ਹੈ ਇਹਨਾਂ ਦੀ। ਦੇਖੋ ਇਹਨਾਂ ਨੇ ਇਹ ਆਪਣੇ ਆਪ ਹੀ ਇੱਕ ਕੇਸ ਕਰੀ ਜਾਂਦੇ ਆ। ਜੇ ਨਵੰਬਰ ਨੂੰ 8 ਨਵੰਬਰ ਨੂੰ ਜਿਹੜੀਆਂ ਕਾਂਗਰਸ ਦੀਆਂ ਇਲੈਕਸ਼ਨ ਹੋਣੀਆਂ ਜੇ ਦੋਏ ਸਦਨ ਰਿਪਬਲਿਕਨ ਪਾਰਟੀ ਦੇ ਹੱਥ 'ਚ ਆ ਗਏ ਉਹਨਾਂ ਨੇ ਇੰਪੀਚਮੈਂਟ ਦੀਆਂ ਦੁਆਰਾ ਸ਼ੁਰੂ ਕਰ ਦਿੱਤੀਆਂ ਕਾਰਵਾਈ ਤਾਂ ਇਹ ਸਬੂਤ ਖੁਦ ਹੀ ਜੋ ਬਾਈਡਨ ਹੋਣੇ ਕਿ ਹਰ ਦੂਜੇ ਦਿਨ ਇਹਨਾਂ ਦੀ ਕੋਈ ਨਾ ਕੋਈ ਸਟੇਟਮੈਂਟ ਇਦਾਂ ਦੀ ਹੁੰਦੀ ਹੈ ਜਿਹੜੀ ਇਹ ਪ੍ਰੂਵ ਕਰਦੀ ਕਿ ਇਹਨਾਂ ਨੂੰ ਡਿਮੈਂਸ਼ੀਆ ਹੋਇਆ ਹੈ। ਪਰ ਜੇ ਮੈਂ ਇਹਨਾਂ ਦਾ ਲਾਇਰ ਹੋਣਾ ਮੈਂ ਕਹਾਂ ਦੇਖੋ ਬੰਦੇ ਨੂੰ ਇੰਨਾ ਯਾਦ ਆ ਅਪ੍ਰੈਲ ਦੇ ਵਿੱਚ ਵੀ ਉਹੀ ਸੈਂਟੈਂਸ ਬੋਲਿਆ ਇਹਨੇ ਜੁਲਾਈ 'ਚ ਵੀ ਉਹੀ ਬੋਲਿਆ। ਡਾਕਟਰ ਸਾਹਿਬ ਦੇਖੋ ਜਦੋਂ ਨਾ ਇਹ ਸਾਹਮਣੇ ਆਈ ਇਹਨਾਂ ਦੀ ਵੀਡੀਓ ਉਹਦੇ ਤੋਂ ਬਾਅਦ ਲੋਕਾਂ ਨੇ ਟਵੀਟ ਕਰਨੇ ਸ਼ੁਰੂ ਕਰ ਦਿੱਤੇ ਤਾਂ ਇੱਕ ਯੂਜ਼ਰ ਨੇ ਲਿਖਿਆ ਕਿ ਦੇਖੋ ਵੀ ਜਾਂ ਤਾਂ ਫਿਰ ਇਹ ਮਾਮੂਲੀ ਜੀ ਗਲਤੀ ਹੋ ਸਕਦੀ ਹੈ ਬੋਲਣ ਦੇ ਵਿੱਚ ਤੇ ਜਾਂ ਬਹੁਤ ਵੱਡਾ ਖੁਲਾਸਾ ਹੋ ਸਕਦਾ ਜਿਵੇਂ ਪੰਜਾਬ ਦੇ ਵਿੱਚ ਕਰਦੇ ਹੁੰਦੇ ਆ ਨਿਊਜ਼ ਵਾਲੇ ਬਹੁਤ ਵੱਡਾ ਖੁਲਾਸਾ ਬਹੁਤ ਵੱਡਾ ਧਮਾਕਾ। ਉਹ ਕਹਿੰਦਾ ਵੀ ਵੱਡਾ ਖੁਲਾਸਾ ਲੱਗਦਾ ਵੀ ਆਜ਼ਮਾ ਤੋਂ ਕੈਂਸਰ 'ਚ ਤਬਦੀਲ ਹੋ ਗਿਆ ਵੱਡੀ ਗੱਲ ਆ ਹੈ ਨਾ। ਤੇ ਉਹਦੇ ਤੋਂ ਬਾਅਦ ਫਿਰ ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਜਿਹੜਾ ਹੈਗਾ ਨਾ ਇਹ ਰਾਸ਼ਟਰਪਤੀ ਦੇ ਇਤਿਹਾਸ ਦੀ ਸਭ ਤੋਂ ਵੱਡੀ ਗੱਲ ਆ ਵੀ ਇੱਕ ਆਜ਼ਮਾ ਨੂੰ ਕੈਂਸਰ 'ਚ ਤਬਦੀਲ ਹੁੰਦੇ ਹੋਏ ਦੇਖਿਆ ਗਿਆ। ਇਹ ਹੈਲਥ ਸਾਇੰਸਿਸ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਕੀ ਐਜ਼ਮਾ ਕੈਂਸਰ ਦੇ ਵਿੱਚ ਇਹਦਾ 3 ਮਹੀਨਿਆਂ 'ਚ ਹੋ ਜਾਂਦਾ ਜਾਂ ਇਹ ਲਿਟਰੇਚਰ ਵਾਲਿਆਂ ਨੂੰ ਪੁੱਛੇ ਕਿ ਜਿਹੜਾ ਬੰਦਾ ਅਪ੍ਰੈਲ 'ਚ ਬੋਲਦਾ ਸੈਂਟੈਂਸ ਉਹ ਠੰਡ ਦਾ ਕਰਕੇ ਐਜ਼ਮਾ ਹੋਰ ਹੁੰਦਾ ਬਿਮਾਰੀ ਤੇ ਗਰਮੀਆਂ ਦੇ ਵਿੱਚ ਹੋਰ ਹੋ ਜਾਂਦੀ ਹੈ। ਡਾਕਟਰ ਸਾਹਿਬ ਟਵਿੱਟਰ ਯੂਜ਼ਰਸ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਬਾਈਡਨ ਦੀ ਮੈਡੀਕਲ ਰਿਪੋਰਟ ਦੀ ਜਾਂਚ ਹੋਣੀ ਚਾਹੀਦੀ ਹੈ। ਜਿਹੜੀ ਮੈਡੀਕਲ ਰਿਪੋਰਟ ਪਹਿਲਾਂ ਜੇ ਤੇ ਬਰਾਕ ਓਬਾਮਾ ਨੇ ਆਬਜੈਕਸ਼ਨ ਕੀਤਾ ਸੀ ਉਹਦੇ ਵਿੱਚ ਮੈਡੀਕਲ ਡਾਕਟਰ ਜਿਹੜਾ ਵਾਈਟ ਹਾਊਸ ਦਾ ਉਹਨੇ ਕਲੀਅਰਲੀ ਲਿਖਿਆ ਸੀ ਕਿ ਇਹਨਾਂ ਨੂੰ ਡਿਮੈਂਸ਼ੀਆ ਹੈਗਾ ਹੈ। ਉਹਨੂੰ ਸਾਈਟ ਵੀ ਕੀਤਾ ਜਿਹੜੀ ਕਾਂਗਰਸਮੈਨ ਨੇ ਕਿਤਾਬ ਲਿਖੀ ਹੈ ਨਾ ਜਿਹੜੀ ਬਾਹਰ ਆਈ ਹੈ ਉਹਦੇ ਵਿੱਚ ਉਹਨੇ ਉਹ ਈਮੇਲ ਵੀ ਦੱਸੀ ਆ ਔਰ ਇਹ ਰਿਪੋਰਟ ਦੇ ਵਿੱਚੋਂ ਰਿਪੋਰਟ ਤਾਂ ਨਹੀਂ ਪਬਲਿਸ਼ ਕੀਤੀ ਇਹਨਾਂ ਨੇ ਪਰ ਉਹ ਈਮੇਲ ਸਾਬਤ ਕਰਦੀ ਆ ਕਿ ਉਸ ਰਿਪੋਰਟ ਦੇ ਵਿੱਚ ਕੁਝ ਗਲਤ ਲਿਖਿਆ ਆ। ਹਾਂਜੀ ਉਹ ਈਮੇਲ ਜਿਹੜੀ ਹੈ ਨਾ ਉਹਦੇ ਵਿੱਚ ਬਰਾਕ ਓਬਾਮਾ ਨੇ ਲਿਖਿਆ ਤੁਸੀਂ ਕਿੱਦਾਂ ਕਹਿ ਰਹੇ ਕਿ ਇਹਨੂੰ ਡਿਮੈਂਸ਼ੀਆ ਹੋਇਆ। ਹਾਂਜੀ ਇਹਦਾ ਮਤਲਬ ਡਿਮੈਂਸ਼ੀਆ ਉਹਦੀ ਰਿਪੋਰਟ ਦੇ ਵਿੱਚ ਹੈ। ਰਿਪੋਰਟ ਭਾਵੇਂ ਉਹ ਪਬਲਿਸ਼ ਨਹੀਂ ਹੋਈ ਕਦੇ ਜੀ ਰਿਪੋਰਟ ਤਾਂ ਉਹ ਅਜੇ ਵੀ ਸੀਕ੍ਰੇਟ ਹੀ ਹੈ ਜੀ। ਸੋ ਕ੍ਰਿਟਿਕਸ ਇਹ ਕਹਿ ਰਹੇ ਆ ਆਲੋਚਕ ਇਹ ਕਹਿ ਰਹੇ ਕਿ ਇਹਨਾਂ ਦੀਆਂ ਸਾਰੀਆਂ ਰਿਪੋਰਟਸ ਜਿਹੜੀਆਂ ਮੈਡੀਕਲ ਉਹ ਪਬਲਿਸ਼ ਕਰੋ ਹਾਂਜੀ ਤਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਲੱਗੇ ਵੀ ਇਹਨਾਂ ਨੂੰ ਡਿਮੈਂਸ਼ੀਆ ਹੋਇਆ ਜਾਂ ਨਹੀਂ ਹੋਇਆ ਕਿਉਂਕਿ ਉਦੋਂ ਬਾਅਦ ਜਦੋਂ ਇਹ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲੜ ਰਹੇ ਸੀ ਤੇ ਇੱਕ ਸਟੇਟ ਦੇ ਵਿੱਚ ਇਹਨਾਂ ਨੇ ਜਿਹੜੀ ਸਪੀਚ ਦਿੱਤੀ ਆ ਉਹ ਇਸ ਤਰੀਕੇ ਨਾਲ ਦਿੱਤੀ ਜਿਹੜੀ ਪਹਿਲਾਂ ਸੈਨੇਟ ਦੀਆਂ ਸਪੀਚਾਂ ਦਿੰਦੇ ਹੁੰਦੇ ਸੀ। ਹਾਂਜੀ ਉਹ ਕਹਿੰਦੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਮੈਂ ਪ੍ਰੈਜ਼ੀਡੈਂਟ ਲਈ ਖੜਾ ਕਿ ਸੈਨੇਟ ਲਈ ਖੜਾ। ਡਾਕਟਰ ਸਾਹਿਬ ਯਾਦ ਹੈ ਤੁਹਾਨੂੰ ਥੋੜੇ ਜਿਹੇ ਦਿਨ ਪਹਿਲਾਂ ਦੀ ਉਹ ਗੱਲ ਆ ਜਦੋਂ ਟੈਲੀਪ੍ਰੋਮਪਟਰ ਨੂੰ ਦੇਖਣ ਤੋਂ ਬਾਅਦ ਬੋਲ ਰਹੇ ਸੀਗੇ ਜੋ ਆਫ ਇਹਨਾਂ ਨੇ ਬੋਲਣਾ ਸੀਗਾ ਸਿਰਫ ਪੜ੍ਹਨਾ ਸੀ ਇਹਨਾਂ ਲਈ ਸੀ ਇਹਨਾਂ ਨੇ ਉਹ ਵੀ ਬੋਲ ਦਿੱਤਾ ਸੀ। ਹੁਣ ਇੱਕ ਹੋਰ ਵੀ ਸੀ ਉਹਨੇ ਕਿਸੇ ਸਟੇਟ ਦੇ ਵਿੱਚ ਜਾ ਕੇ ਇਹ ਇਲੈਕਸ਼ਨ ਰੈਲੀ ਨੂੰ ਸੰਬੋਧਨ ਕਰ ਰਹੇ ਆ ਉਸ ਸਟੇਟ ਦਾ ਨਾਂ ਕੀ ਆ ਉਹਨਾਂ ਨੂੰ ਪਤਾ ਨਹੀਂ ਸੀ ਜਾਂ ਤਾਂ ਹੁਣ ਕਿਸੇ ਨੇ ਦੱਸਿਆ ਨਹੀਂ। ਹੁਣ ਕਮ ਸੇ ਕਮ ਜਿਹੜੇ ਉਹਨਾਂ ਦੇ ਹੈਂਡਲਰ ਆ ਉਹ ਦੱਸਦੇ ਤਾਂ ਹੈ ਨਹੀਂ ਹੁਣ ਅਸੀਂ ਵਾਇਓਮਿੰਗ ਚੱਲੇ ਆ ਹੁਣ ਆਈਡਾਹੋ ਚੱਲੇ ਆ ਜਾਂ ਉਹਨਾਂ ਨੇ ਨਹੀਂ ਦੱਸਿਆ ਤੇ ਜਾਂ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਮੈਂ ਕਿਹੜੇ ਸੂਬੇ ਦੇ ਵਿੱਚ ਆ ਗਿਆ ਤੇ ਸੂਬੇ ਵੀ ਤਾਂ ਉਹਨਾਂ ਦੇ 50 ਆ ਨਾ। ਹਾਂਜੀ ਇਹ ਨਵੀਂ ਗੱਲ ਨਹੀਂ ਹੈ ਮਤਲਬ 50 ਯਾਦ ਕਰਨੇ ਬੜੇ ਔਖੇ ਆ। ਦੇਖੋ ਡਾਕਟਰ ਸਾਹਿਬ ਬਾਈਡਨ ਸਾਹਿਬ ਦੇ ਕੇਸ ਦੇ ਵਿੱਚ ਕੋਈ ਵੀ ਬੰਦਾ ਕੁਝ ਨਹੀਂ ਕਹਿ ਸਕਦਾ ਹੈਗਾ ਕਿਉਂਕਿ ਸਾਨੂੰ ਕੁਝ ਨਹੀਂ ਪਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹਨਾਂ ਨੇ ਕਿਹੜੀ ਸਪੀਚ ਦੇ ਵਿੱਚ ਕਿਹੜੀ ਇਹੋ ਜਿਹੀ ਗੱਲ ਕਹਿ ਦੇਣੀ ਹੈ ਜਿਹੜੀ ਫਿਰ ਤੋਂ ਚਰਚਾ ਦਾ ਵਿਸ਼ਾ ਬਣਨਾ। ਅੱਜ ਦਾ ਵਿਚਾਰ ਕੀ ਦੇਣਾ ਹਾਂਜੀ ਤੁਹਾਨੂੰ ਪਤਾ ਨਹੀਂ ਪਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਦਾ ਵਿਚਾਰ ਹੈ ਕੀ ਆ। ਅੱਜ ਦਾ ਵਿਚਾਰ ਹੈ ਗੁੱਸੇ 'ਚ ਆਈ ਨੂੰ ਕੱਚ ਦੇ ਗਲਾਸ ਧੋਣ ਦੇ ਲਈ ਕਦੇ ਨਹੀਂ ਦੇਣੇ ਚਾਹੀਦੇ। ਮੈਂ ਦੁਬਾਰਾ ਫਿਰ ਤੋਂ ਰਿਪੀਟ ਕਰ ਦਿੰਦੀ ਹਾਂ ਕਿ ਗੁੱਸੇ 'ਚ ਆਈ ਨੂੰ ਕੱਚ ਦੇ ਗਲਾਸ ਧੋਣ ਲਈ ਕਦੇ ਨਹੀਂ ਦੇਣੇ ਚਾਹੀਦੇ। ਇਸੇ ਨਾਲ ਹੀ ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 6045929191 604 592 9191।
ਡੇਲੀ ਨਿਊਜ਼ ਅਪਡੇਟ ਦੇ ਲਈ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਫੋਲੋ ਕਰੋ ਸਾਨੂੰ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਸਾਡਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਜੋ ਕਿ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਉੱਥੇ ਸਾਡੇ ਪ੍ਰੋਗਰਾਮਸ ਨੂੰ ਜਾ ਕੇ ਸੁਣਨ ਤੋਂ ਬਾਅਦ ਤੁਸੀਂ ਆਪਣੇ ਕਮੈਂਟ ਦਿਓ, ਤੁਹਾਨੂੰ ਕਿਹੋ ਜਿਹੇ ਲੱਗ ਰਹੇ ਆ ਪ੍ਰੋਗਰਾਮ, ਸੁਝਾਅ ਵੀ ਦੇ ਸਕਦੇ ਹੋ ਤੁਸੀਂ ਉੱਥੇ ਜਾ ਕੇ ਸਾਨੂੰ।